खालसा वाहिगुरू जी की फतेह। सेहत बारे तुसीं बहुत कुछ दस्सिया। सो जिहड़ी असीं तुहानूं पुछना चाहुंदे कि पहलियां सेहतां ते अज दीयां सेहतां 'च कुछ तब्दीली आई आ, कुछ अज माड़ी सेहत होई आ, कमज़ोर होई आ, इहदे बारे किवें वेखदे हो, सेहत नूं किवें वेखदे हो? इस तरह जी अज तो कोई मान लो ला लो आप 50 साल पहला ਜਿਹੜੀਆਂ ਬਿਮਾਰੀਆਂ ਸੀ ਉਹ ਬਿਲਕੁਲ ਵੱਖਰੀਆਂ ਸੀਗੀਆਂ, ਜਿਹਨੂੰ ਆਪਾਂ ਕਹਿੰਦੇ ਆ ਸੰਕਰਾਮਕ ਬਿਮਾਰੀਆਂ ਜਾਂ ਛੂਤ ਦੀਆਂ ਬਿਮਾਰੀਆਂ ਜਾਂ ਲਾਗ ਦੀਆਂ ਬਿਮਾਰੀਆਂ ਕਹਿ ਦਿੰਦੇ ਆ। ਜਿਵੇਂ ਮੰਨ ਲਓ ਟੱਟੀਆਂ ਉਲਟੀਆਂ ਲੱਗੀਆਂ, ਹੈਜਾ ਹੋ ਗਿਆ, ਪਲੇਗ ਹੋ ਗਈ, ਚੀਚਕ ਹੋ ਗਈ, ਮਲੇਰੀਆ ਹੋ ਗਿਆ, ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਸੀ ਉਹ ਭਾਰੂ ਸੀਗੀਆਂ ਸਮਾਜ ਦੇ ਵਿੱਚ। ਉਹ ਬਿਮਾਰੀਆਂ ਇੱਦਾਂ ਦੀਆਂ ਸੀਗੀਆਂ ਜਾਂ ਤਾਂ ਬੰਦਾ ਮਰ ਜਾਂਦਾ ਸੀ, ਜੇ ਬਚ ਜਾਂਦਾ ਸੀ ਤਾਂ ਫਿਰ ਉਹ ਬਹੁਤ ਸਟਰੋਂਗ ਹੋ ਜਾਂਦਾ ਸੀਗਾ, ਫਿਰ ਉਹਦਾ ਕੁਛ ਨਹੀਂ ਸੀ ਵਿਗੜਦਾ। ਅਤੇ ਜਿਹੜੀਆਂ ਪੁਰਾਣੀਆਂ ਅਤੇ ਜਿਹੜੀਆਂ ਲਗਾਤਾਰ ਘਰ ਕਰਕੇ ਬਿਮਾਰੀਆਂ ਬੈਠ ਜਾਂਦੀਆਂ ਸੀ ਉਹ ਬਹੁਤ ਘੱਟ ਸੀਗੀਆਂ, ਮਤਲਬ ਨਾ ਮਾਤਰ ਹੀ ਸੀ। ਜਿਵੇਂ ਸ਼ੂਗਰ ਹੈ ਉਦਾਹਰਨ ਦੇ ਤੌਰ 'ਤੇ, ਕੋਈ ਤਾਂ ਅੱਜ ਤੋਂ 60-70 ਸਾਲ ਪਹਿਲਾਂ ਮਤਲਬ ਬਿਰਲੇ ਬੰਦੇ ਨੂੰ ਕਿਸੇ ਸ਼ੂਗਰ ਹੁੰਦੀ ਸੀ। ਮੋਟਾਪਾ ਹੈ ਬਿਰਲਾ ਸੀਗਾ। ਮਧੂਮੇਹ ਜਿਹੜਾ ਕਿਹਾ ਜਾਂਦਾ ਪਹਿਲਾਂ ਨਹੀਂ ਸੀ। ਹਾਂ ਨਾ ਕਿੱਥੇ ਸੀ ਮਧੂਮੇਹ, ਕੁਛ ਬਹੁਤ ਥੋੜ੍ਹੇ ਬੰਦਿਆਂ ਨੂੰ ਸੀ, ਬਹੁਤ ਥੋੜ੍ਹੇ ਬੰਦਿਆਂ ਨੂੰ ਹੁੰਦਾ ਸੀਗਾ, ਬਿਰਲਾ ਹੁੰਦਾ ਸੀਗਾ। ਤਾਂ ਇਹ ਮੋਟਾਪਾ ਬਹੁਤ ਥੋੜ੍ਹਾ ਸੀਗਾ। ਤੁਹਾਡੀਆਂ ਜਿਹੜੀਆਂ ਐਲਰਜੀਆਂ ਨੇ, ਆਟੋਮਿਊਨ ਡਿਸਆਰਡਰ ਨੇ ਜਿਹੜੇ ਇਹ ਬਹੁਤ ਥੋੜ੍ਹੇ ਸੀਗੇ। ਤਾਂ ਉਹ ਜਿਹੜੀਆਂ ਹਾਰਟ ਦੀਆਂ ਪ੍ਰੋਬਲਮ ਸੀਗੀਆਂ, ਦਿਲ ਦੀਆਂ ਬਿਮਾਰੀਆਂ ਸੀਗੀਆਂ, ਇਹ ਬਹੁਤ ਥੋੜ੍ਹੀਆਂ ਸੀਗੀਆਂ। ਤਾਂ ਇਹ ਜਿਹੜੀਆਂ ਅੱਜ ਬਿਮਾਰੀਆਂ ਦਿਖ ਰਹੀਆਂ ਸਾਨੂੰ ਚਾਰ ਚਫੇਰੇ, ਜਿਵੇਂ ਹੱਡੀਆਂ ਜੋੜਾਂ ਦੀਆਂ, ਹਰ ਬੰਦਾ ਕੋਈ ਆਪਣੀ ਪਿੱਠ ਫੜੀ ਫਿਰਦਾ, ਕੋਈ ਗਰਦਨ ਫੜੀ ਫਿਰਦਾ, ਕੋਈ ਗੋਡੇ ਫੜੀ ਫਿਰਦਾ, ਗੋਡੇ ਰਹਿ ਜਾਂਦੇ ਲੋਕਾਂ ਦੇ। ਇਹ ਬਹੁਤ ਹੀ ਵਿਰਲੇ ਬੰਦਿਆਂ ਨੂੰ ਹੁੰਦੀ ਸੀ। ਮੈਨੂੰ ਯਾਦ ਹੈ ਬਚਪਨ 'ਚ ਵੇਖਦੇ ਹੁੰਦੇ ਸੀ ਵੀ ਪਿੰਡ 'ਚ ਬਿਰਲਾ ਕੋਈ ਬੰਦਾ ਮੋਟਾ ਹੁੰਦਾ ਸੀਗਾ ਅਤੇ ਬਿਰਲਾ ਹੁੰਦਾ ਸੀ ਵੀ ਗੋਡੇ ਮਸਾਂ ਤੁਰਦਾ ਹੁੰਦਾ ਸੀ ਗੋਡਿਆਂ ਤੋਂ, ਨਹੀਂ ਤਾਂ ਚੰਗੇ ਭਲੇ ਤੰਦਰੁਸਤ ਹੁੰਦੇ ਸੀਗੇ ਬੰਦੇ ਅਤੇ ਕੋਈ ਐਸੀ ਦਿੱਕਤ ਨਹੀਂ ਸੀ ਹੁੰਦੀ। ਜਰਨੀ ਫਿਰ ਯਾਤਰਾ ਬਿਮਾਰੀਆਂ ਦੀ ਸ਼ੁਰੂ ਕਿੱਥੋਂ ਹੋਈ, ਮੁੱਢ ਕਿੱਥੇ ਵੱਜਾ? ਇਹ ਬਿਮਾਰੀਆਂ ਦੀ ਯਾਤਰਾ ਜਿਹੜੀ ਜ਼ਿਆਦਾ ਸ਼ੁਰੂ ਹੋਈ ਹੈ, ਜਿਹੜਾ ਪ੍ਰਕੋਪ ਚੱਲਿਆ ਜ਼ਿਆਦਾ, ਇਹ 70ਵੇਂ ਤੋਂ ਬਾਅਦ ਨੇ, 60ਵੇਂ ਤੱਕ ਤਾਂ ਠੀਕ ਠਾਕ ਰਿਹਾ। ਕਾਰਨ ਇਹਦਾ ਇੱਕ ਤਾਂ ਜ਼ਿਆਦਾ ਤਾਂ ਭੋਜਨ ਦੇ ਵਿੱਚ ਤਬਦੀਲੀ ਬਹੁਤ ਆਈ ਸਾਡੇ, ਬਹੁਤ ਤੇਜ਼ੀ ਨਾਲ ਭੋਜਨ ਤਬਦੀਲੀ ਆਈ। ਬਾਕੀ ਲਾਈਫ ਸਟਾਈਲ ਬਦਲਿਆ, ਬਹੁਤ ਲਾਈਫ ਸਟਾਈਲ ਬਦਲ ਗਿਆ ਕਿਉਂਕਿ ਕੰਮ ਘੱਟ ਗਏ, ਫਿਜ਼ੀਕਲ ਕੰਮ ਘਟਣ ਲੱਗ ਗਏ, ਮੈਕਨਾਈਜੇਸ਼ਨ ਹੋ ਗਿਆ, ਸਰੀਰਕ ਕੰਮ ਬਿਲਕੁਲ ਹੀ ਰਹਿ ਗਏ ਅਸੀਂ। ਭੋਜਨ 'ਚ ਜਿਹੜੀ ਤਬਦੀਲੀ ਕਹਿੰਦੀ ਉਹਦਾ ਕੀ ਭਾਵ ਆ? ਭੋਜਨ ਤਬਦੀਲੀ ਦੇ ਅੰਦਰ ਦੇਖੋ, ਭੋਜਨ ਪਹਿਲਾਂ ਜਿਹੜਾ ਸੀਗਾ ਸਾਡਾ ਭੋਜਨ ਜਿਹੜਾ ਸੀ ਪਹਿਲਾਂ ਸਿੱਧਾ ਖੇਤਾਂ 'ਚੋਂ ਆਉਂਦਾ ਸੀਗਾ। ਅਸੀਂ ਖੇਤਾਂ ਤੁਰੇ ਫਿਰਦੇ ਹੀ ਜਿਹੜੇ ਸੀਗੇ ਉਹ ਕਿਤੇ ਮੂਲੀ ਪੱਟ ਲਈ ਉਹ ਖਾ ਲਈ, ਗਾਜਰਾਂ ਪੱਟ ਲਈਆਂ ਉਹ ਖਾ ਲਈਆਂ, ਕਿਤੇ ਪੁੱਟਾਂ ਲੱਗੀਆਂ, ਕਿਤੇ ਖਰਬੂਜਾ ਲੱਗਿਆ, ਕਿਤੇ ਤੂਤ ਲੱਗੀਆਂ, ਕਿਤੇ ਅੰਬ ਲੱਗੀਆਂ, ਕਿਤੇ ਖਜੂਰ, ਜੋ ਮਿਲ ਜਾਂਦਾ ਸੀਗਾ ਉਹ ਖਾ ਲੈਂਦੇ ਸੀਗੇ। ਅਤੇ ਭੋਜਨ ਸਾਡੇ ਕੁਦਰਤੀ ਸੀਗੇ ਬਿਲਕੁਲ ਹੀ, ਉਹਦੇ ਅੰਦਰ ਕੋਈ ਛੇੜਛਾੜ ਨਹੀਂ ਸੀ ਹੁੰਦੀ, ਕੋਈ ਕੈਮੀਕਲ ਨਹੀਂ ਸੀ ਹੁੰਦਾ, ਕੋਈ ਖਾਦਾਂ ਨਹੀਂ ਸੀਗੀਆਂ, ਕੋਈ ਕੀਟਨਾਸ਼ਕ ਨਹੀਂ ਸੀਗੇ। ਅਤੇ ਗੰਨੇ ਚੁੱਪਣੇ ਤਾਂ ਚੁੱਪੀ ਜਾਣੇ, ਜੇ ਅੰਬ ਚੁੱਪ ਰਿਹਾ ਤਾਂ ਅੰਬ ਚੁੱਪੀ। ਤਾਂ ਇਹ ਸਾਰਾ ਜਿਹੜਾ ਭੋਜਨ ਸੀਗਾ ਬਿਲਕੁਲ ਐਨ ਕੁਦਰਤੀ ਸੀਗਾ। ਕੈਮੀਕਲ ਦੀ ਲੋੜ ਕਿਉਂ ਪਈ? ਕੈਮੀਕਲ ਦੀ ਲੋੜ ਤਾਂ ਸਾਨੂੰ ਨਹੀਂ ਸੀ, ਖੇਤੀ ਨੂੰ ਨਹੀਂ ਸੀ। ਉਹ ਤਾਂ ਹੁਣ ਆ ਕੇ ਸਮਝ ਆ ਰਹੀ ਨੇ ਸਾਨੂੰ, ਜਦੋਂ ਸਾਰਾ ਕੁਛ ਹੋ ਗਿਆ, ਜਦੋਂ ਸਾਰੀ ਤਬਾਹੀ ਹੋ ਚੁੱਕੀ ਹੈ। ਤਾਂ ਹੁਣ ਜਦੋਂ ਅਸੀਂ ਪਿਛੋਕੜ 'ਚ ਦੇਖਦੇ ਹਾਂ ਤਾਂ ਜੇ ਫਿਰ ਨਵਾਂ ਜਦੋਂ ਅਗਲੇ ਨੇ ਫਿਰ ਸਿੱਧ ਕਰਤਾ ਵੀ ਇਹ ਤਾਂ ਸਾਰਾ ਕੁਝ ਫਰਾਡ ਹੋਇਆ। ਮਤਲਬ ਜਿਨ੍ਹਾਂ ਨੇ ਵੇਚਣਾ ਸੀ, ਆਪਣਾ ਸਮਾਨ ਵੇਚਣਾ ਸੀਗਾ, ਉਹਨਾਂ ਨੇ ਆਪਣਾ ਸਮਾਨ ਵੇਚਣ ਲਈ ਇਹ ਸਾਨੂੰ ਜਚਾਤਾ ਕਿ ਤੁਹਾਡੇ ਫਾਇਦੇ 'ਚ ਹੈ। ਉਹ ਝੂਠ ਬੋਲਿਆ ਗਿਆ, ਉਹ ਝੂਠ ਐਡਾ ਵੱਡਾ ਪਹਾੜ ਕਰਕੇ ਬੋਲਿਆ ਗਿਆ ਕਿ ਉਹ ਝੂਠ ਜਿਹੜਾ ਸੀਗਾ ਅਸੀਂ ਸੱਚ ਮੰਨ ਲਿਆ। ਭੋਲੇ ਭਾਲੇ ਸੀ ਕਿਉਂਕਿ ਜਿਹੜੇ ਪਿੰਡਾਂ ਦੇ ਲੋਕ ਹੁੰਦੇ ਆ, ਪੈਜੈਂਟਰੀ ਕਿਸਾਨੀ ਬੈਕਗਰਾਊਂਡ ਹੁੰਦੇ, ਬਹੁਤ ਭੋਲੇ ਹੁੰਦੇ ਆ ਕਿਉਂਕਿ ਕੁਦਰਤ ਨਾਲ ਰਚੇ ਮਿਚੇ ਹੁੰਦੇ ਆ। ਉਹਨਾਂ ਨੂੰ ਲੱਗਦਾ ਮੇਰੇ ਵਰਗੇ ਹੀ ਆ ਸਾਰੇ, ਕਿਉਂਕਿ ਜਿਹੜਾ ਬੰਦਾ ਜਿੱਦਾਂ ਦੇ ਮਾਹੌਲ 'ਚ ਰਹਿੰਦਾ ਉਹਨੂੰ ਬਾਕੀ ਸਾਰੇ ਵੀ ਉਹੋ ਜਿਹੇ ਲੱਗਦੇ ਆ। ਉਹ ਭੋਲੇ ਭਾਲੇ ਸੀਗੇ। ਉਹਨਾਂ ਨੇ ਮਤਲਬ ਜਿਹੜੀ ਇੱਕ ਵਾਰੀ ਦਿਖਾਤਾ ਵੀ ਫਸਲ ਤਾਂ ਇਹਦੇ ਨਾਲ ਬਹੁਤ ਤੇਜ਼ੀ ਨਾਲ ਵੱਧਦੀ ਹੈ, ਝਾੜ ਇੱਕਦਮ ਵੱਧਦਾ ਹੈ। ਉਹ ਜਿਹੜੇ ਬਾਕੀ ਉਹਦੇ ਪੱਖ ਸੀਗੇ ਕਿ ਅਲਟੀਮੇਟਲੀ ਕੀ ਕਰੇ, ਹਾਲਾਂਕਿ ਬਜ਼ੁਰਗ ਉਦੋਂ ਵੀ ਵਾਰਨ ਕਰਦੇ ਸੀਗੇ। ਅਤੇ ਜੇਕਰ ਫਸਲ ਘੱਟ ਹੋਊਗੀ ਦੁਨੀਆ 'ਚ ਫਿਰ ਅੰਨ ਪੂਰਾ ਹੋ ਜਾਊਗਾ ਕੈਮੀਕਲ ਤੋਂ ਬਗੈਰ? ਉਹ ਵਿਸ਼ਾ ਆਪਣੇ ਆਪ 'ਚ ਬਹੁਤ ਵੱਡਾ ਵਿਸ਼ਾ ਹੈ ਵੈਸੇ ਤਾਂ ਉਹ, ਕਿਉਂਕਿ ਅੱਜ ਤੋਂ ਪ੍ਰੂਵ ਹੋ ਚੁੱਕਿਆ ਕਿ ਜਿਹੜਾ ਪਾਪੂਲੇਸ਼ਨ ਰਾਈਜ਼ ਵਾਲਾ ਸਾਰਾ ਦਾ ਸਾਰਾ ਉਹ 'ਚ ਬਹੁਤ ਵੱਡਾ ਝੂਠ ਹੈ। ਅਤੇ ਉਹਨੂੰ ਮੇਰੇ ਖਿਆਲ 'ਚ ਆਪਾਂ ਸਿਹਤ ਵਾਲੇ ਮੁੱਦੇ ਨਾਲ ਥੋੜ੍ਹਾ ਜਿਹਾ ਨਿਖੇੜ ਕੇ ਕਰ ਲਈਏ ਕਿਉਂਕਿ ਉਹਦੇ 'ਚ ਤਾਂ ਤੁਹਾਨੂੰ ਫੈਕਟਸ ਐਂਡ ਫਿਗਰ ਦੇ ਸਕਦੇ ਹਾਂ ਦੱਸਦਾ ਮੈਂ ਕਿ ਪਾਪੂਲੇਸ਼ਨ ਜਿਹੜੀ ਵਧਣ ਦਾ ਜਿਹੜਾ ਫੰਡਾ ਸਾਰਾ ਥੀਸਿਸ ਹੀ ਸਾਰਾ ਬੋਗਸ ਹੈ। ਠੀਕ ਹੈ, ਕੋਈ ਪਾਪੂਲੇਸ਼ਨ ਨਹੀਂ ਵੱਧ ਰਹੀ ਦੁਨੀਆ ਦੀ, ਐਸੀ ਕੋਈ ਵੱਧ ਨਹੀਂ ਰਹੀ ਜਿਹੜੀ ਕਿ ਕੋਈ ਖਤਰਨਾਕ ਹੋਵੇ। ਅੱਜ ਵੀ ਵਿਗਿਆਨੀ ਕਹਿ ਰਹੇ ਕਿ ਅੱਜ ਨਾਲੋਂ 10 ਗੁਣਾ ਆਬਾਦੀ ਨੂੰ ਵੀ ਇਹ ਧਰਤੀ ਪਾਲ ਸਕਦੀ ਹੈ, 10 ਗੁਣਾ ਨੂੰ ਵੀ। ਠੀਕ ਹੈ, ਇੱਕ ਗੱਲ ਕਿ ਧਰਤੀ ਕੋਲੇ ਕੋਈ ਘਾਟ ਨਹੀਂ ਹੈ, ਕੁਦਰਤ ਕੋਲੇ ਕੋਈ ਘਾਟ ਨਹੀਂ ਹੈ। ਜੇ ਅਸੀਂ ਠੀਕ ਭੋਜਨ ਖਾਈਏ ਤਾਂ ਅੱਜ ਤੋਂ ਇਸ ਨਾਲ 10 ਗੁਣਾ ਵੀ ਅਗਰ ਆਬਾਦੀ ਹੋ ਜਾਵੇ, ਕਿਉਂਕਿ ਹਰ ਇਨਸਾਨ ਜਿਹੜਾ ਹੁੰਦਾ 2 ਹੱਥ ਲੈ ਕੇ ਜੰਮਦਾ, ਉਹ ਇਕੱਲਾ ਮੂੰਹ ਨਹੀਂ ਲੈ ਕੇ ਜੰਮਦਾ, ਉਹਦੇ 2 ਹੱਥ ਨੇ, ਉਲਟਾ ਕਰਦਾ ਉਹ, ਜਿੰਨਾ ਉਹਨੂੰ ਆਪ ਚਾਹੀਦਾ ਹੁੰਦਾ ਉਸ ਤੋਂ ਚੌਗੁਣਾ ਪੈਦਾ ਕਰਦਾ। ਅਤੇ ਇਸ ਕਰਕੇ ਇੱਕ ਇਨਸਾਨ ਜਿਹੜਾ ਹੈ ਉਹ ਪਰਮਾਤਮਾ ਦੀ ਉਹ ਕ੍ਰੀਏਸ਼ਨ ਹੈ, ਉਹ ਪੈਦਾਇਸ਼ ਹੈ ਜਿਹੜੀ ਕਿ
ਮਤਲਬ ਲਗਭਗ ਪ੍ਰਮਾਤਮਾ ਵਰਗੀ ਹੈ, ਜਿਹਨੇ ਕਿ ਬਾਕੀਆਂ ਨੂੰ ਪਾਲਣਾ ਹੁੰਦਾ। ਸੋ ਬੰਦਾ ਤਾਂ ਬਾਕੀ ਕੁਦਰਤ ਦੇ ਜੀਵ ਜੰਤੂਆਂ ਨੂੰ ਵੀ ਪਾਲਦਾ, ਇਸ ਕਰਕੇ ਬੰਦਾ ਕਦੀ ਧਰਤੀ ਦੇ ਵਜਨ ਨਹੀਂ ਹੋ ਸਕਦਾ। ਕੌਣ ਝੂਠ ਬੋਲੀ ਜਾਂਦਾ ਸਾਰੇ ਤੇ ਕੌਣ ਇਹ ਜਿਹੜੇ ਜਿਹੜਾ ਅੰਗਰੇਜ਼ ਸਾਮਰਾਜ ਸੀਗਾ ਉੱਥੋਂ ਜੇ ਲੈ ਲਈਏ ਆਪਾਂ, ਤਾਂ ਅੰਗਰੇਜ਼ ਸਾਮਰਾਜ ਤੋਂ ਸ਼ੁਰੂ ਹੋ ਗਿਆ ਸੀ ਕੰਮ ਇਹ। ਅਤੇ ਜਦੋਂ ਆਜ਼ਾਦੀ ਆਈ ਸਾਡੀ, ਤਾਂ ਆਜ਼ਾਦੀ ਇੱਕ ਇਹੋ ਜਿਹੀ ਆਜ਼ਾਦੀ ਆਈ ਜਿਹਦੇ 'ਚ ਕਿ ਇੱਕ ਨਵੀਂ ਕਿਸਮ ਦਾ ਉਹ ਅੰਗਰੇਜ਼ਾਂ ਦੇ ਉਹਨਾਂ ਨੇ ਇੱਕ ਸਮਝੌਤਾ ਕਰ ਲਿਆ, ਇੱਕ ਸਮਝੌਤਾ ਸੀਗਾ ਆਜ਼ਾਦੀ। ਅਤੇ ਜੋ ਸਾਡੇ ਇੱਥੋਂ ਦੇ ਜਿਹੜੇ ਸੀਗੇ ਆਪਣੇ ਵਰਗੇ ਉਹਨਾਂ ਨੇ ਨਾਅਰੇ ਲਾ ਲਏ ਅਤੇ ਉਹਨੂੰ ਆਜ਼ਾਦੀ ਕਹਿ ਦਿੱਤਾ। ਲੱਖਾਂ ਲੋਕ ਜਿਹੜੇ ਸੀ ਪੰਜਾਬ 'ਚ ਲਾਸ਼ਾਂ ਵਿਛੀਆਂ ਪਈਆਂ ਸੀ ਅਤੇ ਆਜ਼ਾਦੀ ਦਾ ਜਸ਼ਨ ਮਨਾਏ ਜਾ ਰਹੇ ਸੀਗੇ। ਉਹਦਾ ਸਾਡਾ ਰਿਕਾਰਡ ਹੈ ਸਾਡਾ। ਅਤੇ ਜੋ ਸਾਡੇ ਨਾਲ ਹੋਇਆ ਖਾਸ ਕਰਕੇ ਪੰਜਾਬੀਆਂ ਨਾਲ, ਉਹ ਤਾਂ ਅਸੀਂ ਭੁੱਲ ਨਹੀਂ ਸਕਦੇ ਅੱਜ ਵੀ, 47 ਨਹੀਂ ਭੁੱਲ ਸਕਦੇ। ਅਤੇ 47 'ਚ ਕਿੱਡਾ ਵੱਡਾ ਧੋਖਾ ਹੋਇਆ ਕਿ ਸਾਨੂੰ ਇੱਕ ਹਿੰਦੂ ਮੁਸਲਿਮ ਦੇ ਨਾਂ 'ਤੇ, ਸਿੱਖ ਮੁਸਲਿਮ ਦੇ ਨਾਂ 'ਤੇ ਲੜਾਤਾ ਗਿਆ, ਅਤੇ ਲੜਾ ਕੇ ਸਾਨੂੰ ਲਾਸ਼ਾਂ ਦੇ ਢੇਰ ਵਿਛਾਤੇ ਗਏ ਔਰ ਕਰੋੜਾਂ ਪਰਿਵਾਰ ਜਿਹੜੇ ਇੱਧਰੋਂ ਉੱਧਰ ਗਏ ਅਤੇ ਉੱਧਰੋਂ ਇੱਧਰ ਆਏ, ਅਤੇ ਫਿਰ ਸਾਡੇ ਪੱਲੇ ਕੀ ਪਿਆ। ਤਾਂ ਉਹ ਜਿਹੜਾ ਸਾਰਾ ਧੋਖਾ ਹੈ ਉਹ ਅੰਗਰੇਜ਼ਾਂ ਤੋਂ ਸ਼ੁਰੂ ਹੋਇਆ, ਅਤੇ ਉਹ ਧੋਖਾ ਅਜੇ ਤੱਕ ਚੱਲੀ ਜਾ ਰਿਹਾ ਉੱਦਾਂ ਦੀ ਉੱਦਾਂ। ਹੁਣ ਆ ਕੇ ਇੱਕ ਨਵੀਂ ਫੇਜ਼ ਸ਼ੁਰੂ ਹੋ ਗਈ ਹੈ 90 ਤੋਂ ਬਾਅਦ, ਕਿ ਹੁਣ ਦੁਨੀਆ ਦੇ ਵਿੱਚੋਂ ਇਕੱਠੇ ਹੋ ਗਏ ਆ ਅਤੇ ਅੱਜ ਪੂਰੀ ਦੁਨੀਆ ਨੂੰ ਆਪਣੀ ਮਲਕੀਅਤ ਸਮਝਦੇ ਆ। ਆ ਜਿਹੜਾ ਹੁਣ ਵਰਤਾਰਾ ਹੋਇਆ ਮਹਾਂਮਾਰੀ ਦਾ, ਇਹਨੇ ਸਿੱਧ ਕਰਤਾ ਕਿ ਮਹਾਂਮਾਰੀ ਦੇ ਵਰਤਾਰੇ ਦੇ ਪਿੱਛੇ ਕਿਵੇਂ ਇਕੱਠੇ ਹੋ ਕੇ ਉਹ ਇੱਕ ਖਾਸ ਕਿਸਮ ਦੀ ਜਿਹੜੀ ਆ ਉਹ ਨਿਜ਼ਾਮ ਦੇਣਾ ਚਾਹੁੰਦੇ ਆ, ਜਿਹਦੇ 'ਚ ਉਹ 1% ਕਹਿੰਦੇ ਵੀ ਸਾਰੀ ਦੁਨੀਆ ਸਾਡੀ ਆ, ਪੱਤਾ ਸਾਡਾ, ਸਾਡੀ ਮਰਜ਼ੀ ਤੋਂ ਬਿਨਾਂ ਨਹੀਂ ਹਵਾ ਝੁੱਲ ਸਕਦੀ, ਨਹੀਂ ਪਾਣੀ ਵਗ ਸਕਦਾ, ਨਹੀਂ ਖੇਤੀ ਹੋ ਸਕਦੀ, ਕੁਛ ਨਹੀਂ ਹੋ ਸਕਦਾ, ਸਾਡੀ ਮਰਜ਼ੀ ਨਾਲ ਹੋਵੇਗਾ। ਤਾਂ ਇੱਕ ਉਹ ਨਿਜ਼ਾਮ ਹੈ ਜਿਹਨੂੰ ਆਪਾਂ ਜੇ ਇੱਕ ਲਾਈਨ 'ਚ ਕਹਿਣਾ ਹੋਵੇ ਤਾਂ ਟੌਪ 1% ਜਿਹੜੇ ਸੁਪਰ ਰਿਚ ਨੇ, ਦੁਨੀਆ ਦੇ ਸੁਪਰ ਰਿਚ ਜਿਹੜਾ 1% ਨੇ, ਉਹ ਇਸ ਵੇਲੇ ਆਪਣੇ ਆਪ ਨੂੰ ਮਾਲਕ ਸਮਝਦੇ ਆ ਔਰ ਦੁਨੀਆ ਦੇ ਦਾਦੇ ਨੇ, ਉਹ ਬਹੁਤ ਬੜੇ ਦਾਦੇ ਨੇ ਔਰ ਉਹ ਕ੍ਰਾਈਮ ਕਰ ਰਹੇ ਹੈ, ਬਹੁਤ ਬੜੇ ਮਨੁੱਖਤਾ ਦੇ ਖਿਲਾਫ, ਨੇਚਰ ਦੇ ਖਿਲਾਫ ਕ੍ਰਾਈਮ ਕਰਕੇ ਵੀ ਉਹ ਆਪਣੇ ਜਿਹੜੇ ਅੰਪਾਇਰ ਨੇ ਉਹਨੂੰ ਵੱਡੇ ਤੋਂ ਵੱਡਾ ਹੋਰ ਵੱਡਾ ਕਰਨਾ ਚਾਹੁੰਦੇ ਆ। ਉਹ ਅੱਜ ਵੀ ਉੱਦਾਂ ਹੀ ਐਕਟਿਵ ਨੇ ਔਰ ਸਾਡੀ ਬਦਕਿਸਮਤੀ ਹੈ ਹਿੰਦੁਸਤਾਨ ਦੀ ਕਿ ਅਸੀਂ ਉਹਦੇ ਇੱਕ ਬਹੁਤ ਭੈੜੀ ਕਿਸਮ ਦੇ ਸ਼ਿਕਾਰ ਬਣ ਗਏ ਹਾਂ, ਕਿਉਂਕਿ ਸਾਡੀਆਂ ਸਰਕਾਰਾਂ ਜਿਹੜੀਆਂ ਨੇ ਉਹ ਉਹਨਾਂ ਦਾ ਕਿਰਦਾਰ ਜਿਹੜਾ ਉਹ ਸਮਝੌਤਾ ਕਰੂਗਾ, ਉਹ ਸਟੈਂਡ ਨਹੀਂ ਲੈਂਦੇ ਕੋਈ ਵੀ। ਖੇਤਾਂ ਤੋਂ ਬਾਅਦ ਜਰਨੀ ਜਦੋਂ ਸ਼ੁਰੂ ਹੋ ਜਾਂਦੀ ਆ, ਆਪਣੀ ਰਸੋਈ ਤੱਕ ਪਹੁੰਚਦੀ ਆ, ਉੱਥੇ ਗੜਬੜੀ ਹੁੰਦੀ ਆ ਕਿ ਰਸੋਈ 'ਚ ਆ ਕੇ ਵੀ ਫਿਰ ਨਹੀਂ ਸਾਰੇ ਪੱਧਰ 'ਤੇ ਗੜਬੜੀ ਹੈ, ਸਾਰੇ ਪੱਧਰ ਦੀ ਗੜਬੜੀ। ਖੇਤੀ ਦੀ ਗੜਬੜੀ ਤਾਂ ਬਹੁਤ ਵੱਡੀ ਗੜਬੜੀ ਆ। ਦੇਖੋ ਖੇਤੀ ਦੇ ਅੰਦਰ ਤੁਸੀਂ ਜਦੋਂ ਕੈਮੀਕਲ ਲੈ ਆਉਣੇ ਹੋ ਤਾਂ ਉਹ ਕੈਮੀਕਲ ਤਾਂ ਤਬਾਹੀ ਹੈ, ਨਿਰੀ ਤਬਾਹੀ ਹੈ, ਸ਼ੁੱਧ ਤਬਾਹੀ ਹੈ। ਪਹਿਲਾਂ ਤੁਸੀਂ ਖਾਦਾਂ ਪਾਉਂਦੇ ਹੋ, ਉਹ ਜ਼ਹਿਰੀਲੀਆਂ ਨੇ, ਫਿਰ ਤੁਸੀਂ ਕੀਟਨਾਸ਼ਕ ਪਾਉਣੇ ਹੋ, ਉਹ ਅੱਤ ਦੇ ਜ਼ਹਿਰੀਲੇ ਨੇ, ਫਿਰ ਤੁਸੀਂ ਨਦੀਨਨਾਸ਼ਕ ਪਾਉਣੇ ਹੋ, ਉਹ ਅੱਤ ਦੇ ਜ਼ਹਿਰੀਲੇ ਨੇ, ਫਿਰ ਤੁਸੀਂ ਜਾ ਕੇ ਸਟੋਰਾਂ 'ਚ ਕਰਦੇ ਹੋ ਜਿਹੜੀ ਜੋ ਦਵਾਈਆਂ ਪਾਉਂਦੇ ਹੋ ਉਹ ਅੱਤ ਦੀਆਂ ਜ਼ਹਿਰੀਲੀਆਂ ਨੇ, ਫਿਰ ਗਾਂ ਤੁਸੀਂ ਉਹਨੂੰ ਫੂਡ ਨੂੰ ਪ੍ਰੋਸੈਸ ਕਰਦੇ ਹੋ, ਉਹ ਫਿਰ ਜ਼ਹਿਰ ਪਾ ਦਿੰਦੇ ਹੋ। ਸਾਡੇ ਕੋਲ ਪਹੁੰਚਦਾ ਤਾਂ 5-6 ਲੈਵਲ ਦਾ ਜ਼ਹਿਰ ਉਹ 'ਚ ਇਕੱਠਾ ਹੋ ਜਾਂਦਾ, ਅਤੇ ਜ਼ਹਿਰ ਹੀ ਜ਼ਹਿਰ ਹੁੰਦਾ, ਅਤੇ ਉਹਨੇ ਬਿਮਾਰੀ ਕਰਨਾ, ਫਿਰ ਉਹ ਕਿਵੇਂ ਤੰਦਰੁਸਤ। ਇਸ ਦੇ ਜਵਾਬ ਵਿੱਚ ਜਦੋਂ ਗੱਲ ਆਉਂਦੀ ਆ ਆਰਗੈਨਿਕ ਖੇਤੀ ਦੀ, ਬਹੁਤ ਲੋਕ ਪੈਦਾ ਕਰਨ ਦੀ ਕੋਸ਼ਿਸ਼ ਕਰਦੇ, ਉਹ ਕਹਿੰਦੇ ਕਦੇ ਸੁੰਡੀ ਪੈ ਜਾਂਦੀ ਆ, ਕਦੇ ਚੀਜ਼ ਹੁੰਦੀ ਨਹੀਂ, ਫਲ ਨਹੀਂ ਲੱਗਦਾ। ਇਹ ਕੈਮੀਕਲ ਕਰਕੇ ਹੋਇਆ ਜਾਂ ਕਿੱਦਾਂ ਨੂੰ ਵੇਖਦੇ ਹੋ? ਫਿਰ ਇਹ ਹੁੰਦੀ ਕਿਉਂ ਨਹੀਂ ਇਹ ਚੀਜ਼? ਉਹਦੇ ਕੈਮੀਕਲ ਕਰਕੇ ਵੀ ਹੋਇਆ, ਕੁਛ ਤਾਂ ਕੈਮੀਕਲ ਕਰਕੇ ਹੋਇਆ, ਕੁਛ ਸਾਡੇ ਦਿਮਾਗਾਂ 'ਚ ਪਾਤਾ ਗਿਆ। ਕੈਮੀਕਲ ਕਿਤੇ ਹੋਇਆ ਹੀ ਆ, ਧਰਤੀ ਕਮਜ਼ੋਰ ਹੋ ਗਈ ਬਹੁਤ ਜ਼ਿਆਦਾ। ਜਿਵੇਂ ਫੀਮ 'ਚ ਹੀ ਬੰਦੇ ਨੂੰ ਤੁਸੀਂ ਫੀਮ ਲਾ ਦਿਓ, ਉਹਨੂੰ 5-7 ਸਾਲ ਫੀਮ ਖਵਾ ਕੇ ਫਿਰ ਉਹਨੂੰ ਕਹੋ ਤੂੰ ਫੀਮ ਛੱਡ ਦੇ, ਛੱਡ ਲੂਗਾ ਉਹ ਤਾਂ ਕਹੂਗਾ ਨਾ ਜੀ ਫੀਮ ਤੋਂ ਬਿਨਾਂ ਤਾਂ ਜਿਉ ਨਹੀਂ ਸਕਦਾ ਬੰਦਾ, ਕਿਵੇਂ ਜਿਊਂਗਾ ਕਹੂਗਾ ਨਾ। ਅੱਜ ਅਸੀਂ ਧਰਤੀ ਕੀਟਨਾਸ਼ਕਾਂ 'ਤੇ ਲਾਤੀ, ਖਾਦਾਂ 'ਤੇ ਲਾਤੀ, ਨਦੀਨਨਾਸ਼ਕਾਂ 'ਤੇ ਲਾਤੀ, ਅਤੇ ਹੁਣ ਅਸੀਂ ਕਹੀਏ ਵੀ ਧਰਤੀ ਤਾਂ ਸਾਨੂੰ ਪੈਦਾ ਨਹੀਂ ਕਰਕੇ ਦਿੰਦੀ ਜੀ, ਫਿਰ ਇਹ ਧਰਤੀ ਦਾ ਤਾਂ ਕੋਈ ਕਸੂਰ ਨਹੀਂ ਹੈ। ਹੁਣ ਉਹ ਧਰਤੀ ਨੂੰ ਰੀਜਨਰੇਟ ਕਰਨਾ ਪਏਗਾ, ਲੇਕਿਨ ਸਾਡੀ ਖੁਸ਼ਕਿਸਮਤੀ ਹੈ ਕਿ ਅੱਜ ਵੀ ਧਰਤੀ 3 ਸਾਲ 'ਚ ਰੀਜਨਰੇਟ ਹੋ ਜਾਂਦੀ ਹੈ। ਪਰਮਾਤਮਾ ਦੀ ਦੇਖੋ ਕਿਰਪਾ, ਦੇਖੋ ਨੇਚਰ ਦੀ ਪਾਵਰ ਦੇਖੋ। 3 ਸਾਲ ਸਿਰਫ ਤੁਸੀਂ 3 ਸਾਲ ਉਹ ਜ਼ਹਿਰ ਪਾਉਣੇ ਬੰਦ ਕਰ ਦਿਓ ਤਾਂ 3 ਸਾਲ ਦੇ ਅੰਦਰ ਰੀਜਨਰੇਸ਼ਨ ਲਗਭਗ 80%, 70-80% ਹੋ ਜਾਂਦੀ ਹੈ, ਬਾਕੀ 20% ਅੱਗੇ ਚੱਲਦੀ ਰਹਿੰਦੀ ਹੈ। ਤਾਂ ਉਹ ਸਿੱਧ ਹੋ ਗਿਆ ਕਿ ਜਿਹੜਾ ਹੈ ਪੋਸੀਬਲ ਹੈ ਸਾਰਾ ਕੁਝ ਕਰਨਾ। ਕੋਈ ਕੀਟ ਨੂੰ ਨਾ ਕਿਸੇ ਖਾਦ ਦੀ ਲੋੜ ਹੈ, ਨਾ ਕਿਸੇ ਕੀਟਨਾਸ਼ਕ ਦੀ ਲੋੜ ਹੈ, ਨਾ ਕਿਸੇ ਹੈਰਬੀਸਾਈਡ ਦੀ ਲੋੜ ਹੈ। ਉਹਦੇ ਤੋਂ ਬਿਨਾਂ ਖੇਤੀ ਫਸਟ ਕਲਾਸ ਹੁੰਦੀ ਹੈ। ਪੂਰੇ ਦੁਨੀਆ ਦੇ ਅੰਦਰ ਵਿਗਿਆਨੀਆਂ ਨੇ ਵੀ ਸੈੱਟ ਕਰਤਾ, ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਨੇ ਖੁਦ ਕਹਿਤਾ ਕਿ ਆਰਗੈਨਿਕ ਨਾਲ ਪੂਰੀ ਦੁਨੀਆ ਨੂੰ ਖਵਾਇਆ ਜਾ ਸਕਦਾ, ਕੋਈ ਪ੍ਰੋਬਲਮ ਨਹੀਂ ਹੈ। ਔਰ ਸਾਡੇ ਕਿਸਾਨਾਂ ਨੇ ਸਿੱਧ ਕਰਤਾ 1 ਏਕੜ ਤੋਂ ਲੈ ਕੇ 150 ਏਕੜ ਤੱਕ ਦੇ ਜਿਹੜੇ ਫਾਰਮਾਂ ਦੇ ਉੱਪਰ ਕਿ ਇਹਨਾਂ ਤੋਂ ਬਿਨਾਂ ਖੇਤੀ ਬਹੁਤ ਸੋਹਣੀ ਹੁੰਦੀ ਹੈ, ਕੋਈ ਦਿੱਕਤ ਨਹੀਂ ਹੈ। ਇਹ ਜਿਹੜਾ ਜ਼ਿਆਦਾ ਜ਼ਹਿਰ ਹੈ ਪੰਜਾਬ ਵਿੱਚ ਹੀ ਪੈਂਦਾ ਜਾਂ ਐਵਰੇਜ ਪੂਰੀ ਦੁਨੀਆ 'ਚ ਹੀ ਪਈ ਜਾਂਦਾ ਜ਼ਿਆਦਾ? ਦੇਖੋ ਪੰਜਾਬ ਇਸ ਵੇਲੇ 2-3 ਕਿਸਮ ਦੀ ਇੱਕ ਤਾਂ ਇਤਿਹਾਸਕ ਤੌਰ 'ਤੇ ਪੰਜਾਬ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਸ਼ੁਰੂ ਹੋਇਆ। ਠੀਕ ਹੈ। ਤਾਂ ਉਹ ਗ੍ਰੀਨ ਰੈਵੋਲੂਸ਼ਨ ਸ਼ੁਰੂ ਹੋਇਆ ਜਦੋਂ, ਤਾਂ ਉਹ ਕੁਦਰਤੀ ਗੱਲ ਹੈ, ਇੱਥੇ ਪ੍ਰਕੋਪ ਜ਼ਿਆਦਾ ਹੈ। ਠੀਕ ਹੈ। ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਇਕੱਲਾ ਪੰਜਾਬ ਹੈ, ਕਿਉਂਕਿ ਪੰਜਾਬ ਦੇ ਵਰਗੇ ਸਟੇਟਾਂ ਹੋਰ ਵੀ ਹੈਗੀਆਂ ਨੇ, ਹਰਿਆਣਾ ਵੀ ਉਹਦੇ ਨਾਲ ਹੀ ਆ, ਹਿਮਾਚਲ ਦਾ ਬਹੁਤ ਹਿੱਸਾ ਉਹਦੇ ਨਾਲ ਰਲ ਗਿਆ, ਹੁਣ ਰਾਜਸਥਾਨ ਦਾ ਬਹੁਤ ਸਾਰਾ ਹਿੱਸਾ ਰਲ ਗਿਆ। ਇਹ ਬਾਅਦ ਵਿੱਚ ਰਲੇ ਆ ਗਏ? ਹਾਂ, ਬਾਅਦ ਜਿਵੇਂ ਉਹ ਜਿਹੜੀ ਇੰਡਸਟਰੀ ਨੂੰ ਆਪਣਾ ਮਾਰਕੀਟ ਚਾਹੀਦੀ ਸੀਗੀ, ਜਿਵੇਂ ਉਹ ਕਰੀ ਗਏ ਐਕਸਪੈਂਡ ਅੱਗੇ,
70ਵੇਂ ਤੋਂ ਸ਼ੁਰੂ ਕਰਕੇ ਇਹ ਲੇਟ 60 ਸ਼ੁਰੂ ਹੋ ਗਿਆ ਸੀ ਕੰਮ, ਇਹ 67 ਤੋਂ ਸ਼ੁਰੂ ਹੋਇਆ ਸੀ ਕੰਮ। ਤੇ ਉਸ ਤੋਂ ਬਾਅਦ ਫਿਰ ਮਹਾਰਾਸ਼ਟਰ ਦਾ ਕਾਫੀ ਹਿੱਸਾ ਆ ਗਿਆ। ਹੁਣ ਉਹਦੇ ਕੀਟਨਾਸ਼ਕਾਂ ਦੀ ਮਾਰ ਹੁਣ ਤਾਂ ਬਾਕੀ ਸਟੇਟਾਂ ਵੀ ਤੇ ਹਰੀ ਕ੍ਰਾਂਤੀ ਤੋਂ ਪਹਿਲਾਂ, ਹਰੇ ਇਨਕਲਾਬ ਤੋਂ ਪਹਿਲਾਂ ਫਿਰ ਲੋਕਾਂ ਦਾ ਜਿਹੜਾ ਫਸਲ ਹੀ ਮੇਨ ਕੀ ਸੀ 66 ਤੋਂ ਪਹਿਲਾਂ ਦੀ ਵੇਖੀ? ਬਹੁਤ ਵੱਡੀਆਂ ਸਾਰੀਆਂ ਫਸਲਾਂ ਹੁੰਦੀਆਂ ਸੀ ਉੱਥੇ, ਸਾਰੀਆਂ ਫਸਲਾਂ ਹੁੰਦੀਆਂ ਸੀ ਜਿਵੇਂ ਕਿ A to Z, ਸਾਰੇ ਮਿਲਟਸ ਹੁੰਦੇ ਸੀ, ਸਾਰੀਆਂ ਦਾਲਾਂ ਹੁੰਦੀਆਂ ਸੀ, ਸਾਰੇ ਆਇਲ ਸੀਡਸ ਹੁੰਦੇ ਸੀਗੇ, ਸਬਜ਼ੀਆਂ ਸਾਰੀਆਂ ਹੁੰਦੀਆਂ ਸੀਗੀਆਂ। ਰੋਜ਼ ਦਾ ਖਾਣ ਪਾਣ ਪੰਜਾਬ ਦਾ ਕੀ ਸੀ? ਉਹਦਾ ਰਸੋਈ ਦੇ ਵਿੱਚ ਬਹੁਤ ਵੈਰਾਈਟੀ ਹੁੰਦੀ ਸੀ। ਜਿਵੇਂ ਕਿ ਮਤਲਬ ਕੋਈ ਕਿਹੜੀ ਸਬਜ਼ੀ ਰੋਜ਼ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਮ ਘਰਾਂ 'ਚ, ਪੰਜਾਬ ਦੇ ਆਮ ਘਰਾਂ 'ਚ ਕੀ ਬਣਦਾ ਹੈ? ਦੇਖੋ ਦੁੱਧ ਦਹੀਂ ਦੀ ਕੋਈ ਘਾਟ ਨਹੀਂ ਸੀ। ਮੈਂ ਤਾਂ ਆਪਣੇ ਪੀਪਿਆਂ 'ਚ ਘਿਓ ਹੁੰਦਾ ਸੀਗਾ। ਠੀਕ ਹੈ। ਦਹੀਂ ਦੀ ਲੱਸੀ ਦੀ ਕੋਈ ਘਾਟ ਨਹੀਂ ਸੀ। ਪਿੰਡ 'ਚ ਗਰੀਬ ਤੋਂ ਗਰੀਬ ਬੰਦੇ ਨੂੰ ਲੱਸੀ ਮਿਲ ਜਾਂਦੀ ਸੀ। ਠੀਕ ਹੈ। ਦਹੀਂ ਲੱਸੀ ਖੁੱਲੀ ਸੀਗੀ, ਦੁੱਧ ਖੁੱਲਾ ਸੀਗਾ। ਡੰਗਰ ਕੁਦਰਤੀ ਖਾਂਦੇ ਸੀ, ਬਾਹਰ ਚਰਦੇ ਸੀਗੇ, ਖੇਤਾਂ 'ਚ ਜਾਂਦੇ ਸੀਗੇ, ਕਿਉਂਕਿ ਉਹ ਜਦੋਂ ਖੁੱਲਾ ਸੀ, ਜ਼ਮੀਨਾਂ ਖੁੱਲੀਆਂ ਸੀਗੀਆਂ ਤਾਂ ਉਹਦੇ 'ਚ ਦੁੱਧ ਦਾ ਜਿਹੜਾ ਗੁਣ ਸੀ ਦੁੱਧ ਦੇ ਅੰਦਰ, ਉਹ ਸਾਰੇ ਉਹ ਜੋ ਜੜੀ ਬੂਟੀਆਂ ਖਾਣੀਆਂ ਸੀ ਉਹਨਾਂ ਨੇ ਸਾਰੇ ਗੁਣ ਉਹ ਹੁੰਦੇ ਸੀ। ਅੱਜ ਦਾ ਦੁੱਧ ਤੇ ਉਹ ਦੁੱਧ ਤਾਂ ਹੁਣ ਬਿਲਕੁਲ ਵੱਖਰਾ ਹੈ। ਅੱਜ ਦੁੱਧ ਦਾ ਜਿਹੜਾ ਜਿਹਨੂੰ ਤੁਸੀਂ ਉਹ ਪਾਉਂਦੇ ਹੋ, ਫੀਡ ਪਾਉਂਦੇ ਹੋ, ਜਿਹਨੂੰ ਮੱਕੀ ਪਾ ਰਹੇ ਹੋ ਜਾਂ ਸੋਇਆਬੀਨ ਦੇ ਦਾਣੇ ਪਾ ਰਹੇ ਹੋ ਜਾਂ ਹੋਰ ਪਾ ਰਹੇ ਹੋ, ਉਹ ਦੁੱਧ ਤੇ ਜਿਹੜੀ ਮੱਝ ਜਾਂ ਗਾਂ ਜਾਂ ਬੱਕਰੀ ਜੰਗਲ 'ਚ ਚੱਲ ਰਹੀ ਹੈ, ਬਾਹਰ ਚੱਲ ਰਹੀ ਹੈ ਸੜਕਾਂ ਕੰਢੇ ਜਾਂ ਉਹਦੇ 'ਚ, ਉਹ ਤਾਂ ਬਿਲਕੁਲ ਹੀ ਵੱਖਰਾ ਘਾਹ ਖਾ ਰਹੀ ਹੈ ਉਹ। ਤੇ ਰੋਜ਼ ਕਣਕ ਦੀ ਜਗ੍ਹਾ ਥਾਂ ਤੇ ਕੀ ਖਾਂਦੇ ਸੀ ਲੋਕ? ਕਣਕ ਦਾ ਸ਼ੁੱਧ ਖਾਂਦੇ ਹੀ ਬਹੁਤ ਘੱਟ ਸੀਗੇ। ਜਵਾਰ ਸੀਗੀ। ਕਣਕ ਕਿੰਨੀ ਕੀ ਮਾਤਰਾ ਦੀ? ਬੇਰੜਾ ਸੀਗਾ, ਬੇਰੜੇ ਦੇ ਵਿੱਚ ਜੌਂ ਹੁੰਦੇ ਸੀਗੇ, ਛੋਲੇ ਹੁੰਦੇ ਸੀਗੇ, ਉਦਾਂ ਹੀ ਬੀਜਦੇ ਹੁੰਦੇ ਸੀਗੇ, ਉਦਾਂ ਹੀ ਵੱਢ ਲੈਂਦੇ ਸੀ, ਉਦਾਂ ਹੀ ਉਹਨੂੰ ਖਾ ਲੈਂਦੇ ਸੀ। ਤੇ ਕਣਕ ਦੀ ਜਿਹੜੀ ਮਾਤਰਾ ਹੁਣ ਜਿੱਦਾਂ ਕਣਕ ਤੇ ਝੋਨਾ ਪੰਜਾਬ ਦਾ ਮੁੱਖ ਬਣ ਗਿਆ, ਕਣਕ ਵੀ ਨਾਲੇ ਇਹ ਜਿਹੜੀ ਅੱਜ ਕਣਕ ਹੈ ਤੇ ਉਹ ਕਣਕ ਹੈ ਬਿਲਕੁਲ ਉਹ ਨਾ ਸਮਝੀਏ ਆਪਾਂ, ਉਹ ਦੇਸੀ ਕਣਕ ਸੀਗੀ। ਉਹ ਦੇਸੀ ਕਣਕ ਬਿਲਕੁਲ ਵੱਖਰੀ ਸੀਗੀ, ਸਵਾਦ ਵੱਖਰਾ ਸੀ ਉਹਦਾ। ਹੁਣ ਤਾਂ ਸਾਇੰਟਿਸਟਾਂ ਨੇ ਸਿੱਧ ਕਰਤਾ ਕਿ ਈਵਨ ਜੈਨੇਟਿਕ ਸਟਰਕਚਰ ਉਹਦਾ ਵੱਖਰਾ ਸੀਗਾ। ਇਹ ਜੈਨੇਟਿਕਲੀ ਵੀ ਇਹ ਕਣਕ ਜਿਹੜੀ ਆ ਉਹ ਕਣਕ ਨਹੀਂ ਹੈਗੀ। ਤੋ ਇਸ ਕਣਕ ਨੂੰ ਆਪਾਂ ਉਹ ਕਣਕ ਨਾ ਸਮਝੀਏ। ਅੱਜ ਦਾ ਕਣਕ ਜਿੰਨੀਆਂ ਬਿਮਾਰੀਆਂ ਪੈਦਾ ਕਰ ਰਹੀ ਉਦੋਂ ਹੁਣ ਉਹ ਕਣਕ ਤਾਂ ਉਸ ਵੇਲੇ ਇਹੋ ਜਿਹਾ ਕੁਝ ਨਹੀਂ ਸੀਗਾ। ਤੇ ਜੇ ਕਣਕ 'ਚ ਇੱਕ ਫਸਲ ਖਾਣ 'ਚ ਕੋਈ ਸਮੱਸਿਆ ਸਮਝਦੇ ਹੋ ਤੁਸੀਂ? ਜਾਂ ਜਿੱਦਾਂ ਦੀ ਕਹਿੰਦੇ ਪਹਿਲਾਂ ਬਹੁਤ ਜ਼ਿਆਦਾ ਮਤਲਬ ਵੈਰਾਈਟੀ ਹੀ ਰਸੋਈ ਦੇ ਵਿੱਚ? ਹਾਂ ਬਹੁਤ ਵੈਰਾਈਟੀ। ਸਰਦੀਆਂ ਸਾਰੀਆਂ 'ਚ ਬਾਜਰਾ ਖਾਂਦੇ ਸੀਗੇ, ਠੀਕ ਹੈ, ਮੱਕੀ ਖਾਂਦੇ ਸੀਗੇ, ਫਿਰ ਬੇੜਾ ਤਾਂ ਸਾਰਾ ਸਾਲ ਹੀ ਚੱਲਦਾ ਸੀਗਾ, ਛੋਲਿਆਂ ਦਾ ਤੇ ਉਹਦਾ ਮਿਕਸਚਰ ਚੱਲਦਾ ਸੀਗਾ। ਠੀਕ ਹੈ। ਫਿਰ ਦਾਲ ਸਬਜ਼ੀ ਖੁੱਲੀ ਹੁੰਦੀ ਸੀਗੀ, ਨਾਲ ਖਾਂਦੇ ਸੀਗੇ। ਆਇਲ ਸੀਡਸ ਬਹੁਤ ਸੀਗੇ, ਸਾਰੇ ਤੇਲ ਸਾਰੇ ਉੱਥੇ ਜਿਹੜੇ ਸੀਗੇ ਮਿਲਦੇ ਸੀਗੇ, ਤੇਲ ਕੱਢਦੇ ਸੀ, ਕੋਲੂ ਹੁੰਦੇ ਸੀਗੇ ਉੱਥੇ, ਕੋਲੂ ਆਪ ਕਰਦੇ ਸੀ ਕਿ ਚੱਕੀਆਂ ਉੱਥੇ ਸੀ, ਉੱਥੇ ਹੀ ਪੀਂਦੇ ਸੀਗੇ। ਨਰਮਾ ਕਪਾਹ ਆਪਣਾ ਸੀਗਾ ਉਹਦਾ ਜਿਹੜਾ ਸੀਗਾ ਸਾਰਾ ਕੁਛ ਜਿਹੜਾ ਸੀਗਾ, ਮਤਲਬ ਉਹ ਲੋਕਲ ਉੱਥੋਂ ਸੀਗੇ, ਉੱਥੇ ਹੀ ਵਰਤ ਲੈਂਦੇ ਸੀ। ਆ ਸਾਬਣ ਸੁਬਣ ਤੇਲ ਜਿਹੜੇ ਸੀ ਸਾਰੇ ਦੇਸੀ ਟਾਈਪ ਸੀਗੇ। ਹੁਣ ਆ ਜਿਹੜੇ ਨਵੇਂ ਕੈਮੀਕਲ ਆ ਗਏ ਆ, ਇਹ ਬਹੁਤ ਹੀ ਖਤਰਨਾਕ ਨੇ। ਉਹਦਾ ਤੇਲਾਂ ਤੋਂ ਬਣਦੇ ਸੀਗੇ। ਇਹਦੇ ਇੱਥੇ 3-4 ਗੱਲਾਂ ਕਹੀਆਂ। ਇੱਕ ਤੁਸੀਂ ਕਿਹਾ ਕਿ ਖੇਤੀ ਜਿਹੜੀ ਆ ਕੈਮੀਕਲ ਵਾਲੀ ਹੋ ਗਈ, ਦੂਜਾ ਤੁਸੀਂ ਕਿਹਾ ਕਿ ਬੀਜ ਜਿਹੜੇ ਆ ਉਹ ਬਦਲ ਗਏ, ਤੀਜਾ ਤੁਸੀਂ ਕਿਹਾ ਕਿ ਜਿਹੜਾ ਫਸਲੀ ਚੱਕਰ ਸੀ ਉਹ 2 ਕਿਸਮ ਦੀ ਖੇਤੀ ਹੋ ਗਈ, ਬਾਕੀ ਜਿਹੜੇ ਆ ਉਹ ਬਦਲ ਗਏ ਆ। ਬਿਲਕੁਲ। ਜੀਰੀ ਤਾਂ ਹੈ ਹੀ ਨਹੀਂ ਸੀਗੀ। ਠੀਕ ਹੈ। ਜੀਰੀ ਦਾ ਬਾਈ ਆਈ ਬੜੀ ਲੇਟ ਹੈ। ਠੀਕ। ਚੌਲ ਸਾਡੀ ਫਸਲ ਕਦੀ ਵੀ ਨਹੀਂ ਸੀ, ਨਾ ਚੌਲ ਖਾਂਦੇ ਸੀ ਅਸੀਂ। ਚੌਲ ਸਿਰਫ ਅੰਮ੍ਰਿਤਸਰ ਦਾ ਕੁਝ ਏਰੀਆ ਸੀਗਾ ਜਿਹੜਾ ਥੋੜਾ ਬਹੁਤਾ ਕਦੀ ਬਾਸਮਤੀ ਕਰਦਾ ਸੀਗਾ। ਚੌਲ ਵੀ 66 ਜੀ ਆਇਆ ਹਰੀ ਕ੍ਰਾਂਤੀ ਜ਼ਿਆਦਾ ਪਹਿਲਾਂ ਬਹੁਤ ਥੋੜੇ ਸੀਗੇ। ਕਿਤੇ ਬਾਸਮਤੀ ਹੁੰਦੀ ਸੀਗੀ, ਬੜੀ ਮਸ਼ਹੂਰ ਬਾਸਮਤੀ ਹੁੰਦੀ ਸੀ ਅੰਮ੍ਰਿਤਸਰ ਇੱਧਰ ਅੰਮ੍ਰਿਤਸਰ ਵੱਲ ਸੀ ਉਹ ਵੀ ਜ਼ਿਆਦਾ, ਕਿਉਂਕਿ ਉਹ ਪਾਕਿਸਤਾਨ ਦਾ ਕੁਝ ਏਰੀਆ ਸੀਗਾ ਜਿਹੜਾ ਮੇਰੇ ਖਿਆਲ 'ਚ ਕਿਤੇ ਬਾਸਮਤੀ ਹੁੰਦੀ ਸੀ। ਔਰ ਬਾਸਮਤੀ ਇੰਨੀ ਉਹ ਹੁੰਦੀ ਸੀਗੀ ਕਿ ਉਹਦੀ ਖੁਸ਼ਬੂ ਅਗਰ ਬਾਸਮਤੀ ਘਰ 'ਚ ਬਣਦੀ ਹੁੰਦੀ ਸੀ ਉਹ, ਤਾਂ ਸਾਰੇ ਮਹੱਲੇ ਨੂੰ ਪਤਾ ਲੱਗ ਜਾਂਦਾ ਵੀ ਚੌਲ ਬਣ ਰਹੇ ਆ, ਚੌਲ ਬਣਦੇ ਆ। ਹੁਣ ਆਪਾਂ ਕੈਮੀਕਲ ਦੀ ਗੱਲ ਕਰਦੇ ਹਾਂ। ਹਰ ਜਗ੍ਹਾ ਦੇ ਉੱਤੇ ਕੈਮੀਕਲ ਆ, ਹਰ ਇੱਕ ਚੀਜ਼ ਖਾਣ ਤੋਂ ਲੈ ਕੇ, ਭਾਵੇਂ ਉਹ ਪਰਫਿਊਮ ਆ, ਭਾਵੇਂ ਉਹ ਸਾਬਣ ਆ। ਫਿਰ ਇਹ ਕੈਮੀਕਲ ਰਹਿਤ ਜੇ ਸਮਾਜ ਦੀ ਗੱਲ ਕਰਦੇ ਹਾਂ, ਫਿਰ ਉਹਦੇ ਵਿੱਚ ਜੇ ਸਾਬਣ ਲਾਉਣਾ ਵਾ ਉਹਦਾ ਕੀ ਅਲਟਰਨੇਟਿਵ ਆ, ਜਾਂ ਪਰਫਿਊਮ ਆ ਉਹਦਾ ਕੀ ਅਲਟਰਨੇਟਿਵ ਆ, ਜਾਂ ਚੀਜ਼ਾਂ ਦੀ ਸਾਨੂੰ ਲੋੜ ਹੀ ਨਹੀਂ, ਜਾਂ ਕੱਪੜੇ ਧੋਣੇ ਆ। ਮਤਲਬ ਇਸ ਤੋਂ ਬਗੈਰ ਜਿਹੜਾ ਦੂਜਾ ਪੱਖ ਹੈ ਉਹ ਫਿਰ ਕੀ ਆ? ਦੇਖੋ ਜਿਹੜਾ ਦੂਜਾ ਪੱਖ ਹੈ ਨਾ, ਸਾਦੀ ਜ਼ਿੰਦਗੀ ਜਿਹੜੀ ਖੁਸ਼ੀਆਂ ਭਰੀ ਹੋਵੇ, ਖੇੜਿਆਂ ਭਰੀ ਹੋਵੇ। ਅੱਜ ਕੀ ਹੈ, ਜ਼ਿੰਦਗੀ ਬਹੁਤ ਉਲਝਣ ਵਾਲੀ ਹੈ, ਦਿਖਾਵੇ ਵਾਲੀ ਹੈ। ਉਹਦੇ ਅੰਦਰ ਸਾਰੇ ਉਹ ਪ੍ਰੋਡਕਟ ਨੇ ਜਿਹੜੇ ਕਿ ਜਿਹਦੇ 'ਚ ਕਿ ਸ਼ੋਅ ਆਫ ਜ਼ਿਆਦਾ ਹੈ, ਦੂਸਰੇ ਬੰਦੇ ਨੂੰ ਇੰਪ੍ਰੈਸ ਕਰਨਾ ਜ਼ਿਆਦਾ, ਉਹ 'ਤੇ ਰੋਬ ਪਾਉਣਾ ਹੈ, ਕੋਈ ਉਹਦੇ 'ਤੇ ਕੋਈ ਉਹਦੇ ਨਾਲ ਜੁੜੀ ਹੋਈ ਕੁਛ ਨਾ ਕੁਛ ਉਹਦਾ ਨਾਲ ਮਤਲਬ ਨਿੱਜ ਜੁੜਿਆ ਹੋਇਆ। ਦਿਲੋਂ ਕੁਛ ਹੋਰ ਹੈ, ਬਾਹਰੋਂ ਕੁਛ ਹੋਰ ਹੈ। ਤਾਂ ਉਹ ਸਾਰਾ ਜਿਹੜਾ ਸੀ ਨਾ ਉਸ ਵੇਲੇ ਦਾ ਸਮਾਜ ਦੇ ਅੰਦਰ ਜਿਹੜਾ ਵਰਤਾਰਾ ਸੀਗਾ, ਉਹ ਵਰਤਾਰਾ ਹੀ ਬਿਲਕੁਲ ਵੱਖਰਾ ਸੀਗਾ। ਉਸ ਵੇਲੇ ਇਹਨਾਂ ਚੀਜ਼ਾਂ ਨੂੰ ਕੋਈ ਮਹੱਤਤਾ ਹੀ ਨਹੀਂ ਸੀ ਦਿੰਦਾ ਹੁੰਦਾ ਵੀ ਕੱਪੜੇ ਤੁਸੀਂ ਕਿੰਨੇ ਕੁ ਵਧੀਆ ਪਾਉਣੇ ਆ, ਕਿੰਨੇ ਕੁ ਫੁੱਲਾਂ ਵਾਲੇ ਪਾਉਣੇ ਆ, ਕਿੰਨੇ ਗਰੀਨ ਪਾਉਣੇ ਆ। ਇਸ ਗੱਲ ਦੀ ਮਹੱਤਤਾ ਹੀ ਨਹੀਂ ਸੀ ਹੁੰਦੀ ਕੋਈ। ਉਸ ਵੇਲੇ ਮਹੱਤਤਾ ਕਾਹਦੀ ਹੁੰਦੀ ਸੀ ਵੀ ਆਪਸ 'ਚ ਬੈਠ ਕੇ ਗੱਪਸ਼ਪ ਕਿਵੇਂ ਮਾਰਨੀ ਹੈ, ਹੱਸਣਾ ਖੇਡਣਾ ਕਿੱਦਾਂ ਹੈ, ਸੱਥ 'ਚ ਕਿੱਦਾਂ ਬੈਠਣਾ ਹੈ, ਪ੍ਰੇਮ ਪਿਆਰ ਨਾਲ ਗੱਲ ਕਿੱਦਾਂ ਗੱਲ ਕਰਨੀ ਹੈ, ਪੰਚਾਇਤ 'ਚ ਕਿੱਦਾਂ ਵਿਚਰਨਾ ਹੈ, ਆਪਣੇ ਧਰਮ ਨਾਲ ਕਿਵੇਂ ਜੁੜ ਕੇ ਰਹਿਣਾ, ਗੁਰਦੁਆਰੇ ਕਿਵੇਂ ਜਾਣਾ। ਤਾਂ ਉਹ ਗੱਲਾਂ ਹੀ ਵੱਖਰੀਆਂ ਸੀਗੀਆਂ, ਦਿਮਾਗ ਹੀ ਵੱਖਰੇ ਸੀਗੇ। ਅੱਜ ਹੁਣ ਉਹ ਸਾਰਾ ਵਰਤਾਰਾ ਬਦਲ ਗਿਆ।
ਅੱਜ ਜਿਹੜਾ ਲੋਕ ਮਤਲਬ ਹੁਣ ਜ਼ਿਆਦਾ ਪਦਾਰਥਵਾਦੀ ਹੋ ਗਏ ਬਈ ਮੈਂ ਮਤਲਬ ਉਹਦੇ 'ਚ ਜ਼ਿਆਦਾ ਵੱਧ ਤੋਂ ਵੱਧ ਲੋਕ ਜਿਹੜੇ ਨੇ ਉਹ ਪੋਜੈਸ ਕਰਨਾ ਚਾਹੁੰਦੇ ਆ। ਠੀਕ ਹੈ। ਬਾਕੀ ਗੱਲਾਂ ਸਾਰੀਆਂ ਜਿਹੜੀਆਂ ਸੀਗੀਆਂ ਉਹ ਰਿਸ਼ਤੇ, ਉਹ ਨਾਤੇ, ਉਹ ਦੋਸਤੀਆਂ, ਉਹ ਧਰਮ, ਉਹ ਸਪਿਰਿਚੁਅਲਿਟੀ, ਉਹ ਅਧਿਆਤਮਿਕਤਾ ਸਾਰੀ ਬਹੁਤ ਪੇਤਲੀ ਪੈ ਗਈ ਉਹਦੇ ਮੁਕਾਬਲੇ 'ਚ। ਇਹ ਸਾਰਾ ਕਲਚਰ ਜਿਹੜਾ ਸਾਰਾ ਕਿਤੇ ਨਾ ਕਿਤੇ ਇਸ ਸਰਮਾਏਦਾਰੀ ਦਾ ਜਿਹੜਾ ਆਇਆ ਸਾਰਾ ਕਲਚਰ ਉਹਦੇ ਤੋਂ ਆਇਆ ਸਾਡੇ ਕੋਲੇ, ਪਹਿਲਾਂ ਨਹੀਂ ਸੀਗਾ ਇਹ ਕੁਝ ਵੀ। ਇਸ ਕਲਚਰ ਦੇ ਵਿਰੁੱਧ ਆਵਾਜ਼ਾਂ ਦੁਨੀਆ 'ਚ ਵੀ ਕਿਤੇ ਉੱਠ ਰਹੀਆਂ ਵਾ ਜਾਂ ਕੁਝ ਤੱਥ ਸਮੇਤ ਕੁਝ ਇਦਾਂ ਦੇ ਥੀਸਿਸ ਪੈਦਾ ਹੋ ਰਹੇ ਆ ਕਿ ਆ ਜੋ ਕੈਮੀਕਲ ਖੇਤੀ ਆ ਗਲਤ ਆ? ਬਹੁਤ ਪੂਰੀ ਦੁਨੀਆ 'ਚ ਇਹ ਵਰਤਾਰਾ ਹੈਗਾ ਕਿ ਪੂਰੀ ਦੁਨੀਆ 'ਚ ਅੱਜ ਥਾਂ ਤੇ ਲੋਕ ਇਸ ਗੱਲ ਦੇ ਉਲਟ ਬੋਲ ਰਹੇ ਆ ਔਰ ਉਹਦਾ ਬਦਲ ਆਪ ਦੇ ਰਹੇ ਆ। ਯੂਰਪ ਵਰਗੇ ਮੁਲਕਾਂ 'ਚ, ਜਿੱਥੇ ਕਿ ਯੂਰਪ ਸਭ ਤੋਂ ਐਡਵਾਂਸ ਸੀਗਾ ਇਸ ਮਾਮਲੇ 'ਚ, ਕਿ ਯੂਰਪ ਆਫਟਰ ਯੂਰਪੀਅਨ ਹੈ ਨਾ ਬੰਦੇ ਜਿਹੜੇ ਸਾਰੇ, ਬ੍ਰਿਟਨ ਸਾਮਰਾਜ ਜਿਹੜਾ ਸੀਗਾ ਉਹਦੇ ਆਲੇ ਦੁਆਲੇ ਜਿਹੜੇ ਕੰਟਰੀ ਸੀਗੇ, ਸਭ ਤੋਂ ਪਹਿਲਾਂ ਕੈਪੀਟਲਿਜ਼ਮ ਉੱਥੇ ਡਿਵੈਲਪ ਹੋਇਆ। ਅਮਰੀਕਾ 'ਚ ਤਾਂ ਬਾਅਦ 'ਚ ਗੱਲ ਜਾਂਦੀ ਹੈ। ਤਾਂ ਉਹ ਇੱਕ ਸਾਡੇ ਕੋਲੇ ਪ੍ਰੋਟੋਟਾਈਪ ਨੇ। ਤੇ ਅੱਜ ਉਹ ਕਿੱਥੇ ਖੜ੍ਹੇ ਆ? ਅੱਜ ਉਹ ਕਾਰਾਂ ਉਹਨਾਂ ਦੇ ਘਰ ਖੜ੍ਹੀਆਂ ਨੇ, ਆਪ ਸਾਈਕਲਾਂ 'ਤੇ ਫਿਰਦੇ ਆ, ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਕਾਰਾਂ ਜਿਹੜੀਆਂ ਨੇ ਇਹ ਤਬਾਹੀ ਕਰਦੀਆਂ ਨੇ। ਅੱਜ ਉਹ ਦਿਖਾਵੇ ਵਾਲੀ ਜ਼ਿੰਦਗੀ 'ਚੋਂ ਬਾਹਰ ਜਾ ਕੇ ਬਹੁਤ ਹੀ ਫਿਰ ਉਹ ਧਰਮ ਦੇ ਨੇੜੇ ਆ ਰਹੇ ਹੈ, ਉਹ ਮਨੁੱਖਤਾ ਦੀ ਗੱਲ ਕਰ ਰਹੇ ਹੈ, ਉਹ ਪ੍ਰੇਮ ਪਿਆਰ ਦੀ ਗੱਲ ਕਰ ਰਹੇ ਹੈ, ਉਹ ਮੈਡੀਟੇਸ਼ਨ ਦੀ ਗੱਲ ਕਰ ਰਹੇ ਹੈ, ਉਹ ਸਾਦਾ ਖਾਣੇ ਦੀ ਗੱਲ ਕਰ ਰਹੇ ਹੈ, ਉਹ ਕਿਚਨ ਗਾਰਡਨਿੰਗ ਕਰਦੇ ਹੈ ਆਪ। ਅੱਜ ਬਹੁਤ ਸਾਰੇ ਯੂਰਪੀ ਕੰਟਰੀਆਂ ਦੇ ਅੰਦਰ ਲੋਕ ਛੋਟੇ ਖੇਤਾਂ ਦੇ ਪਲਾਟ ਲੈ ਕੇ ਆਪ ਗਾਰਡਨਿੰਗ ਕਰਦੇ ਆ ਅਤੇ ਔਰਗੈਨਿਕ ਖਾਣਾ ਚਾਹੁੰਦੇ ਆ। ਉਹ ਕਿਤੇ ਨਾ ਕਿਤੇ ਉਹ ਕਲਚਰ ਜਿਹੜਾ ਉਹਨੂੰ ਸਮਝ ਆ ਗਈ ਕਿ ਸਾਰਾ ਜਿਹੜਾ ਕਿਤੇ ਨਾ ਕਿਤੇ ਮਤਲਬ ਤੁਹਾਨੂੰ ਜਿੱਥੇ ਫਿਜ਼ੀਕਲੀ ਬਿਮਾਰ ਕਰਦਾ ਹੈ, ਮੈਂਟਲੀ ਬਿਮਾਰ ਕਰਦਾ ਹੈ, ਖੋਖਲਾ ਕਰਦਾ ਹੈ ਤੁਹਾਨੂੰ, ਜਿਹੜਾ ਹੈ ਅਧਿਆਤਮਿਕ ਤੌਰ 'ਤੇ, ਆਤਮਿਕ ਤੌਰ 'ਤੇ, ਉਹ ਸਾਰੀ ਗੱਲ ਨੂੰ ਹੌਲੀ ਹੌਲੀ ਸਮਝ ਆ ਰਹੀ ਹੈ। ਉਹ ਹੁਣ ਡਿਫਰੈਂਟ ਲੈਵਲ 'ਤੇ ਨੇ। ਬਾਕੀ ਮੁਲਕਾਂ ਦੇ ਅੰਦਰ ਡਿਫਰੈਂਟ ਲੈਵਲ 'ਤੇ, ਅਮਰੀਕਾ ਦੇ ਵਰਗੇ ਮੁਲਕਾਂ 'ਚ ਵੀ, ਜਿੱਥੇ ਕਿ ਇਸ ਵੇਲੇ ਸਭ ਤੋਂ ਜ਼ਿਆਦਾ ਕਲਾਈਮੈਕਸ ਹੈ ਇਹਨਾਂ ਲੋਕਾਂ ਦਾ, ਜਾਂ ਜੋ ਦੁਨੀਆ ਦੇ ਅੰਦਰ ਲੋਕ ਜਿਹਨੂੰ ਅਸੀਂ 1% ਟੌਪ 1% ਕਰਨੀ, ਉਹਦੀ ਲੀਡਰਸ਼ਿਪ ਸਾਰੀ ਅਮਰੀਕਾ 'ਚ ਹੈ। ਲੇਕਿਨ ਅੱਜ ਉੱਥੇ ਵੀ ਇਹ ਮੂਵਮੈਂਟ ਹੈਗੀ ਹੈ, ਉੱਥੇ ਵੀ ਲੋਕ ਬੋਲਦੇ ਆ, ਕੈਨੇਡਾ 'ਚ ਵੀ ਹੈਗੀ ਹੈ ਔਰ ਸਾਡੇ ਵਰਗੇ ਮੁਲਕ 'ਚ ਵੀ ਹੈਗੀ ਹੈ। ਜਿਹੜੀ ਵੀ ਸਾਨੂੰ ਜੀ ਚੰਗਿਆਈ ਕਰਨ ਵਾਸਤੇ ਉਚੇਚਾ ਕੰਮ ਕਰਨਾ ਪੈ ਰਿਹਾ, ਉਚੇਚਾ ਸੈਰ ਕਰੋ, ਉਚੇਚਾ ਮਿਲਟ ਖਰੀਦੋ, ਜਿਹੜੇ ਕਿ ਆਮ ਜਲਦੀ ਦੁਕਾਨਾਂ ਤੋਂ ਨਹੀਂ ਹੁੰਦੀਆਂ ਚੀਜ਼ਾਂ ਅਵੇਲੇਬਲ। ਕੀ ਇਹ ਪਹਿਲੋਂ ਚੀਜ਼ਾਂ ਸਹਿਜ ਵਿੱਚ ਹੀ ਆ? ਪਹਿਲੋਂ ਕਿਵੇਂ ਦੀ ਵੇਖਦੇ ਹੋ? ਚੀਜ਼ ਇਸ ਕਰਕੇ ਕਰਨੀ ਪੈ ਰਹੀ ਹੈ ਕਿ ਜਿਹੜੇ ਉਹ ਟੌਪ 1% ਨੇ, ਉਹ ਜੋ ਸਾਨੂੰ ਦੇਣਾ ਚਾਹੁੰਦੇ ਆ, ਉਹਨਾਂ ਨੂੰ ਇਹ ਸੂਟ ਨਹੀਂ ਕਰਦਾ, ਕਿਉਂਕਿ ਉਹ ਚਾਹੁੰਦੇ ਆ ਕਿ ਕੋਈ ਵੀ ਚੀਜ਼ ਜਿਹੜੀ ਕੋਈ ਵੀ ਮਨੁੱਖ ਵਰਤੇ ਉਹ ਸਾਡੇ ਰਾਹੀਂ ਆਵੇ, ਉਹਦੇ ਸਾਡਾ ਹਿੱਸਾ ਜਿਹੜਾ ਸਾਡਾ ਹਿੱਸਾ ਮਿਲੇ, ਸਾਨੂੰ ਸਾਡਾ ਪ੍ਰੋਫਿਟ ਸਾਨੂੰ ਮਿਲੇ। ਪਹਿਲਾਂ ਲਗਜ਼ਰੀ ਗੁੱਡ ਸੀਗੇ, ਕਾਰਾਂ ਬਣਾਉਂਦੇ ਸੀ, ਫਰਿੱਜ ਬਣਾਉਂਦੇ ਸੀ, ਹੋਰ ਜਿਹੜੀਆਂ ਲਗਜ਼ਰੀ ਦੀਆਂ ਚੀਜ਼ਾਂ ਬਣਾਉਂਦੇ ਸੀਗੇ। ਜਿਹੜੀ ਚੀਜ਼ ਸਾਡੇ ਕੋਲ ਖੇਤ 'ਚ ਪੈਦਾ ਨਹੀਂ ਸੀ ਹੁੰਦੀ ਉਹ ਬਣਾਉਂਦੇ ਸੀ। ਫਿਰ ਹੌਲੀ ਹੌਲੀ ਉਹ ਕੁਛ ਚੀਜ਼ਾਂ ਸਾਡੀਆਂ ਉਹ ਟੇਕ ਓਵਰ ਕਰਨ ਲੱਗੇ, ਜਿਵੇਂ ਖੰਡ ਆ ਗਈ। ਅਸੀਂ ਤਾਂ ਗੁੜ ਸ਼ੱਕਰ 'ਤੇ ਸੀ ਆਲੇ ਸੀਗੇ, ਸਾਨੂੰ ਤਾਂ ਖੰਡ ਦਾ ਪਤਾ ਨਹੀਂ ਸੀਗਾ। ਫਿਰ ਬੜਾ ਪ੍ਰਚਾਰ ਹੋਇਆ ਵੀ ਗੁੜ ਜਿਹੜਾ ਜੀ ਬੜਾ ਨੁਕਸਾਨ ਕਰਦਾ ਅਤੇ ਖੰਡ ਬੜੀ ਚੰਗੀ ਚੀਜ਼ ਹੈ। ਮੈਂ ਬਚਪਨ, ਅੱਜ ਮੈਨੂੰ ਯਾਦ ਹੈ, ਜਦੋਂ ਮੈਂ ਬੱਚਾ ਸੀਗਾ ਤਾਂ ਬੜਾ ਪ੍ਰਚਾਰ ਹੋਇਆ ਵੀ ਗੁੜ ਜਿਹੜਾ ਅੱਖਾਂ ਖਰਾਬ ਕਰ ਦਿੰਦਾ, ਗੁੜ ਦੀ ਚਾਹ ਨਾ ਪੀਓ, ਪੱਕਾ ਮਿੱਠਾ ਕੱਚਾ ਮਿੱਠਾ ਕਰਕੇ ਕਰਦੇ ਹੁੰਦੇ ਸੀਗੇ ਵੀ ਕੱਚੇ ਮਿੱਠੇ ਦੀ ਚਾਹ ਜਿਹੜੀ ਆ ਉਹ ਤਾਂ ਗਰੀਬ ਬੰਦਾ ਪੀਂਦਾ, ਅਮੀਰ ਬੰਦਾ ਜਿਹੜਾ ਹੁੰਦਾ ਉਹ ਪੱਕੇ ਮਿੱਠੇ ਦੀ ਚਾਹ ਪੀਂਦਾ। ਅਤੇ ਜਦੋਂ ਕੋਈ ਖਾਸ ਪ੍ਰਾਹੁਣਾ ਆਉਣਾ ਘਰ ਤਾਂ ਪੱਕੇ ਮਿੱਠੇ ਦੀ ਚਾਹ ਬਣਾ ਕੇ ਦੇਣੀ। ਬਾਕੀ ਕਦੋਂ ਕੁ ਬਦਲਾਅ ਆਇਆ ਇਹ ਤਾਂ ਮੈਂ 65 'ਚ ਮੈਟ੍ਰਿਕ ਕੀਤੀ ਆ, ਉਸ ਵੇਲੇ ਦੀਆਂ ਗੱਲਾਂ ਨੇ ਸਾਰੀਆਂ। ਬਸ ਠੀਕ। ਮੈਂ ਪਿੰਡ 'ਚ ਰਿਹਾ, ਜਿਹੜਾ ਕਲਾਸੀਕਲ ਪਿੰਡ 'ਚ ਰਿਹਾ, 65 ਤੱਕ ਰਿਹਾ ਮੈਂ। ਉਹ ਸਾਰਾ ਕੁਝ ਮੈਂ ਹੰਢਾਇਆ ਹੋਇਆ ਕਿ ਕਿਵੇਂ ਗੁੜ ਅਤੇ ਸ਼ੱਕਰ ਦੇ ਖਿਲਾਫ ਪ੍ਰਚਾਰ ਹੋਇਆ ਅਤੇ ਚੀਨੀ ਆਈ, ਅਸੀਂ ਤਾਂ ਗੁੜ ਸ਼ੱਕਰ ਹੀ ਖਾਂਦੇ ਸੀਗੇ। ਔਰ ਅੱਜ ਬਹੁਤੀਆਂ ਚੀਜ਼ਾਂ ਵਿੱਚ ਸੈਚੂਰੇਟਿਡ ਫੈਟ ਜਾਂ ਦੂਜੀ ਫੈਟ ਆ, ਜਾਂ ਮਿਠਾਸ ਜ਼ਿਆਦਾ ਹੈ। ਕਣਕ ਵਿੱਚ ਵੀ ਜ਼ਿਆਦਾ ਹੈ ਮਿਠਾਸ। ਹਰ ਇੱਕ ਚੀਜ਼ ਜਦੋਂ ਆਪਾਂ ਖਾਂਦੇ ਹਾਂ ਉਹਦੇ ਵਿੱਚ ਲਿਖਿਆ ਹੁੰਦਾ ਕਿ ਸ਼ੂਗਰ ਜਾਂ ਸੋਡੀਅਮ ਬਹੁਤ ਜ਼ਿਆਦਾ ਵਾ। ਫਿਰ ਉਹਦਾ ਕੀ ਹੱਲ ਹੈ ਕਿ ਅਸੀਂ ਕੜਤਣ ਵਾਲੀਆਂ ਚੀਜ਼ਾਂ ਜ਼ਿਆਦਾ ਖਾਈਏ? ਨਹੀਂ, ਕਿਵੇਂ ਵੇਖਦੇ ਹੋ ਇਹਨੂੰ? ਨਹੀਂ, ਇੱਦਾਂ ਨਹੀਂ ਹੈ। ਉਹ ਕੀ ਹੈ ਕਿ ਜਿਹੜਾ ਮਿਠਾਸ ਵਾਲੀਆਂ ਗੱਲਾਂ ਆ ਗਈਆਂ, ਉਹਦੇ 'ਚ ਕੁਛ ਤਾਂ ਪ੍ਰੋਸੈਸਡ ਫੂਡ ਜਿਹੜੇ ਆ ਗਏ ਨਾ, ਜਿਵੇਂ ਚੀਨੀ ਹੈ ਫਾਰ ਐਗਜ਼ਾਮਪਲ। ਹੁਣ ਚੀਨੀ ਪ੍ਰੋਸੈਸ ਕਰਤੀ ਉਹਨਾਂ ਨੇ। ਗੰਨੇ ਦਾ ਜੂਸ ਤੁਸੀਂ ਪੀ ਲਓ ਤਾਂ ਗੰਨੇ ਦਾ ਜੂਸ ਦਾ ਮਿਠਾਸ ਖਰਾਬ ਨਹੀਂ ਕਰਦੀ। ਗੁੜ ਸ਼ੱਕਰ ਜਾ ਕੇ ਥੋੜ੍ਹਾ ਜਿਹਾ ਉਹ ਪ੍ਰੋਸੈਸ ਹੋ ਗਿਆ, ਥੋੜ੍ਹਾ ਜਿਹਾ, ਫਿਰ ਵੀ ਬਚ ਗਿਆ ਉਹਦਾ ਕਾਫੀ ਕੁਛ। ਚੀਨੀ 'ਚ ਜਾ ਕੇ ਤਾਂ ਬਿਲਕੁਲ 100% ਹੀ ਉਹ ਸ਼ੁੱਧ ਜਿਹੜੀ ਹੋ ਗਈ, ਉਹ ਕਾਰਬੋਹਾਈਡਰੇਟ ਹੋ ਗਿਆ, ਉਹ ਸਿੱਧਾ ਹੀ ਖੂਨ 'ਚ ਜਾਂਦਾ, ਸਰੀਰ ਨੂੰ ਰੋਕ ਨਹੀਂ ਸਕਦਾ। ਗੰਨੇ ਦਾ ਜੂਸ ਤੁਸੀਂ ਪੀ ਲਓ, ਗੰਨੇ ਦੇ ਜੂਸ ਦੀ ਮਿਠਾਸ ਤੁਹਾਡੇ ਖੂਨ ਦੀ ਚੀਨੀ ਨਹੀਂ ਵਧਾਏਗੀ। ਉਹ ਗੰਨੇ ਦੇ ਅੰਦਰ ਕੁਦਰਤ ਦੀ ਇੱਕ ਆਪਣੀ ਸਿਆਣਪ ਹੈ, ਕਿਉਂਕਿ ਗੰਨਾ ਹਜ਼ਾਰਾਂ ਸਾਲਾਂ ਤੋਂ ਮਨੁੱਖ ਚੂਪ ਰਿਹਾ। ਉਹਦੀ ਇੱਕ ਇਕੁਏਸ਼ਨ ਬਣੀ ਹੋਈ ਹੈ। ਗੰਨੇ ਦੇ ਮਿਠਾਸ ਨੂੰ ਸ਼ੂਗਰ ਜਿਹੜੀ ਉਹਦੀ ਗੰਨੇ ਦੀ ਸ਼ੂਗਰ ਫਰਕਟੋਜ਼ ਕਹਿੰਦੇ ਉਹਨੂੰ, ਉਹ ਸਰੀਰ ਰੋਕ ਲੈਂਦਾ ਇੱਕ ਵਾਰੀ, ਉਹਨੂੰ ਇੱਕਦਮ ਖੂਨ 'ਚ ਨਹੀਂ ਜਾਣ ਦਿੰਦਾ।
ਲੇਕਿਨ ਚੀਨੀ ਦੀ ਜਿਹੜੀ ਮਿਠਾਸ ਹੈ ਇੱਕਦਮ ਖੂਨ 'ਚ ਜਾਏਗੀ। ਸੋ ਇਹ ਕਿੰਨਾ ਫਰਕ ਪੈ ਗਿਆ, ਬਣੀ ਤਾਂ ਗੰਨੇ ਤੋਂ ਵੀ, ਲੇਕਿਨ ਗੁੜ ਸ਼ੱਕਰ ਤੋਂ ਹੁੰਦੀ ਹੋਈ ਉਹ ਜਦੋਂ ਚੀਨੀ ਤੱਕ ਆਈ ਤਾਂ 100% ਉਹ ਨੁਕਸਾਨਦੇਹ ਹੋ ਗਈ। ਗੰਨਾ ਤੁਸੀਂ ਜੂਸ ਅੱਜ ਵੀ ਸ਼ੂਗਰ ਦਾ ਬੰਦਾ ਅਗਰ ਗੰਨੇ ਦਾ ਜੂਸ ਪੀ ਲੈਂਦਾ ਹੈ ਜਾਂ ਗੰਨਾ ਚੂਪ ਲੈਂਦਾ, ਕੋਈ ਨੁਕਸਾਨ ਨਹੀਂ ਉਹਨੂੰ। ਗੁੜ ਸ਼ੱਕਰ ਖਾ ਲੈ ਥੋੜ੍ਹਾ ਜਿਹਾ ਨੁਕਸਾਨ ਹੈ, ਚੀਨੀ ਖਾ ਲੈ ਤਾਂ ਬਹੁਤ ਜ਼ਿਆਦਾ ਨੁਕਸਾਨ ਹੈ। ਬਿਮਾਰੀਆਂ ਕਿਹੜੀਆਂ ਸਮਝਦੇ ਹੋ ਕਿ ਜਿਹੜੀਆਂ ਪਿਛਲੇ ਕੁਝ ਦਹਾਕਿਆਂ 'ਚ ਜਿਹੜੀਆਂ ਪਹਿਲੋਂ ਨਾ ਹੋਣ ਤੇ ਹੁਣ ਬਹੁਤ ਜ਼ਿਆਦਾ ਉਹਦੇ ਨਾਲ ਗਿਣਤੀ ਮਰ ਰਹੀ ਹੋਵੇ, ਇਦਾਂ ਦਾ ਕੁਝ ਬਦਲਾਅ ਆਇਆ? ਆਹ 3-4 ਬਿਮਾਰੀਆਂ ਜਿਹੜੀਆਂ ਤਾਂ ਬਹੁਤ ਜ਼ਿਆਦਾ ਹੋ ਗਈਆਂ ਨੇ, ਜਿਵੇਂ ਸ਼ੂਗਰ ਹੈ, ਉਸ ਤੋਂ ਬਾਅਦ ਬਲੱਡ ਪ੍ਰੈਸ਼ਰ ਹੈ, ਜਾਂ ਖੂਨ ਨਾੜਾਂ ਦੀ ਬਿਮਾਰੀ ਕਹਿੰਦੇ ਆ ਜਿਹਨੂੰ, ਉਹ ਬਲੱਡ ਪ੍ਰੈਸ਼ਰ ਵੀ ਉਹਦਾ ਉਸੇ ਦਾ ਹਿੱਸਾ ਹੈ। ਜਿਹੜਾ ਦਿਮਾਗ ਦਾ ਸਟ੍ਰੋਕ ਹੈ, ਨਾੜੀ ਫਟ ਗਈ, ਉਹ ਵੀ ਉਹਦਾ ਹਿੱਸਾ, ਅਤੇ ਹਾਰਟ ਅਟੈਕ ਵੀ ਉਹਦਾ ਹਿੱਸਾ। ਅਸਲ 'ਚ ਉਹ ਖੂਨ ਨਾੜਾਂ ਦੀ ਬਿਮਾਰੀ ਹੁੰਦੀ ਹੈ, ਉਹ ਸਾਰੀ ਸਰੀਰ ਦੇ ਅੰਦਰ ਹੀ ਖੂਨ ਨਾੜਾਂ ਦੀ ਬਿਮਾਰੀ ਹੁੰਦੀ ਹੈ। ਉਹ ਜਿੱਥੇ ਮਾਰੂ ਸਾਬਤ ਹੁੰਦੀ ਹੈ ਆਪਾਂ ਉਹਦੇ ਬਾਰੇ ਜ਼ਿਆਦਾ ਚਿੰਤਾ ਕਰਦੇ ਹਾਂ, ਹਾਰਟ ਬਾਰੇ ਅਤੇ ਬ੍ਰੇਨ ਬਾਰੇ। ਬਾਕੀ ਸਾਰੇ ਸਰੀਰ ਦੀਆਂ ਨਾੜਾਂ ਵੀ ਖਰਾਬ ਹੁੰਦੀਆਂ ਨੇ, ਖੂਨ ਨਾੜਾਂ ਦੀ ਬਿਮਾਰੀ ਕਹਿੰਦੇ ਅਸੀਂ ਉਹਨੂੰ। ਮੋਟਾਪਾ ਹੈ, ਸਰੀਰ 'ਚ ਜਿਹੜੇ ਗੰਦੇ ਫੈਟ ਦਾ ਇਕੱਠੇ ਹੋ ਜਾਣਾ ਉਹ ਹੈ, ਜਾਂ ਤੁਹਾਡੀਆਂ ਜਿਹੜੀਆਂ ਉਸ ਤੋਂ ਬਾਅਦ ਦੂਜੇ ਆ ਗਏ ਤੁਹਾਡੇ ਐਲਰਜੀਆਂ ਅਤੇ ਆਟੋਮਿਊਨ ਬਿਮਾਰੀਆਂ, ਇਹ ਬਹੁਤ ਜ਼ਿਆਦਾ ਨੇ। ਹੱਡ ਜੋੜੇ ਜਿਹੜੇ ਨੇ ਬਹੁਤ ਕਮਜ਼ੋਰ ਹੋ ਰਹੇ ਆ ਬੰਦਿਆਂ ਦੇ। ਸੋ ਇਹ ਸਾਰੀਆਂ ਕਿਤੇ ਨਾ ਕਿਤੇ ਜਿਹੜੀਆਂ ਨੇ ਇਹ ਨਵੀਆਂ ਬਿਮਾਰੀਆਂ ਆ ਗਈਆਂ ਨੇ। ਇੱਕ ਜਿਹੜਾ ਕੈਂਸਰ ਆ, ਪੰਜਾਬ ਉਹਦਾ ਸੈਂਟਰ ਬਣ ਚੁੱਕਿਆ ਕੈਂਸਰ ਦਾ ਕੁਛ ਏਰੀਏ ਵਿੱਚ। ਸੋ ਜਿਹੜਾ ਕੈਂਸਰ ਆ ਇਹ ਕਦੋਂ ਕੁ ਸ਼ੁਰੂ ਹੋਇਆ, ਅਤੇ ਜਦੋਂ ਆਪਾਂ ਡਾਕਟਰ ਕੋਲ ਪੁੱਛਦੇ ਆ ਕਿ ਫਲਾਣੇ ਬੰਦੇ ਨੂੰ ਕੈਂਸਰ ਕਿਉਂ ਹੋਈ, ਉਹ ਕਹਿੰਦੇ ਅਨਨੋਨ ਫੈਕਟਰ। ਉਹ ਅਨਨੋਨ ਫੈਕਟਰ ਵੱਲ ਕੀ ਇਸ਼ਾਰਾ? ਅਨਨੋਨ ਫੈਕਟਰ ਕੀ ਆ? ਅਨਨੋਨ ਫੈਕਟਰ ਜੋ ਡਾਕਟਰਾਂ ਨੂੰ ਸਮਝ ਨਾ ਆਵੇ ਉਹਨੂੰ ਅਨਨੋਨ ਕਹਿ ਦਿੰਦੇ ਆ। ਤੁਸੀਂ ਸਮਝਾਓ। ਜਿਹਨੂੰ ਡਾਕਟਰਾਂ ਨੂੰ ਸਮਝ ਨਾ ਆਵੇ, ਡਾਕਟਰ ਨੂੰ ਸਮਝ ਨਹੀਂ ਆਈ ਗੱਲ, ਉਹ ਕਹਿੰਦਾ ਜੀ ਨਾ ਜੀ ਅਨਨੋਨ ਹੈ। ਉਹਦਾ ਮਤਲਬ ਹੈ ਅਨਨੋਨ ਹੈ। ਉਹ ਅਨਨੋਨ ਹੈ ਕਿ ਇਗਨੋਰੈਂਸ ਹੈ। ਉਹ ਡਾਕਟਰ ਦੀ ਸਮਝਦਾਨੀ ਜੇ ਸਮਝ ਨਹੀਂ ਪਈ ਤਾਂ ਉਹਨੂੰ ਅਨਨੋਨ ਕਹਿ ਦਿੱਤਾ। ਤਾਂ ਨੋਨ ਫੈਕਟਰ ਨੇ, ਕਿਉਂਕਿ ਅੱਜ ਤੋਂ 100 ਸਾਲ ਪਹਿਲਾਂ ਦਾ ਕੈਂਸਰ ਨਹੀਂ ਸੀ ਹੁੰਦਾ। ਅੱਛਾ, ਅੱਜ ਤੋਂ 100 ਸਾਲ ਪਹਿਲਾਂ ਕੈਂਸਰ ਨਹੀਂ? ਠੀਕ ਹੈ। ਉਹਦੇ ਨਾਲ ਕੰਪੇਅਰ ਕਰੋ। ਹੁਣ ਸਾਨੂੰ ਦਲੀਲ ਕੀ ਦਿੰਦੇ ਲੋਕ, ਜਦੋਂ ਅਸੀਂ ਕਹਿੰਦੇ ਹਾਂ ਵੀ ਕੈਂਸਰ ਪੰਜਾਬ 'ਚ ਬਹੁਤ ਜ਼ਿਆਦਾ ਵੱਧ ਗਿਆ, ਕਹਿੰਦੇ ਅਮਰੀਕਾ ਤਾਂ ਇਸ ਤੋਂ ਵੀ ਜ਼ਿਆਦਾ। ਅੱਛਾ, ਅਮਰੀਕਾ ਨੇ ਖੂਹ 'ਚ ਡਿੱਗਿਆ ਤਾਂ ਅਸੀਂ ਮਗਰੋਂ ਜ਼ਰੂਰ ਡਿੱਗਣਾ। ਤੁਸੀਂ ਮੈਨੂੰ ਇਹ ਦੱਸੋ ਵੀ 100 ਸਾਲ ਪਹਿਲਾਂ ਜਿੰਨਾ ਕੈਂਸਰ ਹੁੰਦਾ ਸੀਗਾ ਅੱਜ ਉਸ ਤੋਂ ਵੱਧ ਹੈ ਕਿ ਨਹੀਂ ਹੈ? ਤੁਸੀਂ 100 ਸਾਲ ਨਾਲ ਕੰਪੇਅਰ ਕਰੋ ਨਾ, ਤੁਸੀਂ ਅਮਰੀਕਾ ਨਾਲ ਕਿਉਂ ਕੰਪੇਅਰ ਕਰਦੇ ਹੋ? ਅਮਰੀਕਾ ਨੇ ਖੂਹ ਛਾਲ ਮਾਰੀ ਹੈ, ਅਸੀਂ ਮਗਰੇ ਛਾਲ ਮਾਰਨੀ ਜ਼ਰੂਰੀ ਹੈ ਉਹਦੇ, ਜੋ ਉਹਨਾਂ ਨੇ ਕੀਤਾ। ਸੋ ਜੇ 100 ਸਾਲ ਪਹਿਲਾਂ ਨਾਲ ਕੰਪੇਅਰ ਕਰੀਏ ਤਾਂ ਕੈਂਸਰ ਕਿੱਥੇ ਸੀਗਾ? ਨਾਮੋ ਨਿਸ਼ਾਨ ਨਹੀਂ ਸੀ ਕੈਂਸਰ ਦਾ। ਬੁਰਲਾ ਕੋਈ ਬੰਦਾ ਕੈਂਸਰ ਦਾ ਹੁੰਦਾ ਸੀ, ਬਿਰਲਾ। ਅੱਜ ਘਰ ਦੀ ਬਿਮਾਰੀ ਹੈ ਕੈਂਸਰ। ਥਾਇਰਾਇਡ, ਹਾਰਮੋਨ ਡਿਸਰਪਸ਼ਨ। ਇਹ ਕੈਂਸਰ ਦਾ ਮੇਨ ਫਿਰ ਕੀ ਅਨਨੋਨ ਫੈਕਟਰ ਕੀ ਆ? ਉਹ ਕਿਹੜਾ ਲਾਈਫ ਸਟਾਈਲ ਬਦਲਿਆ ਕਿ ਹਰੇਕ ਨੂੰ ਕੈਂਸਰ ਦੇ ਕੈਂਸਰ ਉਹ ਡਰਿਆ? ਜਿਹੜੀ ਇਹ ਬਿਮਾਰੀਆਂ ਦੇ ਨਾ, ਇਹ ਬਿਮਾਰੀਆਂ ਦੇਖਣ ਨੂੰ ਬਾਹਰੋਂ ਇੱਕੋ ਹੀ ਨੇ, ਅੱਡ ਨੇ। ਹੁਣ ਡਾਕਟਰਾਂ ਨੇ ਕਹਤਾ 8000 ਬਿਮਾਰੀਆਂ ਜੀ, ਕਹਿੰਦੇ 8000 ਬਿਮਾਰੀਆਂ ਦੇ 8000 ਕਾਰਨ ਤਾਂ ਨਹੀਂ ਨਾ ਹੈਗੇ। ਡਾਕਟਰ ਤਾਂ ਇਹੀ ਕਹਿੰਦੇ ਆ ਵੀ 8000 ਬਿਮਾਰੀਆਂ ਨੇ, 8000 ਕਾਰਨ ਨੇ, ਇਸ ਕਰਕੇ ਤੁਹਾਡੇ ਸਮਝ ਨਹੀਂ ਆ ਸਕਦਾ, ਤੁਸੀਂ ਸਾਡੇ ਕੋਲ ਆਓ, ਅਸੀਂ ਸਪੈਸ਼ਲਿਸਟ ਹਾਂ, ਅਸੀਂ ਤੁਹਾਨੂੰ ਦੱਸਾਂਗੇ ਵੀ ਤੁਹਾਡੀ ਬਿਮਾਰੀ ਕਿਹੜੇ ਕਾਰਨ ਕਰਕੇ ਅਤੇ ਕਿਵੇਂ ਇਲਾਜ ਕਰਨਾ ਹੈ। ਇਹ ਸਾਰਾ ਝੂਠ ਹੈ। 8000 ਬਿਮਾਰੀਆਂ ਦੇ 8000 ਕਾਰਨ ਨਹੀਂ ਹੈਗੇ। ਉਹ ਕਾਰਨ ਉਹੀ 5-7-10 ਨੇ। ਉਹ 5-7-10 ਕਾਰਨ ਕੀ ਨੇ? ਜਿਸ ਚੀਜ਼ ਦੇ ਅਸੀਂ ਬਣੇ ਆ, ਕਾਹਦੇ ਬਣੇ ਆ? 5 ਤੱਤਾਂ ਦੇ ਬਣੇ ਆ। 5 ਤੱਤਾਂ ਤੋਂ 2 ਛੱਡ ਦਿਓ, ਊਰਜਾ ਛੱਡ ਦਿਓ ਅਤੇ ਆਕਾਸ਼ ਛੱਡ ਦਿਓ ਕਿ ਤਾਂ ਪਰਮਾਤਮਾ ਹੈ। ਊਰਜਾ ਦਾ ਭਰਿਆ ਹੋਇਆ ਆਕਾਸ਼ ਤਾਂ ਖੁਦ ਅਦਿੱਖ ਪਰਮਾਤਮਾ ਹੈ। 3 ਤੱਤ ਨੇ ਅਸਲ 'ਚ, ਜਿਹਨੂੰ ਤੱਤ ਕਹਿਣਾ ਚਾਹੀਦਾ, ਹਵਾ, ਪਾਣੀ ਅਤੇ ਮਿੱਟੀ। ਹਵਾ ਵੀ ਜ਼ਹਿਰੀਲੀ ਹੋ ਗਈ, ਪਾਣੀ ਵੀ ਜ਼ਹਿਰੀਲਾ ਹੋ ਗਿਆ ਅਤੇ ਮਿੱਟੀ ਵੀ ਜ਼ਹਿਰੀਲੀ ਹੋ ਗਈ। ਉਹ ਤੋਂ ਪੈਦਾ ਹੋਣ ਵਾਲਾ ਭੋਜਨ ਤਾਂ ਜ਼ਹਿਰੀਲਾ ਹੋਊਗਾ ਹੀ ਹੋਊਗਾ, ਫਿਰ ਕਿਉਂ ਨਹੀਂ ਹੋਊਗਾ? ਸੋ ਜ਼ਹਿਰੀਲਾ ਹੋ ਗਿਆ। ਇੱਕ ਤਾਂ ਫੈਕਟਰ ਇਹ ਆ ਕਿ ਭੋਜਨ ਸਾਡਾ ਜ਼ਹਿਰੀਲਾ ਹੈ। ਦੂਜਾ, ਸਾਡਾ ਭੋਜਨ ਖਾਣ ਦਾ ਤਰੀਕਾ ਜਿਹੜਾ ਹੈ, ਅੱਗੇ ਫਿਰ ਉਹ ਜਿਹੜੇ ਟੌਪ 1% ਨੇ, ਜਿਹਨੂੰ ਕਾਰਪੋਰੇਟ ਕਹਿੰਦੇ ਆਪਾਂ, ਤਾਂ ਉਹ ਸਬਰ ਉਹਨਾਂ ਨੂੰ ਇਕੱਲੇ ਤੇ ਨਹੀਂ ਆਇਆ ਕੈਮੀਕਲ ਪਾ ਕੇ ਵੀ। ਫਿਰ ਉਹ ਸਾਡੀ ਖੇਤੀ ਜੋ ਕਹਿੰਦੇ ਅਸੀਂ ਹੁਣ ਚੱਕਾਂਗੇ ਇੱਥੋਂ ਸਾਰਾ ਪਹਿਲਾਂ ਇੰਡਸਟਰੀ ਚਲ ਜਾਵਾਂਗੇ। ਉਹਦੀ ਕਲਾਸੀਕਲ ਉਦਾਹਰਨ ਤਾਂ ਅਮਰੀਕਾ ਹੈ ਨਾ। ਅਮਰੀਕਾ ਦੇ ਅੰਦਰ ਤੁਹਾਨੂੰ ਪਤਾ ਕੱਚਾ ਦੁੱਧ ਨਹੀਂ ਲੈ ਸਕਦਾ ਕੋਈ ਬੰਦਾ। ਠੀਕ ਹੈ। ਕਿਸੇ ਡੇਅਰੀ ਤੋਂ ਤੁਸੀਂ ਦੁੱਧ ਨਹੀਂ ਖਰੀਦ ਸਕਦੇ। ਕੋਈ ਡੇਅਰੀ ਵਾਲਾ ਕੋਈ ਗਾਂ ਮੱਝ ਰੱਖ ਕੇ ਦੁੱਧ ਨਹੀਂ ਵੇਚ ਸਕਦਾ। ਉਹਨੂੰ ਕਹਿੰਦੇ ਤੁਸੀਂ ਦੁੱਧ ਪਹਿਲਾਂ ਫੈਕਟਰੀਆਂ ਨੂੰ ਵੇਚੋ, ਫੈਕਟਰੀ ਪਹਿਲਾਂ ਉਹਨੂੰ ਪ੍ਰੋਸੈਸ ਕਰੇਗੀ, ਫਿਰ ਉਹਨੂੰ ਪਲਾਸਟਿਕ ਦੇ ਡੱਬਿਆਂ 'ਚ ਬੰਦ ਕਰੇਗੀ, ਫਿਰ ਉਹ ਸਟੋਰਾਂ 'ਚ ਜਾਏਗਾ, ਫਿਰ ਮਿਲੇਗਾ ਤੁਹਾਨੂੰ। ਕਿਉਂ ਜੀ? ਨਾ ਜੀ, ਕਹਿੰਦੇ ਤੁਸੀਂ ਬਿਮਾਰ ਹੋ ਜਾਓਗੇ। ਕਹਿੰਦੇ ਤੁਸੀਂ ਬਿਮਾਰ ਹੋ ਜਾਓਗੇ। ਠੀਕ ਹੈ। ਵੀ ਜੇ ਤੁਸੀਂ ਕੱਚਾ ਦੁੱਧ ਲਾਓਗੇ, ਖਰੀਦੋਗੇ ਤਾਂ ਬਿਮਾਰ ਹੋ ਜਾਓਗੇ। ਅਸੀਂ ਤੁਹਾਨੂੰ ਦੁੱਧ ਦੇਵਾਂਗੇ ਤਾਂ ਇਹ ਸਾਰਾ ਵਰਤਾਰਾ ਹੈ ਕਾਰਪੋਰੇਟ ਦਾ, ਕਿ ਕਾਰਪੋਰੇਟ ਕਹਿੰਦੀ ਹੈ ਸਾਡੇ ਰਾਹੀਂ ਉਹ ਪ੍ਰੋਸੈਸਿੰਗ, ਫਿਰ ਉਹਦੇ ਖੇਤਾਂ 'ਚੋਂ ਚੱਕ ਕੇ ਵੀ ਫਸਲ ਨੂੰ ਫਿਰ ਉਹਨੂੰ ਪ੍ਰੋਸੈਸ ਕਰਦੇ ਆ। ਔਰ ਪ੍ਰੋਸੈਸ ਕਰਕੇ ਕੀ ਕਰਦੇ ਆ? ਰਿਫਾਈਨਡ ਤੇਲ ਜਿਹੜੇ ਹੁਣ ਉਹਦੀ ਕਲਾਸੀਕਲ ਉਦਾਹਰਨ ਹੈ ਸਾਡੇ ਰਿਫਾਈਨਡ ਤੇਲ ਨੇ। ਕਹਿੰਦੇ ਅਸੀਂ ਤੁਹਾਡੇ ਤੇ ਤੇਲ ਰਿਫਾਈਨ ਕਰਕੇ ਦੇ ਰਹੇ ਹਾਂ ਤੁਹਾਨੂੰ। ਇਹਨਾਂ ਨੂੰ ਪੁੱਛੋ ਕੀ ਰਿਫਾਈਨ ਕਰਦੇ ਹੋ? ਕਿਹੜੀ ਗੱਲ ਜਿਹੜੇ 'ਚ ਨਹੀਂ ਸੀ ਹੈਗੀ, ਕਿਹੜੀ ਗੱਲ ਇਹ 'ਚ ਨਹੀਂ ਸੀ ਹੈਗੀ ਤਾਂ ਤੁਸੀਂ ਪਾਤੀ ਹੈ, ਅਤੇ ਕਿਹੜੀ ਗੱਲ ਇਹ 'ਚ ਤੁਸੀਂ ਕੱਢੀ ਹੈ ਮਾੜੀ ਸੀ? ਇਹ 'ਚ ਕੋਈ ਨਹੀਂ ਹੈ, ਨਾ ਕੋਈ ਚੰਗਾ ਪਾਇਆ, ਨਾ ਕੁਛ ਮਾੜਾ ਕੱਢਿਆ। ਉਹਨੂੰ ਇਸ ਢੰਗ ਨਾਲ ਪ੍ਰੋਸੈਸ ਕੀਤਾ ਹੈ ਕਿ ਉਹਦੀ ਫੂਡ ਵੈਲਿਊ ਡਿਸਟਰੋਏ ਕਰਤੀ, ਉਹ 'ਚ ਜ਼ਹਿਰ ਪਾਤੇ, ਫਿਰ ਉਹਨੂੰ ਕਹਿੰਦੇ ਰਿਫਾਈਨਡ ਹੈ, ਇਹ 4 ਗੁਣਾ ਪ੍ਰਾਈਸ ਕਰਤੀ।
ਪਰ ਵੈਸਟ ਨੇ ਫਾਊਂਡੇਸ਼ਨਸ ਬਣਾਈਆਂ, ਜਿਵੇਂ ਕੈਂਸਰ ਦੇ ਨਾਂ ਤੇ ਬਹੁਤ ਵੱਡੀਆਂ ਫਾਊਂਡੇਸ਼ਨਸ ਆ ਬਾਹਰ, ਕਹਿੰਦੇ ਆ ਕਿ ਲੱਖਾਂ ਕਰੋੜਾਂ ਡਾਲਰ ਜਿਹੜੇ ਉੱਤੇ ਖਰਚੇ ਜਾਂਦੇ ਆ ਕਿ ਕੈਂਸਰ ਨਾਲ ਲੋਕਾਂ ਤੋਂ ਕਿੱਦਾਂ ਬਚਾਉਣਾ। ਜਿਹੜੀਆਂ ਫਿਰ ਤੁਸੀਂ ਗੱਲਾਂ ਕਹਿ ਰਹੇ ਹੋ, ਕੀ ਗੱਲਾਂ ਉਹਨਾਂ ਨੂੰ ਨਹੀਂ ਪਤਾ, ਅਮਰੀਕਾ ਕੈਨੇਡਾ ਨੂੰ, ਉਹਨਾਂ ਮੁਲਕਾਂ ਨੂੰ, ਕਿ ਉਹ ਇਸ ਬਿਮਾਰੀਆਂ ਤੋਂ ਪੈਦਾ ਹੋਣ ਤੋਂ ਹੀ ਜਿਹੜੀ ਆ ਉਹ ਪੈਦਾ ਹੀ ਨਾ ਹੋਣ ਦੇਣ ਬਿਮਾਰੀਆਂ? ਨਹੀਂ ਦੇਖੋ, ਅਮਰੀਕਾ ਕੈਨੇਡਾ ਜਦੋਂ ਕਹਿੰਦੇ ਨਾ, ਅਮਰੀਕਾ ਕੈਨੇਡਾ ਕੋਈ ਮੁਲਕ ਦੇ ਤੌਰ ਤੇ ਆਪਾਂ ਨਹੀਂ ਕਹਿ ਸਕਦੇ, ਕਿਉਂਕਿ ਅਮਰੀਕਾ ਕੈਨੇਡਾ 'ਚ ਉਹ ਬੰਦੇ ਵੀ ਬੈਠੇ ਜਿਹੜੇ ਜੋ ਗੱਲਾਂ ਮੈਂ ਕਰ ਰਿਹਾ ਉਹ ਕਰ ਰਹੇ ਆ। ਠੀਕ ਹੈ। ਅਮਰੀਕਾ ਕੈਨੇਡਾ 'ਚ ਉਹ ਸਾਇੰਟਿਸਟ ਮੈਂ ਕੋਈ ਪਹਿਲੇ ਥੋੜ੍ਹਾ ਕਰ ਰਿਹਾ ਗੱਲਾਂ, ਮੈਂ ਵੀ ਤਾਂ ਉਹਨਾਂ ਦੀ ਸੋਚ ਨਾਲ ਜੁੜਿਆ ਹੋਇਆ। ਇੱਕ ਪੂਰਾ 2 ਮਾਡਲ ਨੇ, ਇੱਕ ਮਾਡਲ ਹੈ ਕਾਰਪੋਰੇਟ ਦਾ ਮਾਡਲ, ਜਿਹੜਾ ਤੁਸੀਂ ਕਹਿੰਦੇ ਹੋ ਉਹ ਕਹਿ ਰਿਹਾ, ਜਿਹੜਾ ਕਿ ਜਿਹਨਾਂ ਨੇ ਫਾਊਂਡੇਸ਼ਨਾਂ ਬਣਾਈਆਂ ਹੋਈਆਂ, ਕਿਉਂਕਿ ਅੱਜ ਕੈਂਸਰ ਬਿਗੈਸਟ ਇੰਡਸਟਰੀ ਹੈ, ਸਭ ਤੋਂ ਪ੍ਰੋਫਿਟੇਬਲ ਇੰਡਸਟਰੀ ਅੱਜ ਦੁਨੀਆ 'ਚ ਕੈਂਸਰ ਟ੍ਰੀਟਮੈਂਟ ਹੈ, ਸਭ ਤੋਂ ਪ੍ਰੋਫਿਟੇਬਲ। ਇਸ ਤੋਂ ਵੱਡੀ ਕੋਈ ਪ੍ਰੋਫਿਟੇਬਲ ਇੰਡਸਟਰੀ ਨਹੀਂ ਹੈ। ਪਹਿਲੀ ਗੱਲ ਤਾਂ ਹੈਲਥ ਬਹੁਤ ਪ੍ਰੋਫਿਟੇਬਲ ਹੈ, ਹੈਲਥ 'ਚੋਂ ਅੱਗੇ ਫਿਰ ਕੈਂਸਰ ਇੰਡਸਟਰੀ ਸਭ ਤੋਂ ਜ਼ਿਆਦਾ, ਕੈਂਸਰ ਟ੍ਰੀਟਮੈਂਟ ਜਿਹੜੀ ਲੌਬੀ ਸਭ ਤੋਂ ਪ੍ਰੋਫਿਟੇਬਲ। ਤਾਂ ਉਹਨਾਂ ਨੇ ਕਾਰਪੋਰੇਸ਼ਨਾਂ ਬਣਾਈਆਂ ਹੋਈਆਂ ਨੇ। ਤੁਹਾਡੇ ਪਿੱਛੇ ਫਿਰਦੇ ਹੋ ਜਿਹੜੇ ਤੁਹਾਡੇ ਉਹ ਕਿਹੜੇ ਉਹ ਬੰਦਾ ਫਿਰਦਾ ਜਿਹੜਾ ਗੰਜਾ ਜਿਹਾ, ਹਾਂਜੀ ਢਾਲੀਵਾਲ, ਹਾਂਜੀ, ਉਹ ਸਾਰੇ ਇਹ ਲੌਬੀ ਸਾਰੀ ਹੈ, ਉਹ ਜਿਹੜੀ ਹੈ ਇਹ ਪੂਰਾ ਦਾ ਪੂਰਾ ਪ੍ਰਚਾਰ ਕਰਦੀ ਹੈ ਵੀ ਤਰ੍ਹਾਂ ਕੈਂਸਰ ਦੇ ਕੇਸ ਲੱਭੋ, ਸਾਡੇ ਹਵਾਲੇ ਕਰੋ, ਅਸੀਂ ਟ੍ਰੀਟ ਕਰਾਂਗੇ, ਤੁਹਾਡਾ ਸਾਰੇ ਦਾ ਸਾਰਾ ਜ਼ਿੰਦਗੀ ਭਰ ਦੀ ਕਮਾਈ ਸਾਡੀ ਜੇਬ 'ਚ ਆਊਗੀ ਤੁਹਾਡੇ ਤੋਂ ਨਿਕਲ ਕੇ, ਤੇ ਤੁਹਾਡਾ 2-4 ਸਾਲ 6 ਮਹੀਨੇ ਤੁਹਾਡਾ ਜੀਓਗਾ ਤਾਂ ਮਰ ਜੂਗਾ, ਮੁੜ ਕੇ ਫਿਰ 5 ਸਾਲ ਜਿਹੜਾ ਕੱਟ ਗਿਆ ਉਹਨੂੰ ਕਹਿੰਦੇ ਬਚ ਗਿਆ, ਕਿਉਰ ਹੋ ਗਿਆ। ਉਹ ਕਿੰਨੇ ਪਰਸੈਂਟ ਨੇ? 20%। 20% ਬੰਦੇ ਕੈਂਸਰ ਦੇ 5 ਸਾਲ ਕ੍ਰਾਸ ਕਰਦੇ ਆ, ਤੇ 5 ਸਾਲ ਕ੍ਰਾਸ ਕਰਨ ਲਈ ਸਾਰੇ ਟੱਬਰ ਦਾ ਜਿਹੜਾ ਉਹਦਾ ਲੁੱਟ ਲੈਂਦੇ ਉਹ ਕਮਾਈ। ਪਰ ਇਹ ਜਿਹੜੀ ਕੈਂਸਰ ਆ, ਇਹ ਤਾਂ ਕਸ਼ਮੀਰ ਵਰਗੇ ਉਹਦੇ ਵਿੱਚ ਵੀ ਹੈਗੀ ਏਰੀਏ 'ਚ, ਇਹ ਅਮਰੀਕਾ 'ਚ ਵੀ ਆ, ਆਸਟ੍ਰੇਲੀਆ 'ਚ ਵੀ ਆ, ਭਾਰਤ ਵਿੱਚ, ਪੰਜਾਬ ਵਿੱਚ, ਕਿ ਇਹਦਾ ਫਿਰ ਜਿਹੜਾ ਮੁੱਖ ਕਾਰਨ ਆ ਇਹ ਮੌਸਮ ਦੀ ਤਬਦੀਲੀ ਜਾਂ ਓਜ਼ੋਨ ਲੇਅਰ ਦਾ ਪਾਟਣਾ ਸਮਝਦੇ ਹੋ, ਰੋਟੀ ਸਮਝਦੇ ਹੋ? ਫਿਰ ਇਹ ਜਿਹੜੀ ਇਹ ਬਿਮਾਰੀ ਹੈ ਇਹ ਤਾਂ ਹੁਣ ਸਾਰੀ ਦੁਨੀਆ ਨੂੰ ਕਵਰ ਕਰ ਚੁੱਕੀ ਹੈ। ਉਹ ਦੁਨੀਆ ਨੂੰ ਕਵਰ ਕਰ ਰਹੀ, ਠੀਕ ਹੈ ਤੁਹਾਡੀ ਗੱਲ, ਦੁਨੀਆ ਸੇਮ ਸਾਰਾ ਕੁਝ ਹੀ ਹੈਗਾ ਨਾ। ਜਿਹੜੀਆਂ ਆਪਾਂ ਗੱਲਾਂ ਕਰ ਰਹੇ ਹਾਂ, ਕੈਮੀਕਲ ਫਾਰਮਿੰਗ ਸਾਰੇ ਕਿਤੇ ਹੈ, ਜੈਨੇਟਿਕਲੀ ਹੁਣ ਤਾਂ ਅਮਰੀਕਾ ਦੇ ਆਸਟ੍ਰੇਲੀਆ ਵਰਗੇ ਜੈਨੇਟਿਕਲੀ ਮੋਡੀਫਾਈਡ ਫਸਲਾਂ ਆਈਆਂ, ਉਹਦੀਆਂ ਵੀ ਬਾਪ ਨੇ ਉਹ ਜਿਹੜੀਆਂ ਜੈਨੇਟਿਕਲੀ ਮੋਡੀਫਾਈਡ ਫਸਲਾਂ ਲਿਆ, GM ਲਿਆਏ ਹੁਣ, ਸਾਰਾ ਸੋਇਆਬੀਨ GM ਹੈ, ਸਾਰੀ ਮੱਕੀ GM ਹੈ, ਤੁਹਾਡਾ ਹੁਣ ਤਾਂ ਚੌਲ ਵੀ GM ਲਿਆਉਣ ਲੱਗੇ, ਤੇ ਹੁਣ ਸਬਜ਼ੀਆਂ ਵੀ GM ਆ ਗਈਆਂ, ਪਪੀਤਾ ਵੀ GM, ਅਤੇ ਉਹ ਕੈਮੀਕਲ ਦੇ ਵੀ ਸੁਪਰ ਬਾਪ ਨੇ ਉਹ, ਜਿਹੜੀ ਇੱਕ ਮਾੜੀ ਮੋਟੀ ਕਸਰ ਰਹਿੰਦੀ ਸੀ ਉਹ ਜੈਨੇਟਿਕਲੀ ਮੋਡੀਫਾਈਡ ਫਸਲਾਂ ਕਰਤੀ। ਫਿਰ ਇੱਕ ਹੋਰ ਵਰਤਾਰਾ ਹੋਇਆ ਦੁਨੀਆ ਦੇ ਅੰਦਰ, ਜਿਹਨੂੰ ਅਸੀਂ ਕਹਿੰਦੇ ਹਾਂ ਰੇਡੀਏਸ਼ਨਸ। ਰੇਡੀਏਸ਼ਨ ਬਹੁਤ ਜ਼ਿਆਦਾ ਵੱਧ ਗਈ ਹੈ, ਪੂਰੇ ਦਾ ਪੂਰੀ ਧਰਤੀ ਅਸੀਂ ਵੀ ਰੇਡੀਏਸ਼ਨ ਨਾਲ ਭਰਤੀ ਇਹਨਾਂ ਨੇ। ਜਦੋਂ ਇਹਦੇ ਦਾਦਾਗਿਰੀ ਜਮਾਉਣ ਲਈ ਇਹਨਾਂ ਨੇ ਐਟਮ ਬੰਬ ਲੱਭਣਾ ਸ਼ੁਰੂ ਕੀਤਾ, ਅਮਰੀਕਾ ਨੇ ਜਦੋਂ ਪਹਿਲਾਂ ਉੱਥੇ ਚਲਾਇਆ ਨਾਗਾਸਾਕੀ ਤੇ ਹੀਰੋਸ਼ੀਮਾ, ਜੋ ਉਸ ਤੋਂ ਪਹਿਲਾਂ ਸ਼ੁਰੂ ਹੋ ਗਿਆ ਸੀਗਾ, ਉਹਦੇ ਲਈ ਯੂਰੇਨੀਅਮ ਚਾਹੀਦਾ ਸੀ ਇਹਨਾਂ ਨੂੰ। ਯੂਰੇਨੀਅਮ ਦੀ ਖੋਜ ਜਦੋਂ ਕਰਨੀ ਸ਼ੁਰੂ ਕੀਤੀ ਇਹਨਾਂ ਨੇ, ਤਾਂ ਯੂਰੇਨੀਅਮ ਦੀ ਮਾਈਨਿੰਗ ਕੀਤੀ ਬਹੁਤ ਜ਼ਿਆਦਾ ਇਹਨਾਂ ਨੇ, ਅਤੇ ਫਿਰ ਟੈਸਟਿੰਗ ਕੀਤੀ, ਟੈਸਟ ਕੀਤੇ ਕਿ ਬੰਬ ਕਿਵੇਂ ਬਣ ਸਕਦਾ ਅਤੇ ਕਿਵੇਂ ਚੱਲ ਸਕਦਾ, ਅਤੇ ਯੂਰੇਨੀਅਮ ਦੀ ਮਾਈਨਸ ਖੋਦੀਆਂ। ਉਹਦੇ ਨਾਲ ਕੀ ਹੋਇਆ ਕਿ ਉਹਦੇ ਨਾਲ ਰੇਡੀਓ ਐਕਟਿਵ ਜਿਹੜੇ ਕਣ ਸੀਗੇ ਉਹ ਫੈਲਣੇ ਸ਼ੁਰੂ ਹੋ ਗਏ। ਉਹ ਫਿਰ ਜਿਹੜੀ ਰੇਸ ਸੀਗੀ, ਰੈਟ ਰੇਸ, ਉਹ ਬਾਕੀ ਮੁਲਕਾਂ 'ਚ ਵੀ ਆ ਗਈ, ਬੱਚੇ ਯੂਰਪ ਵਾਲੇ, ਬੱਚੇ ਚੀਨ ਵਰਗੇ ਮੁਲਕ, ਬੱਚੇ ਰੂਸ ਵਰਗੇ, ਸਾਰਿਆਂ ਨੇ ਉਸ ਕੰਮ ਸ਼ੁਰੂ ਕਰ ਲਿਆ। ਉਹਦਾ ਨੈਟ ਰਿਜ਼ਲਟ ਕੀ ਹੋਇਆ, ਉਹ ਆਉਂਦੇ ਇਸ ਵੇਲੇ ਪੂਰੇ ਦਾ ਪੂਰਾ ਗਲੋਬ ਜਿਹੜਾ ਰੇਡੀਏਸ਼ਨ ਨਾਲ ਭਰ ਚੁੱਕਿਆ। ਉਹਦੀ ਟੈਸਟਿੰਗ ਇੱਕ ਪਾਰਟ ਹੈ, ਉਹਦੀਆਂ ਕਿਹੜੀ ਖਾਣਾ ਨੇ ਉਹ ਇੱਕ ਪਾਰਟ ਹੈ, ਉਹਦੇ 'ਚੋਂ ਜਿਹੜੀ DAP ਨਿਕਲਦੀ ਹੈ, ਜਿਹਨੂੰ ਅਸੀਂ ਖਾਦ ਦੇ ਤੌਰ 'ਤੇ ਪਾ ਰਹੇ, ਉੱਥੋਂ ਨਿਕਲ ਰਹੀ ਆ ਉਹ। ਨਹੀਂ, ਰੇਡੀਏਸ਼ਨ ਸਟਿਲ ਰਹਿੰਦੀਆਂ ਕਿ ਇੱਕ ਵਾਰੀ ਪੈਂਦੀਆਂ ਤੇ ਗਾਇਬ ਹੋ ਜਾਂਦੀਆਂ? ਨਹੀਂ, ਰੇਡੀਏਸ਼ਨ ਜਿਹੜੀ ਹੈ 2 ਕਿਸਮ ਦੀ ਹੁੰਦੀ ਹੈ। ਇੱਕ ਰੇਡੀਏਸ਼ਨ ਹੈ ਵੀ ਰੇਡੀਏਸ਼ਨ ਵਾਲੀ ਚੀਜ਼ ਉੱਥੇ ਪਈ ਹੈ, ਤੁਹਾਨੂੰ ਰੇਡੀਏਸ਼ਨ ਦੇ ਰਹੀ ਹੈ। ਇਹ ਅਜੇ ਤੱਕ ਵੀ ਸਾਡੀ ਚੇਤਨਾ ਉੱਥੋਂ ਤੱਕ ਹੀ ਖੜੀ ਹੈ ਕਿ ਰੇਡੀਏਸ਼ਨ ਕਿਤੇ ਹੋਰ ਪਈ ਹੈ, ਮੈਨੂੰ ਚਿੱਤੇ ਵੀ। ਅੱਜ ਉਸ ਫੇਜ਼ 'ਚੋਂ ਲੰਘ ਗਏ ਸੀ। ਅੱਜ ਜਿਹੜੇ ਰੇਡੀਓ ਐਕਟਿਵ ਕਣ ਨੇ, ਅੱਜ ਇਹ ਪ੍ਰੂਵ ਹੋ ਗਿਆ ਸੀ, ਉਹ ਤਾਂ ਅਸੀਂ ਪੂਰੀ ਰਿਸਰਚ ਕਰਕੇ ਸਿੱਧ ਕਰਤਾ ਕਿ ਪੰਜਾਬ ਦੇ ਸਾਰੇ ਵਾਤਾਵਰਨ ਦੇ ਯੂਰੇਨੀਅਮ ਬਹੁਤ ਜ਼ਿਆਦਾ ਹਾਈ ਹੈ, ਪਾਣੀ 'ਚ ਵੀ ਹਾਈ ਹੈ, ਮਿੱਟੀ 'ਚ ਵੀ ਹਾਈ ਹੈ, ਫੂਡ ਚੇਨ 'ਚ ਵੀ ਹਾਈ ਹੈ ਯੂਰੇਨੀਅਮ। ਹਾਂ, ਉਹ ਤਾਂ ਮਰ ਵੀ ਨਹੀਂ ਸਕਦਾ ਯੂਰੇਨੀਅਮ ਤੇ, ਨਾ ਮਰਦਾ ਵੀ ਨਹੀਂ ਹੈ। ਅਤੇ ਉਹ ਕੀ ਕਰਦਾ, ਉਹ ਕਣ ਜਿਹੜੇ ਨੇ ਹੁਣ ਉਹ ਰੇਡੀਓ ਐਕਟਿਵ ਕਣ ਨੇ, ਰੇਡੀਏਸ਼ਨ ਨਹੀਂ, ਉਹ ਕਣ ਸਾਡੇ ਅੰਦਰ ਬੈਠੇ ਆ, ਸਾਡੇ ਜੀਨ ਦੇ ਐਨ ਗੁਆਂਢ 'ਚ ਬੈਠੇ, ਉੱਥੇ ਰੇਡੀਏਸ਼ਨ ਦੇ ਰਹੇ ਆ। ਅੱਛਾ, ਉਹ ਐਂਟਰ ਕਾਹਦੇ ਰਾਹੀਂ ਹੋਈ? ਫੂਡ ਰਾਹੀਂ, ਹਵਾ ਰਾਹੀਂ, ਪਾਣੀ ਰਾਹੀਂ, ਕਣਾਂ ਦੀ ਸ਼ਕਲ 'ਚ ਆ ਗਏ ਨਾ ਹੁਣ। ਉਹ ਕਿੱਥੋਂ ਆਏ? ਉਹ ਟੈਸਟਿੰਗ ਤੋਂ ਹੋਏ, ਜਦੋਂ ਇਹਨਾਂ ਨੇ ਉਹ ਐਕਸਪਲੋਜਨ ਕਰਨੇ ਸ਼ੁਰੂ ਕੀਤੇ, ਮਾਈਨਿੰਗ ਕਰਨੀ ਸ਼ੁਰੂ ਕੀਤੀ, ਫਿਰ ਇਹਨਾਂ ਨੇ ਬੰਬ ਚਲਾਏ, ਫਿਰ ਇਹਨਾਂ ਨੇ ਉੱਥੇ ਵਾਰ 'ਚ ਯੂਜ਼ ਕੀਤੇ, ਉਹ ਡਿਪਲੀਟਡ DU ਵੈਪਨ ਕਹਿੰਦੇ ਸੀ ਉਹਨਾਂ ਨੂੰ। ਇਹਨਾਂ ਨੇ ਵਾਰ 'ਚ ਬਹੁਤ ਜ਼ਿਆਦਾ ਯੂਜ਼ ਕੀਤੇ, ਇਰਾਕ ਦੇ ਅੰਦਰ ਔਰ ਬੋਸਨੀਆ 'ਚ। ਇੰਨੀ ਦੂਰ ਤੱਕ ਅਸਰ ਹੈ ਉਹਨਾਂ ਦੇ? ਹਾਂ, ਉਹਦਾ ਹਵਾ ਉੱਡਦੀ ਨਾ, ਫਿਰ ਉਹ ਹਵਾ ਚਲੇ ਜਾਂਦੇ ਆ, ਪ੍ਰੂਵ ਹੋ ਗਿਆ ਹੋਇਆ। ਡਸਟ 'ਚ ਆ ਗਏ ਸਾਰੇ ਪਾਰਟੀਕਲ, ਉਹ ਡਸਟ ਜਦੋਂ ਚੱਲੇਗੀ, ਹਵਾ ਚੱਲੇਗੀ, ਸਾਰੇ ਫੈਲ ਜਾਂਦੇ ਆ ਉਹ। ਉਹਦਾ ਸੀਗਾ ਆਪਣਾ ਤੁਹਾਡਾ ਵਿਸ਼ਨੂੰ ਭਗਵਤ, ਜਨਰਲ ਵਿਸ਼ਨੂੰ ਭਗਵਤ ਨੇ ਰਿਸਰਚ ਕੀਤੀ। ਉਹ ਸੀਗਾ ਆਰਮੀ ਦਾ ਜਨਰਲ ਸੀਗਾ, ਨੇਵੀ ਦਾ, ਸੌਰੀ ਨੇਵਲ ਜਨਰਲ ਸੀਗਾ। ਰਿਟਾਇਰਮੈਂਟ ਤੋਂ ਬਾਅਦ ਉਹਨੇ ਇਹਦੇ ਉੱਪਰ ਰਿਸਰਚ ਕੀਤੀ। ਉਹਨੇ ਪੂਰੇ ਟਰੇਸ ਕਰਤਾ, ਮੈਪ ਬਣਾਤਾ ਕਿ ਇਰਾਕ 'ਚ ਚੱਲੇ ਜਿਹੜੇ ਵੈਪਨ ਸੀਗੇ,
ਉਹਦਾ ਪੰਜਾਬ ਤੱਕ ਕਿਵੇਂ ਉਹਦੀ ਸਾਰੀ ਰੇਡੀਏਸ਼ਨ ਆਈ ਹੋਈ ਆ, ਠੀਕ ਉੜ ਕੇ ਮਿੱਟੀ ਉਹਦੀ। ਠੀਕ ਹੈ। ਉਹ ਗਲਫ ਵਾਰ ਸਿੰਡਰੋਮ ਹੋਇਆ ਅਮਰੀਕਾ ਦੇ ਸਾਰੇ, ਉਹ ਸਾਰੀ ਪੂਰੀ ਹਿਸਟਰੀ ਆ ਉਹਦੀ, ਕਿਵੇਂ ਉਹਦੇ ਜਿਹੜੇ ਬਿਮਾਰ ਹੋਏ ਇਹਦੇ। ਤੇ ਬੰਬਾਂ ਤੋਂ ਬਗੈਰ ਕੀ ਸੋਰਸ ਆ ਰੇਡੀਏਸ਼ਨ ਦੇ ਆਮ ਜ਼ਿੰਦਗੀ 'ਚ? ਡੀਏਪੀ ਸਮਝਾਓ ਥੋੜਾ। ਡੀਏਪੀ ਆ ਖਾਦ ਜਿਹੜੀ ਆ ਤੁਹਾਡੀ, ਜਿਹੜੀ ਜਿਹਨੂੰ ਅਸੀਂ ਫਾਸਫੇਟ ਫਰਟੀਲਾਈਜ਼ਰ ਕਹਿੰਦੇ ਆ। ਹਾਂਜੀ। ਯੂਰੀਆ ਨਾ, ਹਾਂਜੀ, 2 ਤਰ੍ਹਾਂ ਦੀ ਮੇਨ ਖਾਦ ਹੈ, ਯੂਰੀਆ ਤੇ ਡੀਏਪੀ ਫਾਸਫੇਟ ਫਰਟੀਲਾਈਜ਼ਰ। ਤੀਜੀ ਪੋਟਾਸ਼ ਹੈ, ਪੋਟਾਸ਼ ਤਾਂ ਬਹੁਤ ਥੋੜੀ ਪੈਂਦੀ ਹੈ। ਮੇਨ ਪੈਂਦਾ ਯੂਰੀਆ ਤੇ ਡੀਏਪੀ। ਡੀਏਪੀ ਕਿੱਥੋਂ ਆਉਂਦੀ ਹੈ? ਖਾਣਾ 'ਚੋਂ ਆਉਂਦੀ ਹੈ, ਮਾਈਨਸ 'ਚੋਂ। ਮਾਈਨ ਕਿਹੜੀਆਂ ਨੇ? ਉਹ ਯੂਰੇਨੀਅਮ ਮਾਈਨਸ ਨੇ। ਜਿੰਨੀਆਂ ਯੂਰੇਨੀਅਮ ਮਾਈਨਸ ਇਹਨਾਂ ਨੇ ਖੋਦੀਆਂ, ਜਿੱਥੋਂ ਯੂਰੇਨੀਅਮ ਕੱਢ ਲਿਆ ਇਹਨਾਂ ਨੇ, ਜਿੱਥੋਂ ਨਹੀਂ ਨਿਕਲ ਸਕਿਆ ਉਹਨਾਂ ਨੇ ਡੀਏਪੀ ਖਾਦਾਂ 'ਚ, ਉਹ ਫਾਸਫੇਟ ਫਰਟੀਲਾਈਜ਼ਰ ਦੀ ਮਾਈਨ 'ਚ ਕਨਵਰਟ ਕਰਤਾ। ਉੱਥੋਂ ਮਾਈਨ 'ਚੋਂ ਉਹ ਨਿਕਲ ਕੇ ਅਸੀਂ ਥੋੜ੍ਹਾ ਖੇਤਾਂ 'ਚ ਪਾਈ ਜਾ ਰਹੇ ਹਾਂ, ਜਿੱਥੇ ਖੇਤਾਂ 'ਚ ਉਹ ਸਾਰਾ ਦਾ ਸਾਰਾ ਯੂਰੇਨੀਅਮ ਰਿਚ ਹੋ ਗਿਆ। ਇਹ ਜਿਹੜੇ ਨਿਊਟਰਲ ਬੰਦੇ ਆ ਜਿਨ੍ਹਾਂ ਨੂੰ ਨੌਲੇਜ ਹੈ ਇਸ ਗੱਲ ਦੀ, ਉਹ ਬਚਣ ਕਿਵੇਂ? ਮਤਲਬ ਉਹ ਚੰਗੀ ਰੋਟੀ ਖਾਂਦੇ ਆ, ਫਸਲਾਂ ਵੀ ਉਹਨਾਂ ਨੇ ਅੱਡ ਕਰ ਲਈਆਂ। ਜਿਹੜੀ ਸਾਂਝੀ ਮਤਲਬ ਵਾਰ ਹੋ ਰਿਹਾ ਦੁਨੀਆ ਦੇ, ਸਾਂਝਾ ਵਾਰ, ਉਹ ਤੋਂ ਕਿਵੇਂ ਅਸੀਂ ਸਾਡੀ ਕੋਈ ਇਮਿਊਨਿਟੀ ਬਚਾ ਸਕਦੀ ਹੈ, ਜਾਂ ਅਸੀਂ ਨਹੀਂ ਬਚ ਨਹੀਂ ਸਕਦੇ, ਅਸੀਂ ਪਿਸਣਾ ਹੀ ਉਹਦੇ ਵਿੱਚ? ਕਈ ਕੁਛ ਹੈਗਾ, ਇਮਿਊਨਿਟੀ ਵੀ ਬਚਾ ਸਕਦੀ ਹੈ। ਬਾਕੀ ਮਲਟੀਪਲ ਗੱਲਾਂ ਨੇ, ਜਿਵੇਂ ਫੂਡ ਹੈ ਫਾਰ ਐਗਜ਼ਾਮਪਲ, ਕੁਛ ਚੀਜ਼ਾਂ ਜਿਹੜੀਆਂ ਅਸੀਂ ਬਲੌਕ ਕਰ ਸਕਦੇ ਤਾਂ ਕਰੀਏ ਨਾ। ਕੁਛ ਅਸੀਂ ਆਪਣੇ ਆਪ ਨੂੰ ਕੁਛ ਤੰਦਰੁਸਤ ਰੱਖੀਏ, ਖਾਣਾ ਅੱਛਾ ਖਾ ਕੇ, ਕੁਛ ਤਾਂ ਬਚਾਂਗੇ ਨਾ। ਮਤਲਬ ਕੁਛ ਜਿਵੇਂ ਰੇਡੀਏਸ਼ਨ ਹੈ, ਰੇਡੀਏਸ਼ਨ ਦੀ ਲੜਾਈ ਸਾਰੀ ਮਨੁੱਖਤਾ ਦੀ ਲੜਾਈ ਹੈ, ਤਾਂ ਪੂਰੀ ਹਿਊਮੈਨਿਟੀ ਲੜੇਗੀ ਤਾਂ ਲੜੀ ਜਾਏਗੀ, ਉੱਦਾਂ ਨਹੀਂ ਲੜੀ ਜਾਣੀ। ਇੰਡੀਵਿਜੂਅਲ ਲੈਵਲ ਤੇ ਨਹੀਂ, ਜਿਹੜੀ ਆ ਇੰਡੀਵਿਜੂਅਲ ਲੈਵਲ ਤਾਂ ਹੀ ਅਸੀਂ ਫੂਡ ਦੀ ਗੱਲ ਨੂੰ ਜ਼ਿਆਦਾ ਕਰ ਰਹੇ ਹਾਂ, ਕਿਉਂਕਿ ਫੂਡ ਦੀ ਲੈਵਲ ਅਸੀਂ ਇੰਡੀਵਿਜੂਅਲ ਲੈਵਲ 'ਤੇ ਕਰ ਸਕਦੇ ਹਾਂ। ਠੀਕ ਹੈ। ਉਹ ਵੱਡੀ ਲੜਾਈ ਆਪਾਂ ਲੜਨੀ ਹੈ, ਸਭ ਨੇ ਰਲ ਕੇ ਲੜਨੀ ਹੈ। ਲੇਕਿਨ ਫੌਰੀ ਆਪਾਂ ਫੂਡ ਦੀ ਲੜਾਈ ਤਾਂ ਲੜੀਏ ਕਿ ਜੇ ਫੂਡ ਸਾਡਾ ਤੰਦਰੁਸਤ ਹੋ ਜਾਵੇ ਤਾਂ ਫਿਰ ਅਸੀਂ ਕਮ ਸੇ ਕਮ ਕੁਛ ਚੀਜ਼ਾਂ ਤਾਂ ਆਪਣਾ ਬਚਾਅ ਕਰ ਸਕਦੇ ਹਾਂ। ਅਤੇ ਅਸੀਂ ਪਾਇਆ ਕਿ ਜੇ ਫੂਡ ਤੁਸੀਂ ਠੀਕ ਕਰ ਲਓ ਤਾਂ ਕਾਫੀ ਕੁਛ ਠੀਕ ਹੋ ਜਾਂਦਾ। ਉਹਦੇ ਬਾਵਜੂਦ ਕਿ ਪੈਸਟੀਸਾਈਡ ਨੇ, ਉਹਦੇ ਬਾਵਜੂਦ ਕਿ ਉਹ ਖਾਦਾਂ ਪੈ ਰਹੀਆਂ ਨੇ, ਉਹਦੇ ਬਾਵਜੂਦ ਕਿ ਰੇਡੀਏਸ਼ਨ ਹੈਗੀ ਆ, ਫਿਰ ਵੀ ਬੰਦੇ ਜਿਹੜੇ ਬਿਮਾਰ ਨੇ ਤੰਦਰੁਸਤ ਹੋਣੇ ਸ਼ੁਰੂ ਹੋ ਜਾਂਦੇ ਆ ਜੇ ਫੂਡ ਚੇਂਜ ਕਰ ਦਈਏ ਤਾਂ। ਕਿਉਂਕਿ ਉਹਦਾ ਕਾਫੀ ਵੱਡਾ ਹਿੱਸਾ ਸਾਡਾ ਜਿਹੜਾ ਪ੍ਰੋਸੈਸਿੰਗ ਦੇ ਦੌਰਾਨ ਸ਼ੁਰੂ ਪੈ ਰਿਹਾ, ਜਾਂ ਸਾਡਾ ਫੂਡ ਖਾਣ ਦਾ ਤਰੀਕਾ ਗਲਤ ਹੈ, ਜਾਂ ਅਸੀਂ ਗਲਤ ਕਿਸਮ ਦੇ ਫੂਡ ਖਾ ਰਹੇ ਹਾਂ, ਜਾਂ ਗਲਤ ਢੰਗ ਨਾਲ ਖਾ ਰਹੇ ਹਾਂ। ਅਤੇ ਪਾਣੀ ਨੂੰ ਕਿਵੇਂ ਮੰਨਦੇ ਹੋ? ਪੰਜਾਬ ਦਾ ਪਾਣੀ ਲੈਵਲ ਕਿੱਥੋਂ ਤੱਕ ਪਈ ਆ? ਪਾਣੀ ਦਾ ਤਾਂ ਬਹੁਤ ਹੀ ਬੁਰਾ ਹਾਲ ਕਰ ਰਿਹਾ ਸੀ, ਤਬਾਹ ਕਰ ਲਿਆ ਪਾਣੀ, ਆਪਣਾ ਖਤਮ ਵੀ ਕਰ ਲਿਆ ਔਰ ਜ਼ਹਿਰੀਲਾ ਵੀ ਕਰ ਲਿਆ, ਦੋਨੋਂ ਗੱਲਾਂ ਨੇ। ਜ਼ਹਿਰੀਲੇ ਦਾ ਮੁੱਖ ਸੋਰਸ ਕਿਵੇਂ? ਜ਼ਹਿਰੀਲਾ ਦੋਨੋਂ ਪਾਸੇ ਸਾਡੇ ਦਰਿਆ ਜ਼ਹਿਰੀਲੇ ਤਾਂ ਫੈਕਟਰੀਆਂ ਨੇ ਕਰਤੇ, ਫੈਕਟਰੀਆਂ ਦਾ ਗੰਦ ਪਾ ਕੇ, ਅਤੇ ਜਿਹੜਾ ਥਰੜਾ ਪਾਣੀ ਸੀ ਉਹ ਅਸੀਂ ਆਪ ਜ਼ਹਿਰੀਲਾ ਕਰ ਲਿਆ। ਅੱਜ ਖੇਤੀ ਦੇ ਕੈਮੀਕਲ ਪਾ ਕੇ, ਹੋਰ ਪਾ ਕੇ, ਉੱਪਰਲਾ ਪਾਣੀ ਦਾ ਥਰੜਾ ਪਾਣੀ ਮਿਕਸ ਹੁੰਦਾ ਰਹਿੰਦਾ ਨਾ। ਮਤਲਬ ਦਰਿਆ ਵਗ ਰਿਹਾ, ਉਹ ਥੱਲੇ ਜਾਈ ਜਾਏਗਾ ਪਾਣੀ, ਹੌਲੀ ਰਿਸ ਕੇ। ਥਰੜਾ ਪਾਣੀ ਅਸੀਂ ਕੱਢ ਕੇ ਉੱਪਰ ਫੈਲਾਉਂਦੇ ਰਹਿੰਦੇ ਹਾਂ, ਉਹ ਪਾਣੀ ਦੋਨੋਂ ਮਿਕਸ ਹੁੰਦੇ ਰਹਿੰਦੇ ਆ। ਜਿਹੜਾ ਉੱਪਰਲਾ ਪ੍ਰਦੂਸ਼ਣ ਹੈ, ਦਰਿਆਵਾਂ ਦਾ ਪ੍ਰਦੂਸ਼ਣ ਥੱਲੇ ਜਾਂਦਾ ਰਹਿੰਦਾ, ਅਤੇ ਥੱਲੇ ਵਾਲਾ ਪ੍ਰਦੂਸ਼ਣ ਉੱਪਰ ਆਉਂਦਾ ਰਹਿੰਦਾ। ਤਾਂ ਜਦੋਂ ਅਸੀਂ ਡੂੰਘੇ ਪਾਣੀ ਲੈ ਰਹੇ ਹਾਂ, ਹੁਣ 400-400 ਫੁੱਟ ਤੋਂ ਜਾਂ 500-500 ਫੁੱਟ ਤੋਂ ਪਾਣੀ ਲੈ ਰਹੇ ਹਾਂ, ਉਹ ਥਰੜਾ ਪਾਣੀ ਉਹਦੇ ਅੰਦਰ ਯੂਰੇਨੀਅਮ ਬਹੁਤ ਹੈ। ਤਾਂ ਜਿਹੜਾ ਥਰੜਾ ਐਡਾ ਡੂੰਘਾ ਪਾਣੀ, ਤੜਾ ਅਸੀਂ 6-6 ਇੰਚ ਦੇ ਬੋਰ ਚੱਲ ਰਹੇ ਹਾਂ, ਉਹ ਅਸੀਂ ਖੰਡਾ ਰਹੇ ਹਾਂ ਧਰਤੀ ਦੇ ਉੱਪਰ, ਆਪਣੀ ਧਰਤੀ ਨੂੰ ਜ਼ਹਿਰੀਲਾ ਕਰ ਰਹੇ ਹਾਂ। ਜਿਹੜੇ ਡਿਪਾਰਟਮੈਂਟ ਇੰਨੇ ਮਹਿਕਮੇ ਬਣੇ ਹੋਏ ਆ ਇਹ ਚੀਜ਼ਾਂ ਨੂੰ ਦੱਸਣ ਵਾਸਤੇ ਲੋਕਾਂ ਨੂੰ, ਉਹ ਕੀ ਕਰਦੇ ਹੋ ਫਿਰ? ਬੇਈਮਾਨ ਹੈ ਉਹ? ਦੱਸਦੇ ਕਿਉਂ ਨਹੀਂ? ਬੇਈਮਾਨੀ ਇੱਕ ਫੈਕਟਰ ਹੈਗਾ ਉਹ 'ਚ, ਲੇਕਿਨ ਬੇਈਮਾਨੀ ਨਾਲੋਂ ਵੱਡਾ ਫੈਕਟਰ ਹੈ ਕਿ ਜਿਸ ਢੰਗ ਨਾਲ ਬੰਦੇ ਨੂੰ ਤੁਸੀਂ ਐਜੂਕੇਟ ਕਰੋਗੇ, ਕਿਉਂਕਿ ਐਜੂਕੇਸ਼ਨ ਦੇ ਉੱਪਰ ਕਾਰਪੋਰੇਟ ਨੇ ਕਬਜ਼ਾ ਕਰ ਲਿਆ। ਅੱਛਾ ਜੀ। ਪੂਰੀ ਦਾ ਪੂਰਾ ਐਜੂਕੇਸ਼ਨ ਸਿਸਟਮ ਸਣੇ ਡਾਕਟਰੀ ਹਾਈਜੈਕ ਹੋ ਚੁੱਕਿਆ। ਪੂਰੀ ਦੀ ਪੂਰੀ ਰਿਸਰਚ ਜਿਹੜੀ ਹੈ ਉਹ ਕਾਰਪੋਰੇਟ ਕੰਟਰੋਲਡ ਹੈ। ਉਹਨਾਂ ਨੂੰ ਪਤਾ ਵੀ ਅਸੀਂ ਕਿੱਥੇ ਕੰਟਰੋਲ ਕਰਨਾ ਹੈ। ਸੋ ਪੂਰੀ ਦੀ ਪੂਰੀ ਰਿਸਰਚ ਕੰਟਰੋਲ ਕਰ ਲਈ ਉਹਨਾਂ ਨੇ, ਵੱਡੀਆਂ ਰਿਸਰਚ ਆਰਗੇਨਾਈਜੇਸ਼ਨ ਬਣਾ ਕੇ। ਕੋਈ ਮਿਸਾਲ ਦਿਓਗੇ ਰਿਸਰਚ ਕੰਟਰੋਲ? ਸਾਰੀਆਂ ਯੂਨੀਵਰਸਿਟੀਆਂ ਸਾਰੀਆਂ ਰਿਸਰਚ ਉਹਨਾਂ ਦੇ ਕੰਟਰੋਲ 'ਚ ਨੇ। ਕਿਵੇਂ ਕੰਟਰੋਲ ਕਰਦੇ ਆ? ਕੋਈ ਹੁਣ ਖੇਤੀਬਾੜੀ PAU ਹੈ, ਜਿੱਦਾਂ PAU ਜਿਹੜੀ ਹੈ, ਜੇ PAU ਹੁਣ ਕੋਈ ਕਿਸਾਨਾਂ ਦੀ ਯੂਨੀਵਰਸਿਟੀ ਥੋੜ੍ਹਾ ਹੈ, ਉਹਦਾ ਕਾਰਪੋਰੇਟ ਦੀ ਯੂਨੀਵਰਸਿਟੀ ਹੈ, ਕਿਸਾਨਾਂ ਦੇ ਉੱਪਰ ਆਪਣੀਆਂ ਨੀਤੀਆਂ ਲਾਗੂ ਕਰਨ ਲਈ। ਉਹਨਾਂ ਨੇ ਪਹਿਲਾਂ ਕੈਮੀਕਲ ਲੈ ਕੇ ਆਉਂਦੇ, ਉਹਨਾਂ ਨੇ ਹੁਣ GM ਫਸਲਾਂ ਲੈ ਕੇ ਆਉਣਾ ਚਾਹੁੰਦੇ ਹੋ। ਅਸੀਂ ਰੋਜ਼ ਉਹਨਾਂ ਦਾ ਪੰਗਾ ਪਿਆ ਹੁੰਦਾ ਸਾਡਾ ਉਹਨਾਂ ਨਾਲ। ਉਹ ਵਾਈਸ ਚਾਂਸਲਰ ਕੌਣ ਲਾਉਂਦਾ? ਉਹਦਾ ਵਾਈਸ ਚਾਂਸਲਰ ਉਹ ਲੱਗੇਗਾ ਜਿਹੜਾ ਉਹਨਾਂ ਨੂੰ ਮਨਜ਼ੂਰ ਹੋਏਗਾ। ਉਹ ਆਮ ਬੰਦਾ ਨਹੀਂ ਲੱਗ ਸਕਦਾ। ਥੱਲੇ ਉਹ ਸਾਇੰਟਿਸਟ ਐਗਜ਼ਿਸਟ ਕਰੇਗਾ, ਉਹਨੂੰ ਪ੍ਰਮੋਸ਼ਨਾਂ ਮਿਲਣਗੀਆਂ ਜਿਹੜਾ ਉਹਦੀ ਪਾਲਿਸੀ ਬੋਲੇਗਾ। ਜਿਹੜਾ ਉਲਟ ਬੋਲੇਗਾ ਅਵਲ ਤਾਂ ਨੌਕਰੀ 'ਚੋਂ ਕੱਢ ਦੇਣਗੇ ਉਹਨੂੰ, ਜੇ ਜ਼ਿਆਦਾ ਬੋਲੇਗਾ ਤਾਂ। ਸਾਇੰਟਿਸਟ ਦੀ ਜਿਹੜੀ ਇੱਜ਼ਤ ਆ ਉਹ ਸਮਾਜ ਵਿੱਚ ਜਿੱਦਾਂ ਡਾਕਟਰ ਤੋਂ ਵੀ ਉੱਪਰ ਸਾਇੰਟਿਸਟ ਦੀ ਬਹੁਤ ਇੱਜ਼ਤ ਮੰਨੀ ਜਾਂਦੀ ਆ। ਫਿਰ ਤੁਸੀਂ ਸਿੱਧਾ ਕਹਿ ਰਹੇ ਹੋ ਕਿ ਜਿੱਦਾਂ ਸਾਇੰਟਿਸਟ ਵੀ ਰਲ ਜਾਂਦੇ ਆ ਕੰਮ 'ਚ? ਨਹੀਂ, ਰਲ ਜਾਂਦੇ 2 ਨੰਬਰ 'ਤੇ ਹੈ। 1 ਨੰਬਰ 'ਤੇ ਕਿ ਉਹਨੂੰ ਐਜੂਕੇਟ ਇੱਦਾਂ ਕੀਤਾ ਜਾਂਦਾ ਹੈ, ਉਹਨਾਂ ਦੀ ਸਮਝ ਆਪਣੀ ਨਹੀਂ ਬਣ ਜਾਂਦੀ ਹੈ। ਕਿਉਂਕਿ ਜੇ ਤੁਸੀਂ ਜਿਸ ਢੰਗ ਨਾਲ ਬੰਦੇ ਨੂੰ ਐਜੂਕੇਟ ਕਰੋਗੇ, ਜਿਸ ਢੰਗ ਨਾਲ ਉਹਨੂੰ ਵਿੱਦਿਆ ਦਿਓਗੇ, ਉਹਦੇ ਮਾਈਂਡ 'ਚ ਫਿਰ ਉਹ ਕੰਡੀਸ਼ਨਿੰਗ ਹੋ ਜਾਂਦੀ ਹੈ। ਉਹਦੇ ਮਾਈਂਡ ਦੀ ਉਹਦੀ ਕੰਡੀਸ਼ਨਿੰਗ ਇੱਦਾਂ ਹੋ ਗਈ ਹੈ ਕਿ ਉਹਨੂੰ ਲੱਗਦਾ ਵੀ ਆਹੀ ਸੱਚ ਹੈ। ਠੀਕ ਹੈ। ਉਹ ਜਿਹੜਾ ਅੱਧਾ ਅਧੂਰਾ ਸੱਚ ਹੈ, ਜਿਹੜਾ ਕਿ ਝੂਠ ਹੈ, ਅੱਧਾ ਝੂਠ ਹੈ, ਤਾਂ ਉਹ ਝੂਠ ਨੂੰ ਸੱਚ ਮੰਨ ਲੈਂਦਾ ਪੂਰਾ, ਜਦੋਂ ਕਿ ਪੂਰਾ ਸੱਚ ਨਹੀਂ ਹੁੰਦਾ। ਉਹ ਪੂਰਾ ਸੱਚ ਬੋਲਣ ਵਾਲੇ ਬੰਦੇ ਹੁਣ PAU ਦੇ ਘੱਟੋ ਘੱਟ ਰਿਟਾਇਰਡ ਬੰਦੇ ਇਸ ਵੇਲੇ ਸਾਡੇ ਕੋਲ 4 ਜਾਂ 5 ਨੇ ਜਿਹੜੇ ਹੁਣ ਰਿਟਾਇਰਮੈਂਟ ਹੋਣ ਤੋਂ ਬਾਅਦ ਪੂਰਾ ਸੱਚ ਬੋਲ ਰਹੇ ਆ।
ਓਪਨਲੀ ਕਹਿ ਰਹੇ ਹਾਂ ਵੀ ਇਹ ਗਲਤ ਨੁਕਸਾਨ ਕਰਦਾ ਜੀ, ਆਰਗੈਨਿਕ ਖੇਤੀ ਕਰਨੀ ਚਾਹੀਦੀ ਹੈ ਜੀ, ਸਭ ਕੁਝ ਹੈ ਜੀ। ਘੱਟੋ ਘੱਟ 5 ਬੰਦੇ ਸਾਡੇ ਨਾਲ ਨੇ, ਉਹ ਰਿਟਾਇਰਮੈਂਟ ਤੋਂ ਬਾਅਦ ਨਾਲ ਆਏ ਆ, ਕਿਉਂਕਿ ਰਿਟਾਇਰ ਪਹਿਲਾਂ ਨਹੀਂ ਬੋਲ ਸਕੇ ਉਹ। ਤਾਂ ਇਹ ਦਿੱਕਤਾਂ ਹੁੰਦੀਆਂ ਨੇ। ਇੱਕ ਤੁਹਾਡੀ ਮੈਂ ਗੱਲ ਸੁਣੀ ਸੀ, ਕਿੰਸਲੇ ਸ਼ਾਇਦ ਤੁਸੀਂ ਕਿਹਾ ਸੀ, ਜਿਹਦੇ ਉੱਤੇ ਨੇ ਕੋਲੈਸਟਰੋਲ ਦੀ ਗੱਲ ਕੀਤੀ, ਥੋੜ੍ਹਾ ਜਿਹਾ ਉਹ ਦੱਸ ਦਿਓ ਕਿ ਕੀ ਸੀ ਉਹ ਜਿਹੜੀ ਕੋਲੈਸਟਰੋਲ ਦਾ ਸੀਗਾ ਮੁੱਦਾ ਜਿਹੜਾ ਸੀਗਾ ਉਹ ਇਹ ਕੋਈ ਰਿਸਰਚ ਹੋਈ ਹੈ 1980-85 'ਚ, ਕਿਤੇ ਅੱਜ ਤੋਂ 30-40 ਸਾਲ ਪਹਿਲਾਂ ਉਸ ਬੰਦੇ ਨੇ ਸਿੰਗਲ ਸਟੱਡੀ ਦੇ ਉੱਪਰ ਉਸ ਬੰਦੇ ਨੇ ਕਹਿ ਦਿੱਤਾ ਵੀ ਕੋਲੈਸਟਰੋਲ ਜਿਹੜੀ ਹੈ ਉਹ ਜ਼ਿੰਮੇਵਾਰ ਹੈ ਤੁਹਾਡੀ ਹਾਰਟ ਅਟੈਕ ਦੀ ਅਤੇ ਬਲੱਡ ਪ੍ਰੈਸ਼ਰ ਦੀ ਅਤੇ ਤੁਹਾਡੀਆਂ ਨਾੜਾਂ ਬੰਦ ਕਰਨ ਦੀ। ਕੋਲੈਸਟਰੋਲ ਕਰਕੇ ਬੰਦ ਹੁੰਦਾ ਸਾਰਾ ਕੁਛ। ਅਤੇ ਇਸ ਕਰਕੇ ਘਿਓ ਨਾ ਖਾਓ, ਤੇਲ ਨਾ ਖਾਓ, ਜਿਹੜੇ ਹਾਈ ਫੈਟ ਫੂਡ ਬੰਦ ਕਰ ਦਿਓ ਖਾਣੇ, ਅਤੇ ਜਿਹੜੀਆਂ ਉਹਦੀਆਂ ਉੱਥੋਂ ਤੋਂ ਬਾਅਦ ਫਿਰ ਜਿਹੜੀਆਂ ਕੋਲੈਸਟਰੋਲ ਘਟਾਉਣ ਵਾਲੀਆਂ ਦਵਾਈਆਂ ਆ ਗਈਆਂ, ਸਟੈਟਿਨਸ, ਵੀ ਕੋਲੈਸਟਰੋਲ ਘਟਾਉਣ ਵਾਲੀਆਂ ਦਵਾਈਆਂ ਖਾਓ। ਜੇ ਕੋਲੈਸਟਰੋਲ ਘਟੇਗੀ ਤਾਂ ਤੁਸੀਂ ਬਲੱਡ ਪ੍ਰੈਸ਼ਰ ਤੋਂ ਬਚ ਜਾਓਗੇ, ਹਾਰਟ ਅਟੈਕ ਤੋਂ ਬਚ ਜਾਓਗੇ। 45 ਸਾਲ ਪੂਰੀ ਮਨੁੱਖਤਾ ਨੇ ਇਹਨੂੰ ਝੇਲਿਆ। ਉਹ ਅੱਜ ਵੀ ਡਾਕਟਰ ਐਂਟੀ ਕੋਲੈਸਟਰੋਲ ਦਵਾਈਆਂ ਪਾਈ ਜਾਂਦੇ ਆ। ਅਤੇ ਪਰ ਬਿਮਾਰੀ ਤੇ ਕੋਲੈਸਟਰੋਲ ਹੈ ਹੀ ਹੈ ਨਾ, ਬੈਡ ਤੇ ਇੱਕ ਗੁੱਡ ਕੋਲੈਸਟਰੋਲ ਕਹਿੰਦੇ ਜਦੋਂ। ਹਾਂਜੀ, ਅੱਜ ਪੂਰਾ ਸਿੱਧ ਹੋ ਗਿਆ ਕਿ ਕੋਲੈਸਟਰੋਲ ਇਸ਼ੂ ਹੀ ਨਹੀਂ ਹੈ ਕੋਈ, ਮਤਲਬ ਵੱਧਦਾ ਹੀ ਨਹੀਂ ਕਿਸੇ ਦਾ। ਨਹੀਂ ਵੱਧਦਾ ਹੈ, ਲੇਕਿਨ ਵੱਧਦਾ ਡਿਫਰੈਂਟ ਗੱਲ ਹੈ, ਲੇਕਿਨ ਉਹਦਾ ਬਿਮਾਰੀਆਂ ਨਾਲ ਕੋਈ ਤਾਲੁਕ ਨਹੀਂ ਹੈ, ਪਰ ਆਪਣੇ ਆਪ ਖਾਣੇ ਨਾਲ ਕੋਈ ਤਾਲੁਕ ਨਹੀਂ ਹੈ। ਅੱਛਾ, ਖਾਣਾ ਖਾਣ ਨਾਲ ਕੋਲੈਸਟਰੋਲ ਦਾ ਕੋਈ ਤਾਲੁਕ ਨਹੀਂ, ਪਹਿਲੀ ਗੱਲ। ਫਿਰ ਕੋਲੈਸਟਰੋਲ ਦਾ ਬਿਮਾਰੀਆਂ ਨਾਲ ਕੋਈ ਤਾਲੁਕ ਨਹੀਂ ਹੈ, ਪ੍ਰੂਵ ਹੋ ਗਿਆ। ਅਮਰੀਕਨ ਗਵਰਨਮੈਂਟ ਨੇ ਕਹਿ ਦਿੱਤਾ ਵੀ ਕੋਲੈਸਟਰੋਲ ਖਾਓ, ਜਿੰਨੇ ਮਰਜ਼ੀ ਅੰਡੇ ਖਾਓ, ਜਿੰਨੇ ਮਰਜ਼ੀ ਘਿਓ ਖਾਓ, ਤਾਂ ਉਹਨਾਂ ਸਰਕਾਰੀ ਤੌਰ 'ਤੇ ਮੰਨ ਲਿਆ ਉਹਨਾਂ ਨੇ। ਕੋਲੈਸਟਰੋਲ ਬਣਨਾ ਜਾਂ ਵਧਣਾ ਉਹ ਤਾਂ ਇੱਕ ਬਿਮਾਰੀ ਹੈ ਨਾ। ਨਹੀਂ ਉਹ ਠੀਕ ਹੈ ਜੀ, ਆਪਾਂ ਜੇ ਜ਼ਿਆਦਾ ਖਾਵਾਂਗੇ ਤਾਂ ਬੰਦੇ ਦੇ ਅੰਦਰ ਬੈਡ ਕੋਲੈਸਟਰੋਲ ਇਕੱਠੀ ਹੋ ਜਾਂਦੀ ਹੈ, ਕੁਛ ਨਾ ਕੁਛ ਨੁਕਸਾਨ ਕਰਦੀ ਹੈ ਉਹ। ਲੇਕਿਨ ਜਿਸ ਢੰਗ ਨਾਲ ਉਹਨੇ ਕਿਹਾ ਕਿ ਕੋਲੈਸਟਰੋਲ ਕਰਕੇ ਹੁੰਦਾ, ਉਹ ਸਾਰੀ ਗੱਲ ਗਲਤ ਪ੍ਰੂਵ ਹੋ ਗਈ ਹੋਈ ਆ। ਅੱਛਾ, ਉਹਦਾ ਜਿਹੜਾ ਹਾਰਟ ਦੀਆਂ ਨਾੜਾਂ ਬਲੌਕ ਹੋਣ ਦਾ, ਬਲੱਡ ਪ੍ਰੈਸ਼ਰ ਦਾ ਕਾਰਨ ਡਿਫਰੈਂਟ ਨੇ, ਉਹਦਾ ਸ਼ੂਗਰ ਮੇਨ ਇੰਪੋਰਟੈਂਟ ਹੈ। 4-5 ਦਹਾਕੇ ਇਹ ਰਿਸਰਚ ਸਾਰੀ ਮਨੁੱਖਤਾ ਬੇਵਕੂਫ ਬਣੀ, ਹੁਣ ਆ ਕੇ ਉਹ ਪ੍ਰੂਵ ਹੋ ਗਿਆ ਕਿ ਉਹ ਗਲਤ ਹੈ ਸਟੱਡੀ ਉਹ। ਠੀਕ ਹੈ। ਅਤੇ ਜਿਹੜਾ ਇੰਡੀਆ ਵਰਗਾ ਕੰਟਰੀ ਆ ਜਾਂ ਪੰਜਾਬ 'ਤੇ ਜਿਹੜੇ ਪ੍ਰਭਾਵ ਪੈਂਦੇ ਆ, ਇਹ ਵੈਸਟ ਨੂੰ ਫਿਰ ਫੋਲੋ ਕਰਦੇ ਰਿਸਰਚਿਸ? ਤੁਸੀਂ ਕਹਿੰਦੇ ਹੋ ਕਿ ਅਮਰੀਕਾ 'ਚ ਹੁੰਦੀਆਂ ਡਿੱਟੋ, ਤੋਤੇ ਵਾਂਗੂ ਬੋਲਦੇ ਆ, ਤੋਤੇ ਵਾਂਗੂ। ਜੇ ਤੋਤਾ ਬੋਲਦਾ ਨਾ, ਇਹਨਾਂ ਦੇ ਆਪਣੇ ਸਾਇੰਟਿਸਟ ਇੱਥੇ ਬਹੁਤ ਬੋਲਣ ਨਹੀਂ ਦਿੰਦੇ ਉਹਨਾਂ ਨੂੰ, ਕੋਈ ਬੋਲਣ ਨਹੀਂ ਦਿੰਦਾ। ਇੰਡੀਪੈਂਡੈਂਟਲੀ ਬੋਲਣ ਦੀ ਕੋਈ ਕੋਸ਼ਿਸ਼ ਕਰੇਗਾ ਵੀ ਤਾਂ ਕਿਸੇ ਨੇ ਉਹਨੂੰ ਅਲਾਓ ਹੀ ਨਹੀਂ ਕਰਨਾ ਉਹਨੂੰ। ਮਤਲਬ ਇਸ ਲੈਵਲ 'ਤੇ ਜਿਹੜੀ ਆ ਉਹ ਕਬਜ਼ਾ ਹੁੰਦਾ ਸਟੱਡੀ ਉੱਤੇ। ਬਹੁਤ ਜ਼ਿਆਦਾ ਕਬਜ਼ਾ ਉਹਨਾਂ ਦੀ ਬੋਲੀ ਬੋਲਦੇ ਆ। ਅਤੇ ਪੰਜਾਬ ਦੀ ਜੇ ਗੱਲ ਕਰੀਏ, ਪੰਜਾਬ ਵਿੱਚ ਕਿਹੜੀ ਜਿਹੜੀ ਆ GM ਦੀ ਤੁਸੀਂ ਗੱਲ ਕੀਤੀ ਕਿ ਆਸਟ੍ਰੇਲੀਆ ਦੇ ਅੰਦਰ ਜਾਂ ਕਈ ਫਸਲਾਂ ਅਮਰੀਕਾ ਦੇ ਅੰਦਰ GM ਹੋ ਚੁੱਕੀਆਂ, ਜਾਂ ਹੋਰ ਯੂਰਪ ਦੇ ਅੰਦਰ GM ਹੋ ਚੁੱਕੀਆਂ। ਪੰਜਾਬ ਦੇ ਅੰਦਰ ਕਿਹੜੀਆਂ ਫਸਲਾਂ ਜਿਹੜੀਆਂ? ਪੰਜਾਬ ਦੇ ਇੰਡੀਆ ਦੇ ਅੰਦਰ ਸਿਰਫ ਇੱਕ ਹੀ ਫਸਲ ਅਲਾਊਡ ਹੈ, ਨਰਮਾ ਹਾਲੇ ਤੱਕ। ਠੀਕ ਹੈ, ਹਾਲੇ ਤੱਕ ਨਰਮਾ ਅਲਾਊਡ ਹੈ। ਨਰਮਾ ਵੀ ਧੋਖੇ ਨਾਲ ਲਿਆ ਗਿਆ। ਨਰਮਾ ਜਿਹੜਾ ਲਿਆਂਦਾ ਗਿਆ, ਧੋਖੇ ਨਾਲ ਲਿਆਂਦਾ ਗਿਆ, ਕਹਿ ਕੇ ਕਿ ਐਡੀਬਲ ਕ੍ਰੌਪ ਨਹੀਂ ਹੈ, ਖਾਣੇ ਵਾਲੀ ਕ੍ਰੌਪ ਨਹੀਂ ਹੈ। ਇਸ ਕਰਕੇ ਕਿਉਂਕਿ ਪੰਜਾਬ ਜਿਹੜਾ ਹਿੰਦੁਸਤਾਨ ਦਾ ਕਾਨੂੰਨ ਅੱਜ ਵੀ ਇਹ ਕਹਿੰਦਾ ਕਿ ਕਿਸੇ ਖਾਣੇ ਵਾਲੀ ਫਸਲ ਜੈਨੇਟੀਕਲ ਮੋਡੀਫਿਕੇਸ਼ਨ ਨਹੀਂ ਹੋ ਸਕਦੀ, ਕਿਉਂਕਿ ਮਨੁੱਖਾਂ ਨੇ ਖਾਣਾ ਉਹ ਇਹਨਾਂ ਨੇ ਪਹਿਲਾਂ ਤਾਂ ਰਿਜੈਕਟ ਕਰਦੇ ਰਹੇ, ਇੱਕ ਦੋ ਵਾਰ ਰਿਜੈਕਟ ਕੀਤਾ ਇਹਨਾਂ ਨੇ, ਬਾਅਦ 'ਚ ਇਹਨਾਂ ਨੇ ਤੀਜੀ ਚੌਥੀ ਵਾਰੀ ਉਹਨੂੰ ਮਨਜ਼ੂਰੀ ਦੇ ਦਿੱਤੀ, ਕਹਿ ਕੇ ਕਿ ਇਹ ਖਾਣ ਵਾਲੀ ਫਸਲ ਨਹੀਂ ਹੈ। ਯਾਨੀ ਕਿ ਕੋਰਾ ਝੂਠ ਹੈ। ਨਰਮਾ ਤਾਂ ਕਪਾਹ ਤਾਂ ਖਾਣ ਵਾਲੀ ਫਸਲ ਹੈ, ਕਿਉਂਕਿ ਤੇਲ ਅਸੀਂ ਉਹਦਾ ਖਾਂਦੇ ਹਾਂ ਅਤੇ ਡੰਗਰ ਸਾਡੇ ਉਹਦੀ ਖਲ ਖਾਂਦੇ ਆ। ਔਰ ਜਿਹੜੀ ਧਰਤੀ ਜਦੋਂ ਪੈਦਾ ਹੋਣਾ ਉੱਥੇ ਤਾਂ ਉੱਥੇ ਜੀਵ ਜੰਤੂਆਂ ਨੇ ਸਾਰਿਆਂ ਨੇ ਖਾਣਾ, ਬੱਕਰੀਆਂ ਨੇ ਵੀ ਖਾਣਾ, ਮੱਝਾਂ ਨੇ ਵੀ ਖਾਣਾ, ਸਭ ਨੇ ਖਾਣਾ, ਜਿਹੜੇ ਪੱਤੇ ਗਿਰੇ ਹੋਣਗੇ। ਫਿਰ ਜਿਹੜੇ 1% ਲੋਕ ਆ ਉਹ ਨਹੀਂ ਇਹ ਚੀਜ਼ਾਂ ਦੇ ਸ਼ਿਕਾਰ, ਉਹ ਕੀ ਖਾਂਦੇ ਹੋਣਗੇ? ਫਿਰ ਉਹ ਕੋਸ਼ਿਸ਼ ਉਹਨਾਂ ਦੀ ਇਹੀ ਹੈ, ਉਹਨਾਂ ਨੇ ਨਵੇਂ ਭਾਂਤ ਦੇ ਤਰੀਕੇ ਕੱਢ ਲਏ ਕਿ ਸਾਰੇ ਆਰਗੈਨਿਕ ਖਾਂਦੇ ਆ। ਜਿੰਨੇ ਟੌਪ ਬੰਦੇ ਬਾਦਲ ਤੋਂ ਲੈ ਕੇ ਟੌਪ ਵਾਸ਼ਿੰਗਟਨ ਦਾ ਪ੍ਰੈਜ਼ੀਡੈਂਟ ਆਫ ਅਮਰੀਕਾ ਤੱਕ ਸਾਰੇ ਆਰਗੈਨਿਕ ਖਾਂਦੇ ਆ। ਅੱਛਾ, ਇੱਥੇ ਉਹ ਨਹੀਂ ਖਾਂਦੇ, ਕੋਈ ਕੈਮੀਕਲ ਨਹੀਂ ਖਾਂਦਾ। ਖੁਦ ਜਿਹੜਾ ਉਹਦਾ ਬਿਲ ਕਲਿੰਗਟਨ ਜਿਹੜਾ ਉਹਦਾ ਬਾਪ ਹੈ ਨਾ ਸਾਰੀਆਂ ਜੈਨੇਟਿਕਲੀ ਮੋਡੀਫਾਈਡ ਫਸਲਾਂ ਦਾ, ਜਿਹੜਾ ਉਹਦਾ ਬਿਲ ਗੇਟਸ, ਉਹ ਖੁਦ ਆਰਗੈਨਿਕ ਖਾਂਦਾ। ਠੀਕ ਹੈ, ਖੁਦ ਆਰਗੈਨਿਕ ਖਾਂਦਾ। ਜਿਹੜੀਆਂ ਗੱਲਾਂ ਤੁਸੀਂ ਕਹੀਆਂ ਖਾਣ ਪੀਣ ਸੰਬੰਧੀ ਕਿ ਇਹ ਬਿਮਾਰੀਆਂ ਦਾ ਕਾਰਨ ਹੈ, ਪਰ ਜੇ ਆਪਣਾ ਭੋਜਨ ਬਦਲ ਦਈਏ ਤਾਂ ਅਸੀਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਸੋ ਇਹਦੇ ਪਿੱਛੇ ਕੋਈ ਰਿਸਰਚ, ਕੋਈ ਇਹਦੇ ਪਿੱਛੇ ਕੰਮ ਹੋਇਆ ਜਾਂ ਇਹ ਤੁਹਾਡੀ ਸਪੈਕੂਲੇਸ਼ਨ ਹੀ ਆ? ਇਹਨੂੰ ਕਿਵੇਂ ਵੇਖਦੇ ਹੋ? ਬਿਲਕੁਲ, ਬਹੁਤ ਵਧੀਆ ਸਵਾਲ ਹੈ ਤੁਹਾਡਾ। ਕਿਉਂਕਿ ਅਕਸਰ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਸਾਡੇ ਸਮਾਜ ਦੇ ਅੰਦਰ ਟੋਟਕਾ ਕਲਚਰ ਹੈ ਕਿ ਅਸੀਂ ਇੱਕ ਦੂਜੇ ਨੂੰ ਦੱਸਦੇ ਹਾਂ ਵੀ ਮੈਨੂੰ ਤੰਦਰੁਸਤ ਹੋਣ ਦਾ ਮੇਰੇ ਕੋਲ ਆਹ ਟੋਟਕਾ ਹੈ। ਉਹ ਸੁਣਿਆ ਸੁਣਾਇਆ ਹੁੰਦਾ, ਉਹ ਅੱਗੇ ਦੇ ਅੱਗੇ ਚੱਲੀ ਜਾਂਦਾ, ਪਤਾ ਨਹੀਂ ਉਹਦੀ ਸੋਰਸ ਕੀ ਹੈ। ਸੋਰਸ ਪਤਾ ਨਹੀਂ, ਕਿਸੇ ਨੂੰ ਪਤਾ ਨਹੀਂ ਉਹਦੀ ਸੋਰਸ ਕੀ ਹੈ। ਉਹ ਬੰਦਾ ਸੁਣਦਾ ਅਤੇ ਸੁਣ ਕੇ ਫਿਰ ਅੱਗੇ ਕਰ ਦਿੰਦਾ। ਅਗਲਾ ਬੰਦਾ ਉਹਨੂੰ ਟੈਸਟ ਕਰਦਾ, ਕਿਤੇ ਫਿੱਟ ਬੈਠ ਗਿਆ, ਕਿਤੇ ਨਾ ਬੈਠਾ, ਮਤਲਬ ਤੀਰ ਤੁੱਕਾ ਹੁੰਦਾ ਵੀ ਕਿਤੇ ਚੱਲ ਗਿਆ, ਕਿਤੇ ਨਾ ਚੱਲਿਆ। ਲੇਕਿਨ ਜਿਹੜੀ ਗੱਲ ਦੀ ਡਾਈਟ ਦੀ ਆਪਾਂ ਗੱਲ ਕਰ ਰਹੇ ਹੁਣ, ਕਿ ਡਾਈਟ ਜੇ ਅਗਰ ਬਦਲ ਲਈ ਅਸੀਂ ਤਾਂ ਲਗਭਗ ਜਿੰਨੀਆਂ
ਸਿਹਤ ਦੀਆਂ ਸਮੱਸਿਆਵਾਂ ਨੇ ਉਹ ਸਹੀ ਰਸਤੇ ਤੇ ਪੈ ਜਾਂਦੀਆਂ ਨੇ ਤੇ ਹੌਲੀ ਹੌਲੀ ਬੰਦਾ ਜਿਹੜਾ ਤੰਦਰੁਸਤ ਹੋ ਜਾਂਦਾ ਦੁਬਾਰਾ। ਔਰ ਵਿਗਿਆਨ ਨੇ ਜਿਹੜਾ ਸਿੱਧ ਕਰਤਾ ਕਿ 125 ਸਾਲ ਲਈ ਮਨੁੱਖ ਬਣਿਆ। ਜਿਹੜੀ ਇੱਕ ਰਚਨਾ ਹੈ ਕੁਦਰਤ ਨੇ ਪਰਮਾਤਮਾ ਨੇ ਕੀਤੀ ਹੈ ਮਨੁੱਖੀ ਸਰੀਰ ਦੀ, ਉਹ 125 ਸਾਲ ਦੀ ਹੈ ਐਵਰੇਜ ਜੀ। ਤੇ ਮਨੁੱਖ ਨੂੰ 125 ਸਾਲ ਦੇ ਰਾਊਂਡ ਬਟ ਜਿਉਣਾ ਚਾਹੀਦਾ, ਡਿਜ਼ੀਜ਼ ਫਰੀ। ਲੇਕਿਨ ਅੱਜ ਜਿਹੜੀ ਹੈ ਵਰਤਾਰਾ ਨਹੀਂ ਹੋ ਰਿਹਾ, ਤਾਂ ਇਹਦਾ ਮਤਲਬ ਕੁਛ ਨਾ ਕੁਛ ਗੜਬੜ ਹੈ। ਤਾਂ ਉਹ ਗੜਬੜ ਨੂੰ ਅਸੀਂ ਖਾਣਾ ਠੀਕ ਕਰਕੇ ਠੀਕ ਕਰ ਸਕਦੇ ਹਾਂ ਤੇ ਫਿਰ ਤੋਂ ਇਹੋ ਜਿਹਾ ਮਨੁੱਖ ਆਪਾਂ ਪ੍ਰੈਕਟੀਕਲ ਕਰ ਸਕਦੇ ਹਾਂ ਜਿਹਦੇ 'ਚੋਂ ਹਰ ਮਨੁੱਖ 100 ਸਾਲ ਤੋਂ ਵੱਧ ਡਿਜ਼ੀਜ਼ ਫਰੀ ਜਿਉ ਸਕਦਾ। ਉਮਰਾਂ ਵਧੀਆਂ ਵਾ ਕਿ ਘਟੀਆਂ ਵਾ, ਇਹ ਐਵਰੇਜ ਸਮਝਾਓ ਕਿ ਉਮਰਾਂ ਹੁਣ ਅੱਜ ਦੇ ਸਮੇਂ 'ਚ ਘਟ ਰਹੀਆਂ ਜਾਂ ਵੱਧ ਰਹੀਆਂ? ਉਹ ਆਪਾਂ ਜਿਹੜੀ ਗੱਲ ਹੈ ਨਾ, ਉਹਦੇ ਦੋ ਟਰਮਸ ਨੇ, ਇੱਕ ਔਸਤ ਜ਼ਿੰਦਗੀ ਤੇ ਇੱਕ ਹੈਗੀ ਹੈ ਲੌਂਗੇਵਿਟੀ ਆਫ ਲਾਈਫ, ਲੇਕਿਨ ਲੰਬਾਈ ਜ਼ਿੰਦਗੀ ਦੀ, ਕਿ ਜ਼ਿੰਦਗੀ ਕਿੰਨੀ ਲੰਬੀ ਜਿਉਂਦਾ ਮਨੁੱਖ, ਤੇ ਇੱਕ ਹੁੰਦਾ ਔਸਤ ਜਦੋਂ ਆਪਾਂ ਕੱਢਦੇ ਨਾ ਔਸਤ ਉਮਰ ਸਾਡੀ ਵੱਧ ਰਹੀ ਹੈ, ਪੂਰੀ ਦੁਨੀਆ 'ਚ ਵੱਧ ਰਹੀ ਹੈ, ਇੰਡੀਆ 'ਚ ਵੀ ਵੱਧ ਰਹੀ ਹੈ। ਉਹ ਕਿਉਂ ਵੱਧ ਰਹੀ ਹੈ? ਕਿਉਂਕਿ ਬੱਚਿਆਂ ਦੀਆਂ ਮੌਤਾਂ ਜਿਹੜੀਆਂ ਨੇ ਉਹ ਹੁਣ ਨਹੀਂ ਹੋ ਰਹੀਆਂ ਜ਼ਿਆਦਾ। ਜਿੰਨੀਆਂ ਬੱਚਿਆਂ ਦੀਆਂ ਮੌਤਾਂ ਪਹਿਲਾਂ ਹੁੰਦੀਆਂ ਸੀ, ਡਾਇਰੀਆ, ਟੱਟੀਆਂ ਉਲਟੀਆਂ ਲੱਗ ਕੇ, ਹੈਜਾ ਹੋ ਕੇ, ਨਮੂਨੀਆ ਹੋ ਕੇ, ਜਾਂ ਬੱਚਿਆਂ ਨੂੰ ਤਾਂ ਜਿਹੜਾ ਬਹੁਤ ਜ਼ਿਆਦਾ ਕੁਪੋਸ਼ਣ ਸੀਗਾ, ਜਿਹੜਾ ਬਹੁਤ ਜ਼ਿਆਦਾ ਭੁੱਖਮਰੀ ਸੀਗੀ, ਭੁੱਖਮਰੀ ਦਾ ਸ਼ਿਕਾਰ ਬਹੁਤ ਬੱਚੇ ਹੋ ਜਾਂਦੇ ਸੀ ਤੇ ਉਹਦੇ ਨਾਲ ਬਿਮਾਰ ਹੋ ਕੇ ਮਰ ਜਾਂਦੇ ਸੀਗੇ। ਉਹਦੇ ਨਾਲ ਕੀ ਹੁੰਦਾ ਸੀ? ਔਸਤ ਉਮਰ ਥੱਲੇ ਨੂੰ ਆ ਜਾਂਦੀ ਸੀ। ਮੰਨ ਲਓ ਇੱਕ ਬੱਚਾ 1 ਸਾਲ ਦਾ ਮਰ ਗਿਆ, ਇੱਕ ਬੰਦਾ 100 ਸਾਲ ਦਾ ਮਰ ਗਿਆ, ਔਸਤ ਕਿੱਥੇ ਆ ਗਈ? 50 ਸਾਲ 'ਤੇ ਆ ਗਈ। ਤਾਂ ਇਕੱਠੀ ਸਿੱਧੀ ਤੋਂ ਇੱਕ ਥੱਲੇ ਅੱਧ 'ਤੇ ਆ ਜਾਂਦੀ ਸੀ। ਇਹ ਹੁੰਦੀ ਔਸਤ ਉਮਰ। ਔਸਤ ਉਮਰ ਵੱਧ ਰਹੀ ਹੈ, ਲੇਕਿਨ ਔਸਤ ਉਮਰ ਇੰਡੀਕੇਟਰ ਨਹੀਂ ਹੁੰਦੀ ਕਿ ਲੌਂਗੇਵਿਟੀ ਆਫ ਲਾਈਫ। ਲੌਂਗੇਵਿਟੀ ਲਾਈਫ ਦਾ ਮਤਲਬ ਹੈ ਕਿ ਕਿਸੇ ਸਮਾਜ 'ਚ 100 ਸਾਲ ਤੋਂ ਉੱਪਰ ਵਾਲੇ ਬੰਦੇ ਕਿੰਨੇ % ਨੇ, ਫਿਰ 95 ਸਾਲ ਤੋਂ ਉੱਪਰ ਵਾਲੇ ਕਿੰਨੇ ਹੈ, ਫਿਰ 90 ਸਾਲ ਤੋਂ ਉੱਪਰ ਵਾਲੇ ਕਿੰਨੇ ਹੈ, 85 ਸਾਲ ਤੋਂ ਉੱਪਰ ਵਾਲੇ ਕਿੰਨੇ ਹੈ। ਉਹ ਇੰਡੀਕੇਟਰ ਹੈ ਕਿ ਤੁਹਾਡੀ ਜ਼ਿੰਦਗੀ, ਤੁਹਾਡੇ ਸਮਾਜ ਦੇ ਅੰਦਰ ਲੌਂਗੇਵਿਟੀ ਆਫ ਲਾਈਫ ਕਿੰਨੀ ਹੈ। ਲੌਂਗੇਵਿਟੀ ਆਫ ਲਾਈਫ ਘੱਟ ਰਹੀ ਹੈ, ਐਵਰੇਜ ਉਮਰ ਵੱਧ ਰਹੀ ਹੈ। ਇੱਕ ਕੰਟਰਾਡਿਕਸ਼ਨ ਹੈ। ਇਹ ਕੰਟਰਾਡਿਕਸ਼ਨ ਕਿਉਂ ਹੈ? ਉਹ ਮੈਂ ਦੀ ਗੱਲ ਕੀਤੀ ਹੈ ਕਿ ਉਹ ਬੱਚਿਆਂ ਦੀਆਂ ਮੌਤਾਂ ਜਿਹੜੀਆਂ ਪ੍ਰੀਵੈਂਟ ਹੋ ਰਹੀਆਂ ਨੇ ਅੱਜ ਵੀ। ਪਰ ਉਹ ਕੌਣ ਪ੍ਰੀਵੈਂਟ? ਫਿਰ ਦਵਾਈ ਪ੍ਰੀਵੈਂਟ ਕਰ ਰਹੀ ਹੈ? ਨਹੀਂ, ਦਵਾਈ ਨਹੀਂ ਪ੍ਰੀਵੈਂਟ ਕਰ ਰਹੀ। ਸਮਾਜ ਦੇ ਅੰਦਰ ਆਫਟਰ ਕੁਛ ਨਾ ਕੁਛ ਵਿਕਾਸ ਤਾਂ ਹੋ ਰਿਹਾ ਨਾ, ਕੁਛ ਨਾ ਕੁਛ ਜਿੰਨਾ ਵਿਕਾਸ ਹੋ ਰਿਹਾ ਉਹਦਾ ਥੋੜ੍ਹਾ ਬਹੁਤਾ ਰਹਿੰਦ ਖੂੰਹਦ ਥੱਲੇ ਤੱਕ ਪਹੁੰਚ ਰਹੀ ਹੈ। ਇਹ ਤਾਂ ਨਹੀਂ ਵੀ ਕਿਸੇ ਨੂੰ ਗਰੀਬ ਤੋਂ ਗਰੀਬ ਬੰਦਾ ਵੀ ਹੈ, ਉਹਦੇ ਤੱਕ ਵੀ ਜੋ ਕੁਛ ਹੋਇਆ ਹੈ, ਖੇਤੀ ਦੇ ਅੰਦਰ ਵਿਕਾਸ ਹੋਇਆ, ਮਨੁੱਖ ਦਾ ਵਿਕਾਸ ਹੋਇਆ, ਪੜ੍ਹਾਈ ਲਿਖਾਈ ਵਧੀ, ਕੋਈ ਲੋਕ ਰੁਜ਼ਗਾਰ ਵਧੇ, ਉਹਦਾ ਕੁਛ ਨਾ ਕੁਛ ਥੋੜ੍ਹਾ ਬਹੁਤਾ ਹਿੱਸਾ ਜਿਹੜਾ ਗਰੀਬ ਨੂੰ ਮਿਲਿਆ। ਉਹਦੇ ਨਾਲ ਕੀ ਹੋਇਆ? ਬੱਚੇ ਜਿਹੜੇ ਸੀਗੇ ਬਹੁਤ ਵੱਡੀ ਮਾਤਰਾ 'ਚ ਕੁਪੋਸ਼ਣ ਦਾ ਸ਼ਿਕਾਰ ਹੋ ਕੇ ਮਰ ਜਾਂਦੇ ਸੀ। ਉਹਦੇ 'ਚ ਦਵਾਈਆਂ ਦਾ ਵੀ ਰੋਲ ਥੋੜ੍ਹਾ ਬਹੁਤ ਹੋਊਗਾ ਜ਼ਰੂਰ, ਕਿਉਂ ਨਹੀਂ ਹੋਊਗਾ? ਦਵਾਈਆਂ ਦਾ, ਮੈਡੀਕਲ ਸਾਇੰਸ ਦਾ ਵੀ ਰੋਲ ਹੋਏਗਾ, ਬਿਲਕੁਲ ਹੋਏਗਾ, ਇਹ ਗੱਲ ਮੰਨਣ ਵਾਲੀ ਹੈ। ਪਰ ਉਹ 'ਚ ਜ਼ਿਆਦਾ ਨਹੀਂ। ਜ਼ਿਆਦਾ ਰੋਲ ਕਾਹਦਾ? ਪੜ੍ਹਾਈ ਲਿਖਾਈ ਦਾ ਹੈ, ਚੇਤਨਾ ਦਾ ਹੈ, ਖੇਤੀ ਜਿਹੜੀ ਹੈ ਫਸਲਾਂ ਵਧੀਆ ਹੋਣ ਲੱਗੀਆਂ, ਉਹਦਾ ਜਿਹੜੀ ਸਵੀਰ ਕਿਸਮ ਦੀ, ਅੱਤ ਕਿਸਮ ਦੀ ਜਿਹੜੀ ਕੁਪੋਸ਼ਣ ਹੁੰਦੀ ਸੀ ਉਹ ਨਹੀਂ ਹੈ ਹੁਣ ਜਿਹੜੀ ਕੁਪੋਸ਼ਣ ਹੈ ਥੋੜ੍ਹੀ ਲੋ ਲੈਵਲ ਦੀ ਹੈ। ਸੋ ਇਸ ਕਿਸਮ ਦੇ ਫੈਕਟਰ ਜਿਹੜੇ ਨੇ ਉਹਦੇ 'ਚ ਆਏ ਆ। ਸੋ ਉਹ ਜੇ ਤੁਸੀਂ ਕਿਸੇ ਕਬਰਸਤਾਨ ਦਾ ਰਜਿਸਟਰ ਦੇਖ ਲਿਓ ਜਾ ਕੇ, ਪਿੰਡ ਦੇ ਵਿੱਚ ਤੋਂ ਲੈ ਕੇ ਸ਼ਹਿਰ 'ਚ, ਤੁਹਾਨੂੰ ਤੁਸੀਂ ਪਾਓਗੇ ਕਿ ਅੱਧੇ ਬੰਦੇ 70 ਸਾਲ ਤੋਂ ਪਹਿਲਾਂ ਮਰ ਰਹੇ ਆ ਅੱਜ ਦੇ ਯੁੱਗ 'ਚ, 21ਵੀਂ ਸਦੀ 'ਚ, ਜਦੋਂ ਕਿ ਪੋਸੀਬਲ ਹੈ ਕਿ ਕਲੇਮ ਕੀਤਾ ਜਾਂਦਾ ਕਿ ਹਰ ਬਿਮਾਰੀ ਦਾ ਇਲਾਜ ਹੈ। ਤਾਂ ਕਿਉਂ ਬੰਦਾ 100 ਸਾਲ ਤੋਂ ਪਹਿਲਾਂ ਮਰ ਰਿਹਾ? ਨਹੀਂ ਮਰਨਾ ਚਾਹੀਦਾ, ਲੇਕਿਨ ਅੱਧੇ ਬੰਦੇ 70 ਸਾਲ ਤੋਂ ਪਹਿਲਾਂ ਮਰ ਰਹੇ, ਅੱਧੇ। ਸੋ ਉਹ ਜਿਹੜੀ ਉਹ ਗੱਲ ਸੋਚਣ ਵਾਲੀ ਹੈ। ਤਾਂ ਉਹ ਕਿਉਂ ਮਰ ਰਹੇ ਆ? ਉਹ ਮਰ ਰਹੇ ਬਿਮਾਰੀਆਂ ਨਾਲ। ਅਤੇ ਜੇ ਬਿਮਾਰੀਆਂ ਅਸੀਂ ਰੋਕ ਲਈਏ ਜਿਹੜੀਆਂ ਕਿ ਖਾਣੇ ਨਾਲ ਰੁਕ ਜਾਂਦੀਆਂ ਨੇ। ਅਤੇ ਉਹ ਜਿਹੜਾ ਤੁਸੀਂ ਸਵਾਲ ਕੀਤਾ ਸੀਗਾ ਕਿ ਕੀ ਉਹ ਟੋਟਕਾ ਹੀ ਨਹੀਂ ਸਿਰਫ, ਕਿ ਕੀ ਉਹਦਾ ਕੋਈ ਸਾਇੰਟੀਫਿਕ ਆਧਾਰ ਹੈ? ਪਹਿਲਾ ਸਾਇੰਟੀਫਿਕ ਆਧਾਰ ਤਾਂ ਹੈ ਕਿ ਸਾਡੇ ਪੁਰਖੇ ਸਾਡਾ ਆਯੁਰਵੇਦ ਜਿਹੜਾ ਪਿਆ, ਆਯੁਰਵੇਦ ਸਾਰਾ ਦਾ ਸਾਰਾ ਸੀਗਾ ਉਹ ਡਾਈਟ ਦੇ ਉੱਪਰ ਫੋਕਸ ਸੀਗਾ। ਤੁਸੀਂ ਸਾਰਾ ਆਯੁਰਵੇਦ ਪੜ੍ਹ ਲਓ। ਆਯੁਰਵੇਦ ਕਹਿੰਦਾ ਭੋਜਨ ਤੁਹਾਡੀ ਦਵਾ ਹੈ, ਸਭ ਤੋਂ ਵਧੀਆ ਦਵਾ ਭੋਜਨ ਹੈ। ਭੋਜਨ ਤੋਂ ਉੱਤਮ ਕੋਈ ਦਵਾ ਨਹੀਂ ਹੈ। ਤੁਹਾਡਾ ਭੋਜਨ ਵੀ ਹੈ, ਦਵਾ ਵੀ ਹੈ। ਸਾਡੇ ਆਯੁਰਵੇਦ 'ਚ ਸੈਂਕੜੇ ਹਜ਼ਾਰਾਂ ਪੌਦੇ ਹੈ, ਜਿਹੜੇ ਕੁਛ ਪੌਦੇ ਨੇ ਇਕੱਲੇ ਦਵਾ ਨੇ, ਕੁਛ ਪੌਦੇ ਨੇ ਉਹ ਭੋਜਨ ਵੀ ਨੇ, ਦਵਾ ਵੀ ਨੇ। ਤਾਂ ਉਹ ਕਹਿੰਦਾ, ਆਯੁਰਵੇਦ ਕਹਿੰਦਾ ਕਿ ਭੋਜਨ ਸਾਰਾ ਹੀ ਭੋਜਨ ਵੀ ਹੈ, ਦਵਾ ਵੀ ਹੈ। ਲੇਕਿਨ ਦਵਾ ਪੌਦੇ ਭੋਜਨ ਨਹੀਂ ਹੁੰਦੇ। ਦਵਾ ਪੌਦੇ ਕਿਉਂਕਿ ਬਹੁਤ ਥੋੜ੍ਹੀ ਮਾਤਰਾ 'ਚ ਅਸੀਂ ਖਾਂਦੇ ਹਾਂ, ਭੋਜਨ ਨਹੀਂ ਹੈਗੇ, ਲੇਕਿਨ ਇਕੱਲੇ ਦਵਾ ਨੇ। ਤਾਂ ਭੋਜਨ ਸਾਡਾ ਸਭ ਤੋਂ ਵਧੀਆ ਦਵਾ, ਕਿਉਂਕਿ ਅਸੀਂ 1.5 ਕਿਲੋ 2 ਕਿਲੋ 3 2.5 ਕਿਲੋ ਖਾਣਾ ਰੋਜ਼। ਤਾਂ ਅਸਲ ਦਵਾ ਉਹ ਹੈ, ਇਹ ਸਾਰਾ ਆਯੁਰਵੇਦ ਕਹਿੰਦਾ। ਸੋ ਸਾਡੀ ਪੁਰਾਤਨਤਾ ਹਿਸਟਰੀ ਇਸ ਗੱਲ ਦੀ ਪਈ, ਸਾਡੀ ਸੱਭਿਅਤਾ ਇਸ ਗੱਲ 'ਤੇ ਖੜੀ ਹੈ ਕਿ ਭੋਜਨ ਸਭ ਤੋਂ ਉੱਤਮ ਦਵਾ ਹੈ। ਸਾਡੇ ਪੁਰਖੇ ਵੀ ਕਹਿੰਦੇ ਆ, ਤੁਸੀਂ ਗੁਰਬਾਣੀ ਪੜ੍ਹ ਲਓ, ਉਹਦੇ ਅੰਦਰ ਵੀ ਸਾਰਾ ਹੈਗਾ, ਸਾਰਾ ਜਿਹੜਾ ਵਰਣਨ ਹੈ। ਉਹਦੀ ਲੇਟੈਸਟ ਜਿਹੜੀ ਸਟੱਡੀ ਹੋਈ ਉਹਨੂੰ ਚਾਈਨਾ ਸਟੱਡੀ ਕਹਿੰਦੇ ਆ। ਚਾਈਨਾ ਸਟੱਡੀ ਦੁਨੀਆ ਦੀ ਸਭ ਤੋਂ ਲੰਬੀ ਨਿਊਟ੍ਰੀਸ਼ਨ ਦੀ ਸਟੱਡੀ ਹੋਈ ਹੈ ਭੋਜਨ 'ਤੇ। ਉਹ 1985 'ਚ ਆ ਕੇ ਕੰਕਲੂਡ ਹੋਈ ਸੀਗੀ। 20 ਸਾਲ ਚੱਲੀ ਉਹ, 20 ਸਾਲ ਲੰਬੀ ਪੂਰੇ ਦਾ ਪੂਰਾ ਚਾਈਨਾ ਸਟੱਡੀ ਕਰਤਾ ਉਹਨਾਂ ਨੇ। ਉਹ ਇਕੱਲੀ ਚਾਈਨਾ ਦੀ ਨਹੀਂ ਸੀਗੀ, ਇੱਕ ਅਮਰੀਕਨ ਯੂਨੀਵਰਸਿਟੀ ਸੀਗੀ, ਇੱਕ ਬ੍ਰਿਟਨ ਦੀ ਯੂਨੀਵਰਸਿਟੀ ਸੀ ਅਤੇ ਇੱਕ ਚਾਈਨਾ ਦੀ ਯੂਨੀਵਰਸਿਟੀ ਸੀ। 3 ਯੂਨੀਵਰਸਿਟੀਆਂ ਦੀ ਸਟੱਡੀ ਸੀਗੀ। ਉਹਨਾਂ ਨੇ ਸਟੱਡੀ ਕੀਤੀ ਅਤੇ ਉਹਨਾਂ ਨੇ ਪਾਇਆ ਕਿ ਜੇ ਭੋਜਨ ਠੀਕ ਹੋਵੇ ਤਾਂ ਬਿਮਾਰੀਆਂ ਨਹੀਂ ਲੱਗਦੀਆਂ, ਖਾਸ ਕਰਕੇ ਉਹ ਬਿਮਾਰੀਆਂ ਜਿਹੜੀਆਂ ਕਿ ਲੰਬੇ ਸਮੇਂ ਚੱਲਣ ਵਾਲੀਆਂ ਹੁੰਦੀਆਂ ਨੇ, ਡਾਇਬਟੀਜ਼, ਸ਼ੂਗਰ, ਕੈਂਸਰ ਵਰਗੀਆਂ। ਇਹ ਗੱਲ ਉਹਨੇ ਪ੍ਰੂਵ ਕਰਤੀ ਕਿ ਆਹ ਭੋਜਨ ਜਿਹੜੇ ਖਾਓ ਤਾਂ ਬਿਮਾਰ ਨਹੀਂ ਹੁੰਦਾ ਬੰਦਾ।
ਦੂਜੀ ਸਟੇਜ 'ਤੇ ਆ ਕੇ ਉਹਨਾਂ ਦੇ ਮਨ 'ਚ ਇੱਕ ਗੱਲ ਆਈ ਵੀ ਇਹ ਤਾਂ ਗੱਲ ਸਿੱਧ ਹੋ ਗਈ, ਅਸੀਂ ਸਿੱਧ ਕਰਤੀ ਕਿ ਵੀ ਆਹ ਡਾਈਟ ਖਾਣ ਵਾਲੇ ਜਿਹੜੇ ਬੰਦੇ ਨੇ ਉਹਨਾਂ ਨੂੰ ਇਹ ਪੁਰਾਣੀਆਂ ਬਿਮਾਰੀਆਂ ਜਿਹੜੀਆਂ ਲੰਬੇ ਸਮੇਂ ਚੱਲਣ ਵਾਲੀਆਂ ਬਿਮਾਰੀਆਂ ਨਹੀਂ ਲੱਗਦੀਆਂ ਅਤੇ ਬਾਕੀਆਂ ਨੂੰ ਲੱਗਦੀਆਂ ਨੇ। ਵੀ ਜੇ ਬਿਮਾਰਾਂ ਨੂੰ ਅਸੀਂ ਉਹੀ ਖੁਰਾਕ ਦੇ ਦਈਏ ਫਿਰ ਤਾਂ ਉਹ ਜਦੋਂ ਉਹਨੇ ਦਿੱਤੀ 2 3 4 ਸਾਲ ਖਵਾ ਕੇ ਦੇਖੀ ਉਹ ਡਾਈਟ ਤਾਂ ਉਹ ਆਪ ਹੀ ਹੈਰਾਨ ਹੋ ਗਏ। ਉਹਨੂੰ ਆਸ ਹੀ ਨਹੀਂ ਸੀਗੀ, ਉਹ ਬਿਮਾਰ ਵੀ ਠੀਕ ਹੋ ਗਏ ਸੇਮ ਡਾਈਟ ਖਾ ਕੇ। ਜਦੋਂ ਉਹਨਾਂ ਬਿਮਾਰਾਂ ਦੀ ਡਾਈਟ ਉਹਨਾਂ ਨੇ ਬਦਲੀ, ਉਹ ਡਾਈਟ ਦਿੱਤੀ ਜਿਹਦੇ ਨਾਲ ਕਿ ਬਿਮਾਰ ਨਹੀਂ ਸੀ ਹੋ ਰਹੇ ਲੋਕ, ਤਾਂ ਉਹ ਬਿਮਾਰ ਵੀ ਮੁੜ ਕੇ ਤੰਦਰੁਸਤ ਹੋ ਗਏ। ਤਾਂ ਉਹ ਸਟੱਡੀ ਦਾ ਨਾਂ ਹੈ ਚਾਈਨਾ ਸਟੱਡੀ। ਤਾਂ ਚਾਈਨਾ ਸਟੱਡੀ ਦਾ ਜਿਹੜਾ ਨੈਟ ਸ਼ੈਲ ਕਨਕਲੂਜਨ ਹੈ ਉਹ ਹੈਗਾ ਪਲਾਂਟ ਬੇਸਡ ਹੋਲ ਫੂਡ, ਕਿ ਪੌਦਿਆਂ 'ਤੇ ਆਧਾਰਿਤ ਫੂਡ ਉੱਦਾਂ ਹੀ ਜਿੱਦਾਂ ਨੇਚਰ 'ਚ ਹੈ, ਕੁਦਰਤ ਤੋਂ ਸਿੱਧਾ ਸਾਡੇ ਤੱਕ, ਵਿਚੋਲੀਆ ਬਹੁਤ ਥੋੜ੍ਹਾ ਹੋਵੇ। ਤਾਂ ਜੇ ਉਹ ਭੋਜਨ ਖਾਓ ਤਾਂ ਬਿਮਾਰੀ ਲੱਗਦੀ ਨਹੀਂ ਹੈ, ਜੇ ਲੱਗੀ ਹੋਈ ਹੈ ਤਾਂ ਠੀਕ ਹੋ ਜਾਂਦੀ ਹੈ। ਤਾਂ ਕਿਸੇ ਵੀ ਐਨੀਮਲ ਫੂਡ ਦੀ ਜ਼ਰੂਰਤ ਨਹੀਂ ਹੈ, ਉਹਦੇ 'ਚ ਐਨੀਮਲ ਫੂਡ ਦੀ ਜ਼ਰੂਰਤ ਨਹੀਂ ਹੈ, ਜਾਂ ਐਨੀਮਲ ਫੂਡ ਬਹੁਤ ਥੋੜ੍ਹਾ ਖਾਓ, ਘੱਟ ਤੋਂ ਘੱਟ। ਪੁਰਾਣੇ ਭੋਜਨ ਨਾਲ ਨਵੀਆਂ ਬਿਮਾਰੀਆਂ ਜਿਹੜੀਆਂ ਬਣ ਗਈਆਂ, ਜਿਹੜੀਆਂ ਪਹਿਲਾਂ ਨਹੀਂ ਸੀ, ਬਹੁਤ ਜ਼ਿਆਦਾ ਖਤਰਨਾਕ, ਕਿ ਆਪਾਂ ਉਹ ਰਿਸਕ ਲੈ ਸਕਦੇ ਹਾਂ ਕਿ ਆਪਾਂ ਉਹਨੂੰ ਕਹੀਏ ਕਿ ਡਾਕਟਰ ਕੋਲ ਨਾ ਜਾ, ਅਸੀਂ ਆਹ ਚੀਜ਼ ਖਾਤੇ, ਜਿੱਦਾਂ ਕੈਂਸਰ ਹੋ ਗਈ, ਹੁਣ ਕੈਂਸਰ ਤੇ ਬਹੁਤ ਜ਼ਿਆਦਾ ਮੌਤ ਹੀ ਵਿਖਦੀ ਹੈ ਕੈਂਸਰ ਤੋਂ ਅੱਗੇ, ਫਿਰ ਆਪਾਂ ਉਹ ਰਿਸਕ ਲੈ ਸਕਦੇ ਹਾਂ ਕਿ ਆਪਾਂ ਉਹਨੂੰ ਉਹ ਦਵਾਈ, ਤੇ ਇਦਾਂ ਦਾ ਸਾਹਮਣੇ ਆਇਆ ਕੋਈ ਦਵਾਈ ਤੋਂ ਬਗੈਰ ਕੋਈ ਇਹਦੇ ਨਾਲ ਹੀ ਰਾਜੀ ਹੋ ਗਿਆ ਹੋਵੇ? ਦੋ ਸੈਂਕੜੇ ਲੋਕ, ਹਜ਼ਾਰਾਂ ਲੋਕ ਹੋ ਰਹੇ ਆ। ਕਿੱਥੇ? ਹਜ਼ਾਰਾਂ ਲੋਕ, ਸਾਰੇ ਕਿਤੇ ਹੋ ਰਹੇ ਆ। ਠੀਕ ਹੈ, ਸ਼ੂਗਰ ਦੇ ਸਾਰੇ ਮਰੀਜ਼ ਠੀਕ ਹੋ ਜਾਂਦੇ ਆ। ਇਹ ਨੈਚੁਰੋਪੈਥੀ ਨੂੰ ਹੋਰ ਦੁਨੀਆ 'ਚ ਕਿੱਥੇ ਤੁਹਾਨੂੰ ਲੱਗਦਾ? ਨੈਚੁਰੋਪੈਥੀ ਨਾ ਕੋ, ਨੈਚੁਰੋਪੈਥੀ ਥੋੜੀ ਜਿਹੀ ਨੈਰੋ ਟਰਮ ਹੈ। ਉਹ ਨੈਚੁਰੋਪੈਥੀ ਵਾਲੇ ਖਾਸ ਟੈਕਨੀਕ ਯੂਜ਼ ਕਰਦੇ ਆ, ਹਵਾ ਨਾਲ ਇਲਾਜ ਕਰਦੇ ਆ, ਪਾਣੀ ਨਾਲ ਕਰਦੇ ਆ, ਮਿੱਟੀ ਨਾਲ ਕਰਦੇ ਆ। ਇਹਨੂੰ ਕਹ ਲਓ ਨੈਚੁਰਲ ਕਿਉਰ। ਨੈਚੁਰੋਪੈਥੀ ਥੋੜ੍ਹਾ ਜਿਹਾ ਉਹਦਾ ਫੀਲਡ ਵੱਖਰਾ ਹੈ, ਹਾਲਾਂਕਿ ਇਹ ਵੀ ਨੈਚੁਰੋਪੈਥੀ ਹੋਈ ਹੈ, ਲੇਕਿਨ ਜਦੋਂ ਆਪਾਂ ਨੈਚੁਰੋਪੈਥੀ ਕਹਿੰਦੇ ਹਾਂ ਤਾਂ ਉਹ ਫਿਰ ਮਿੱਟੀ ਦੇ ਲੇਪ ਅਤੇ ਉਹ ਜਲ ਇਸ਼ਨਾਨ ਅਤੇ ਬਾਥਸ ਅਤੇ ਉਹ ਇਹ ਨੈਚੁਰਲ ਕਿਉਰ, ਯਾਨੀ ਕਿ ਡਰੱਗ ਫਰੀ, ਬਿਨਾਂ ਦਵਾਈਆਂ ਦੇ ਇਲਾਜ ਕਰਨ ਦਾ ਸਾਰਾ ਕੁਝ, ਜੋ ਕੁਝ ਆਉਂਦਾ ਉਹ ਸਾਰਾ ਇਹਦੇ ਵਿੱਚ ਹੈ। ਇਹ ਸਮਝਾਓ। ਜਿਵੇਂ ਕਿ ਫੂਡ ਹੋ ਗਿਆ, ਇੱਕ ਖਾਣਾ ਹੋ ਗਿਆ, ਜਿਵੇਂ ਕਿ ਫਿਜ਼ੀਕਲ ਐਕਟੀਵਿਟੀ ਜਾਂ ਵਰਜਿਸ਼ ਹੋ ਗਈ, ਜਿਵੇਂ ਕਿ ਕੁਛ ਮੈਡੀਕਲ ਜਿਹੜੇ ਸਾਡੇ ਆਲੇ ਦੁਆਲੇ ਵਿਚਰਦੇ ਕੁਛ ਪਲਾਂਟ ਨੇ ਉਹਨਾਂ ਦੀ ਵਰਤੋਂ ਹੋ ਗਈ, ਜਿਵੇਂ ਕਿ ਤੁਹਾਡਾ ਮਾਈਂਡ ਮੈਨੇਜਮੈਂਟ ਹੋ ਗਈ, ਕਿ ਮਾਈਂਡ ਨੂੰ ਖੁਸ਼ ਕਿੱਦਾਂ ਰਹਿਣਾ, ਖੁਸ਼ ਰਹਿ ਕੇ ਕਿੱਦਾਂ ਆਪਣਾ ਚੱਲਣਾ। ਇੱਕ ਬੰਦੇ ਨੂੰ, ਮੇਲ ਨੂੰ ਦਿਹਾੜੀ 'ਚ ਕਿੰਨਾ ਕੁ ਤੁਰ ਲੈਣਾ ਚਾਹੀਦਾ? ਜੇ ਕਸਰਤ ਦੀ ਗੱਲ ਕਰੀਏ, ਆਮ ਜ਼ਿੰਦਗੀ 'ਚੋਂ ਕਿੰਨਾ ਕੁ ਤੁਰ ਲੈਂਦਾ ਸੀ ਅੱਜ ਤੋਂ 100 ਸਾਲ ਪਹਿਲਾਂ, 150 ਸਾਲ ਪਹਿਲਾਂ? 100 ਸਾਲ ਤੋਂ ਪਹਿਲਾਂ ਐਵਰੇਜ ਕਹਿੰਦੇ ਆ ਕਿ 18 ਤੋਂ ਲੈ ਕੇ 25 ਕਿਲੋਮੀਟਰ ਰੋਜ਼ ਦਾ ਵਾਕ ਸੀਗੀ। ਇੰਨੀ? ਹਾਂ, ਹਰ ਬੰਦੇ ਦੀ ਲਗਭਗ। ਪੁਰਾਤਨ ਮਨੁੱਖ ਦੀ, ਹਾਂ। ਠੀਕ ਹੈ। ਤੇ ਔਰਤਾਂ ਕੀ ਕੰਮ ਕਰਦੀਆਂ? ਜਿਵੇਂ ਉਹ ਔਰਤਾਂ ਸਾਰੇ ਕੰਮ ਕਰਦੀਆਂ ਸੀਗੀਆਂ। ਔਰਤਾਂ ਦੇ ਚੱਕੀ ਪਿੰਦੀਆਂ ਸੀਗੀਆਂ, ਸਾਰੇ ਘਰ ਦੇ ਜਿੰਨੇ ਟੋਟਲ ਸਾਰੇ ਕੰਮ ਔਰਤਾਂ ਕਰਦੀਆਂ ਸੀ। ਖੇਤਾਂ 'ਚ ਜਾਂਦੀਆਂ ਸੀਗੀਆਂ, ਪੱਠੇ ਵੀ ਲੈ ਆਉਂਦੀਆਂ ਸੀਗੀਆਂ, ਈਵਨ ਟੋਕੇ ਗੇੜਦੀਆਂ ਸੀਗੀਆਂ ਔਰਤਾਂ, ਟੋਕੇ ਗੇੜ ਲੈਂਦੀਆਂ ਸੀਗੀਆਂ। ਜਿਮ ਕਲਚਰ ਬਾਅਦ ਵਿੱਚ ਹੀ ਆਇਆ? ਜਿਮ ਕਲਚਰ ਤਾਂ ਬਹੁਤ ਲੇਟ ਆਇਆ। ਜਿਮ ਕਲਚਰ ਤਾਂ ਚਲੋ ਇੱਕ ਸਪੈਸੀਫਿਕ ਹੋ ਗਿਆ ਨਾ, ਕਿ ਬਾਡੀ ਬਿਲਡਿੰਗ ਵਾਸਤੇ ਹੋ ਗਿਆ, ਲੇਕਿਨ ਫਿਜ਼ੀਕਲ ਐਕਟੀਵਿਟੀ ਕੰਮ ਬੇਸਡ ਹੋਵੇ ਜਿਹੜੀ, ਉਹਦਾ ਜਿਹਨੂੰ ਕਹਿੰਦੇ ਪੁੰਨ ਦਾ ਪੁੰਨ ਅਤੇ ਫਲੀਆਂ ਦੀਆਂ ਫਲੀਆਂ, ਨਾਲੇ ਵਰਜਿਸ਼ ਦੀ ਵਰਜਿਸ਼ ਅਤੇ ਨਾਲੇ ਕੰਮ ਦਾ ਕੰਮ, ਪੈਸੇ ਦੇ ਪੈਸੇ। ਤਾਂ ਫਿਰ ਸਭ ਤੋਂ ਵਧੀਆ ਜਿਹੜੀ ਐਕਸਰਸਾਈਜ਼ ਹੈ ਉਹ ਹੈਗਾ ਫਿਜ਼ੀਕਲ ਵਰਕ, ਕਿ ਸਰੀਰਕ ਕੰਮ ਕਰੋ, ਨਾਲੇ ਤਾਂ 4 ਪੈਸੇ ਮਿਲਣਗੇ, ਨਾਲੇ ਸਿਹਤ ਬਣੇਗੀ। ਮੈਂ ਤੁਹਾਨੂੰ ਪੁੱਛਿਆ ਪੰਜਾਬ ਜਾਂ ਭਾਰਤ ਤੋਂ ਬਾਹਰ ਹੋਰ ਕਿੱਥੇ ਇਸ ਚੀਜ਼ ਦਾ ਸਕੋਪ ਪੈਦਾ ਹੋ ਰਿਹਾ, ਜਾਂ ਲੋਕ ਇੱਧਰ ਨੂੰ ਮੁੜ ਰਹੇ ਆ ਨੈਚੁਰਲ ਕਿਉਰ ਵੱਲ? ਕੋਈ ਮਿਸਾਲ? ਸਾਰੀ ਦੁਨੀਆ 'ਚ ਸਾਰੀ ਦੁਨੀਆ 'ਚ ਹੋ ਰਿਹਾ। ਅਮਰੀਕਾ ਸਭ ਤੋਂ ਵੱਧ ਹੋ ਰਿਹਾ। ਜਿਹੜੀ ਰਿਸਰਚ ਹੈ, ਜਿਹੜੀ ਨੈਚੁਰਲ ਕਿਉਰ ਦੇ ਉੱਪਰ ਸਭ ਤੋਂ ਵੱਧ ਰਿਸਰਚ ਇਸ ਵੇਲੇ ਜਿਹੜੀ ਮਾਡਰਨ ਢੰਗ ਨਾਲ ਹੋ ਰਹੀ ਹੈ, ਅਮਰੀਕਾ 'ਚ ਹੋ ਰਹੀ ਹੈ, ਕਿ ਕਿਵੇਂ ਕੱਚਾ ਭੋਜਨ ਖਾ ਕੇ ਤੰਦਰੁਸਤ ਰਿਹਾ ਜਾ ਸਕਦਾ ਹੈ। ਮਿਲਟਸ ਵਾਲੀ ਰਿਸਰਚ ਜਿਹੜੀ ਅਸੀਂ ਉਹ ਸਾਡੀ ਇੰਡੀਆ ਬੇਸਡ ਹੈ, ਕਿ ਮਿਲਟਸ ਜਿਹੜੇ ਨੇ, ਜਿਹੜੇ ਕਣਕ ਅਤੇ ਚੌਲ ਦਾ ਬਦਲ ਅਸੀਂ ਕਹਿ ਰਹੇ ਹਾਂ, ਮਿਲਟਸ, ਉਹ ਸਾਡੀ ਰਿਸਰਚ ਹੈ ਇੰਡੀਆ ਦੀ। ਇੰਡੀਆ ਬੇਸਡ ਨੇ ਜ਼ਿਆਦਾ, ਬਾਹਰ ਉਹ ਘੱਟ ਪਤਾ ਲੋਕਾਂ ਨੂੰ। ਉਹਦੇ 'ਚ ਡਾਕਟਰ ਖਾਦਰਵਾਲੀ ਨਾਂ ਦਾ ਜਿਹੜਾ ਕਰਨਾਟਕਾ ਦਾ ਵਿਗਿਆਨੀ ਹੈ, 25 ਸਾਲ ਦੀ ਰਿਸਰਚ ਹੈ, ਉਹਦੀ ਦੇਣ ਹੈ ਬਹੁਤ ਵੱਡੀ ਮਨੁੱਖਤਾ ਨੂੰ, ਕਿ ਉਹਨੇ ਉਹ ਮਿਲਟਸ ਨੂੰ ਫਿਰ ਦੁਬਾਰਾ, ਜਿਹੜੇ ਸਾਡੇ ਮੂਲ ਅਨਾਜ ਸੀ, ਜੇ ਕੋਧਰਾ ਹੈ ਬਾਬੇ ਨਾਨਕ ਦਾ, ਕੋਧਰੇ ਦੀ ਹੁਣ ਸਾਖੀ ਆਪਾਂ ਨੂੰ ਸਾਰਿਆਂ ਨੂੰ ਪਤਾ। ਉਸ ਵੇਲੇ ਕੋਧਰਾ ਸਾਡੀ ਪੂਰੀ ਹਿਮਾਲਯਨ ਬੈਲਟ ਦਾ ਮੂਲ ਅਨਾਜ ਸੀਗਾ। ਜਸਟ ਬਾਈ ਚਾਂਸ ਨਹੀਂ ਕਿ ਬਾਬੇ ਨੇ ਭਾਈ ਲਾਲੋ ਤੋਂ ਕੋਧਰੇ ਦੀ ਰੋਟੀ ਮੰਗ ਕੇ ਖਾਧੀ। ਕੋਧਰਾ ਉਸ ਵੇਲੇ ਮੰਨਿਆ ਜਾਂਦਾ ਸੀ ਕਿ ਜਿਹੜਾ ਬੰਦਾ ਸਰੀਰਕ ਤੌਰ 'ਤੇ ਮਜ਼ਬੂਤ ਹੈ, ਉਹ ਕੋਧਰੇ ਦੀ ਰੋਟੀ ਖਾਏਗਾ। ਜਿਹੜੀ ਆਮ ਜਨ ਸਧਾਰਨ ਦੀ ਜਿਹੜੀ ਸੀਗੀ ਖੁਰਾਕ ਸੀਗੀ, ਉਹ ਕੋਧਰਾ ਆਧਾਰਿਤ ਸੀਗੀ, ਜਿਵੇਂ ਪੂਰੀ ਹਿਮਾਲਯਨ ਬੈਲਟ ਦਾ। ਹੁਣ ਸਾਡੇ ਮੈਂ ਹੁਣ ਟਰੇਸ ਕਰਦੇ ਸਵਾਂਕ ਸਾਡੇ ਕਲਚਰ ਦਾ ਅੱਜ ਵੀ, ਸਵਾਂਕ ਸਾਡੇ ਚੌਲਾਂ ਦੇ ਅੰਦਰ, ਜੀਰੀ ਦੇ ਅੰਦਰ ਨਦੀਨ ਹੈ। ਜਿੰਨੇ ਮਿਲਟਸ ਨੇ ਅੱਜ ਜੀਰੀ ਦੇ ਅੰਦਰ ਨਦੀਨ ਦੇ ਤੌਰ 'ਤੇ ਪੈਦਾ ਹੁੰਦੇ, ਸਾਡੇ ਲੋਕਾਂ ਨੂੰ ਪਤਾ ਹੀ ਨਹੀਂ ਹੈ, ਉਹ ਪੱਟ ਕੇ ਛੱਡ ਦਿੰਦੇ ਉਹਨਾਂ ਨੂੰ। ਹਾਲੇ ਵੀ ਇਹਦਾ ਮਤਲਬ ਹੈ ਇਹ ਜੰਗਲੀ ਪਲਾਂਟ ਨੇ, ਸਾਡੇ ਹੁੰਦੇ ਸੀਗੇ ਇੱਥੇ, ਪਹਿਲਾਂ ਸਾਡੇ ਪੁਰਖੇ ਖਾਂਦੇ ਸੀ ਇਹਨਾਂ ਨੂੰ, ਤੰਦਰੁਸਤ ਰਹਿੰਦੇ ਸੀਗੇ। ਬਾਅਦ 'ਚ ਜਦੋਂ ਸਾਨੂੰ ਇਹਨਾਂ ਨੇ ਇੰਡਸਟਰੀਲਾਈਜੇਸ਼ਨ ਵੱਲ ਪਾਇਆ,
ਇਹਨਾਂ ਨੇ ਕੱਲੀ ਕਣਕ ਨੂੰ ਪ੍ਰਦਾਨ ਕਰਤਾ, ਕਣਕ ਚੌਲ ਪ੍ਰਦਾਨ ਕਰਤੇ, ਕਿਉਂਕਿ ਕਣਕ ਚੌਲ 'ਚ ਇਹਨਾਂ ਨੇ ਵਪਾਰ ਕਰਨਾ ਸੀਗਾ, ਉਹ ਸਾਨੂੰ ਕਣਕ ਚੌਲ ਖਾਣ ਲੱਗਦਾ। ਦੋਨੇ ਦੇ ਦੋਨੇ ਬਿਮਾਰੀ ਦਾ ਕਾਰਨ ਨੇ। ਅਸੀਂ ਜਦੋਂ ਕਰੈਕਟਰਾਈਜ਼ ਕਰਦੇ ਹਾਂ ਪੂਰੇ ਅਨਾਜਾਂ ਨੂੰ, ਅਸੀਂ 3 ਹਿੱਸਿਆਂ 'ਚ ਵੰਡਦੇ ਹਾਂ। 2 ਅਨਾਜਾਂ ਨੂੰ ਸਿਰਫ ਅਸੀਂ ਨੈਗੇਟਿਵ ਕਹਿੰਦੇ ਹਾਂ, ਉਹ 'ਚ ਕਣਕ ਤੇ ਚੌਲ ਨੇ। ਦੇਖੋ ਬਾਕੀ ਕੋਈ ਅਨਾਜ ਨੈਗੇਟਿਵ ਨਹੀਂ ਹੈ। ਇਹਨਾਂ ਨੂੰ ਕਿਉਂ ਨੈਗੇਟਿਵ ਕਹਿੰਦੇ ਹੋ? ਉਹ ਕਿਉਂਕਿ ਬਿਮਾਰੀ ਪੈਦਾ ਕਰਦੇ ਆ। ਪਰ ਇਹ ਵੀ ਤਾਂ ਕੁਦਰਤ ਦੀ ਦੇਣ ਆ। ਨਹੀਂ, ਕੁਦਰਤ ਦੀ ਦੇਣ ਨਹੀਂ ਨਾ ਹੈਗੇ, ਇਹ ਬੰਦੇ ਦੀ ਦੇਣ ਨਾ। ਜਿਸ ਢੰਗ ਨਾਲ ਇਹ ਉਗਾਏ ਜਾਂਦੇ ਆ, ਜਿਸ ਢੰਗ ਨਾਲ ਉਗਾਏ ਜਾਂਦੇ ਆ ਸ਼ੁੱਧ, ਇਹਦੇ ਅੰਦਰ ਜਿਵੇਂ ਫਾਰ ਚੌਲ ਨੇ, ਵਾਈਟ ਰਾਈਸ, ਉਹਦੇ ਅੰਦਰ ਕੁਝ ਵੀ ਨਹੀਂ ਹੈ, ਕੱਲੀ ਸਟਾਰਚ ਹੈ, ਸਭ ਕੁਝ ਉੱਡ ਜਾਂਦਾ ਉਹਦੇ 'ਚੋਂ। ਇੱਕ ਦੀ ਵਾਈਟ ਕਹਿੰਦੇ ਹੋ, ਵਾਈਟ ਦੇ ਆਪੋਜ਼ਿਟ ਕੀ ਹੈ ਫਿਰ ਵਾਈਟ ਚੌਲ ਦੇ? ਵਾਈਟ ਚੌਲ ਆ ਵੀ ਚੌਲ ਹੀ ਨੇ ਖਰ, ਜਿਹੜੇ ਮਿਲਟਸ ਨੇ, ਅਸੀਂ ਚੌਲਾਂ ਦੇ ਤੌਰ 'ਤੇ ਖਾਂਦੇ ਨਾ। ਪਰ ਚੌਲ ਵੀ ਕੁਦਰਤ ਦੀ ਇੱਕ ਦਾਤ ਆ। ਨਹੀਂ, ਪਰ ਉਸ ਵੇਲੇ ਦੇ ਚੌਲ ਡਿਫਰੈਂਟ ਸੀ ਨਾ। ਉਹ ਸਾਡੇ ਚੌਲ ਜਿਹੜੇ ਛੱਡਦੇ ਸੀਗੇ, ਉਹ ਐਂ ਥੋੜ੍ਹਾ ਛੱਡਦੇ ਸੀਗੇ, ਬਾਹਰਲਾ ਛਿਲਕਾ ਨਾਲ ਰਹਿੰਦਾ ਸੀ, ਉਹਦੇ ਭਿਉਂ ਕੇ ਛੱਡਦੇ ਸੀਗੇ। ਇਹਨੂੰ ਜਿਹਨੂੰ ਬਰਾਊਨ ਰਾਈਸ ਕਹਿੰਦੇ ਆ, ਜਮਸ ਕਹਿੰਦੇ ਆ ਆਪਾਂ, ਇੰਡੋਸਪਰਮ ਕਹਿੰਦੇ ਆ, ਬ੍ਰੈਨ ਕਹਿੰਦੇ ਆ। ਹਾਂ, ਬਰਾਊਨ ਰਾਈਸ ਹੈ। ਹੁਣ ਅੱਜ ਵੀ ਬਰਾਊਨ ਰਾਈਸ ਵਿਕਦਾ, ਜਿਹੜਾ ਬਰਾਊਨ ਰਾਈਸ ਹੈ, ਬਲੈਕ ਰਾਈਸ ਹੈ, ਉਹ ਮੱਚ ਬੈਟਰ ਨੇ। ਤੇ ਜੇ ਪੁਰਾਣੀ ਕਣਕ ਹੋਵੇ ਫਿਰ ਤੁਸੀਂ ਖਾਣਾ ਠੀਕ ਮੰਨਦੇ ਹੋ? ਤੇ ਉਹ ਪੁਰਾਣੀ ਕਣਕ ਵੀ ਹੋਵੇ, ਇਸ ਵੇਲੇ ਜਿੰਨੇ ਅਸੀਂ ਬਿਮਾਰ ਹੋ ਚੁੱਕੇ ਹਾਂ, ਅਸੀਂ ਪ੍ਰੈਫਰ ਕਰਦੇ ਹਾਂ ਕਿ ਮਿਲਟਸ ਖਾਓ, ਕਿਉਂਕਿ ਅੱਜ ਕੱਲ੍ਹ ਬਿਮਾਰ ਹੋ ਚੁੱਕੇ ਹਾਂ, ਹੁਣ ਅਸੀਂ ਤੰਦਰੁਸਤ ਨਹੀਂ ਹਾਂ। ਉਸ ਵੇਲੇ ਦਾ ਮਨੁੱਖ ਡਿਫਰੈਂਟ ਸੀਗਾ। ਉਸ ਵੇਲੇ ਮਨੁੱਖ ਜਿਹੜਾ ਸੀ ਕਿ ਹਾਰਡ ਵਰਕ ਬਹੁਤ ਸੀਗਾ। ਹੁਣ ਅੱਜ ਵੀ ਤੁਸੀਂ ਬਈਆਂ ਨੂੰ ਕਣਕ ਜੋ ਮਰਜ਼ੀ ਖਵਾਈ ਜਾਓ, ਜਿਹੜਾ ਭਈਆ ਸਾਰਾ ਦਿਨ ਕੰਮ ਕਰਦਾ ਹੈ ਉਹਦਾ ਬਿਮਾਰ ਨਹੀਂ ਹੋ ਰਿਹਾ। ਇਹਦਾ ਮਤਲਬ ਡਾਈਟ ਜਿਹੜੀ ਉਹ ਬੰਦੇ ਦੇ ਹਿਸਾਬ ਨਾਲ ਹੈ ਨਾ, ਕਿ ਸਾਡਾ ਸਰੀਰਕ ਕੰਮ ਹੈ ਨੀਗਾ। ਅਸੀਂ ਖਾ ਰਹੇ ਹਾਂ ਕਣਕ ਤੇ ਚੌਲ, ਜਿਹੜੇ ਕਿ ਸ਼ੁੱਧ ਸਟਾਰਚ ਨੇ, ਉਹ ਸ਼ੁੱਧ ਸਟਾਰਚ ਜਿਹੜਾ ਕਿ ਬਿਮਾਰ ਕਰ ਰਹੀ ਆ। ਚੱਕੀ ਨੂੰ ਕਿਵੇਂ ਵੇਖਦੇ ਹੋ? ਜਿਹੜੀ ਹੁਣ ਚੱਕੀ ਆ ਗਈ ਆ, ਉਹ ਪੀ ਕੇ ਦੂਜਾ ਜਿਹੜਾ ਬ੍ਰਾਨ ਹੈ ਉਹ ਕੱਢ ਰਹੀ ਆ। ਉਹਦੇ 'ਚ ਅਸੀਂ ਕਹਿੰਦੇ ਆਟਾ ਜਿਹੜਾ ਨਾ, ਆਟਾ ਵਰਤਣਾ ਇਟਸੈਲਫ ਹੀ ਬਹੁਤ ਅਨਸਾਇੰਟਿਫਿਕ ਹੈ, ਕਿਉਂਕਿ ਆਟਾ ਜਿਹੜਾ ਉਹਦੀ ਸ਼ੈਲਫ ਲਾਈਫ ਹੀ ਬਹੁਤ ਥੋੜ੍ਹੀ ਹੈ। ਹਫ਼ਤੇ ਬਾਅਦ ਆਟਾ ਖਰਾਬ ਹੋ ਜਾਂਦਾ, ਹਫ਼ਤੇ ਬਾਅਦ ਆਟੇ ਦੀ ਨਿਊਟ੍ਰੀਸ਼ਨਲ ਵੈਲਿਊ ਜਿਹੜੀ ਆ ਉਹ ਬਹੁਤ ਜ਼ਿਆਦਾ ਡਾਊਨ ਚਲੀ ਜਾਂਦੀ ਹੈ। ਸੋ ਆਟਾ ਜਾਂ ਤਾਂ ਰੋਜ਼ ਦਾ ਰੋਜ਼ ਪੀ ਕੇ ਖਾਇਆ ਜਾਵੇ, ਫਿਰ ਤਾਂ ਗੱਲ ਲੱਗ ਹੈ, ਜਿਵੇਂ ਪਹਿਲਾਂ ਕਰਦੇ ਸੀ। ਕਿਵੇਂ? ਹੱਥ ਦੀ ਚੱਕੀ ਨਾਲ, ਜਾਂ ਤਾਂ ਹੱਥ ਦੀ ਚੱਕੀ ਨਾਲ, ਜਾਂ ਡੇਲੀ ਦਾ ਡੇਲੀ ਪੀਸੋ। ਲੇਕਿਨ ਅਸੀਂ ਪ੍ਰੈਫਰ ਹੀ ਨਹੀਂ ਕਰਦੇ। ਹੁਣ ਅਸੀਂ ਰੋਟੀ ਬਣਾਉਣੀ ਵੀ ਇੱਦਾਂ ਦੀ ਸਿਖਾ ਰਹੇ ਹਾਂ ਲੋਕਾਂ ਨੂੰ, ਮਿਲਟਸ ਦੀ, ਜਿਹੜੀ ਕਿ ਉਦੋਂ ਹੀ ਆਟਾ ਪੀਸਣਾ ਬਸ, ਮੌਕੇ 'ਤੇ ਉਹਨੂੰ ਆਟਾ ਬਣਾ ਲੈਣਾ। ਉਹ 'ਚ ਕੀ ਸਮੱਸਿਆ ਪੀਸ ਕੇ ਰੱਖਣ 'ਚ? ਉਹਦੀ ਨਿਊਟ੍ਰੀਸ਼ਨ ਵੈਲਿਊ ਖਰਾਬ ਹੋ ਜਾਂਦੀ ਹੈ। ਜਿਹੜਾ ਗਰਮ ਹੁੰਦਾ ਜਦੋਂ ਆਟਾ, ਉਹ ਇੱਕ ਫੈਕਟਰ ਹੈ, ਗਰਮ ਹੋ ਕੇ ਵੀ ਖਰਾਬ ਹੁੰਦੀ ਹੈ। ਠੰਡੀ ਚੱਕੀ ਚਾਹੀਦੀ ਹੈ, ਠੰਡੀ ਚੱਕੀ ਤਾਂ ਹੈ ਨਹੀਂ ਹੈ, ਗਰਮ ਚੱਕੀ ਹੈ, ਬਹੁਤ ਜ਼ਿਆਦਾ ਗਰਮ ਕਰ ਦਿੰਦੀ ਹੈ ਆਟੇ ਨੂੰ। ਉਹ ਗਰਮ ਕਰਦੀ, ਉਹਦੇ ਨਾਲ ਨਿਊਟ੍ਰੀਸ਼ਨ ਵੈਲਿਊ ਉੱਥੇ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ। ਉਸ ਤੋਂ ਬਾਅਦ ਉਹਦੇ ਅੰਦਰ ਫਿਰ ਜਦੋਂ ਹਵਾ ਲੱਗਦੀ ਉਹਨੂੰ ਆਟੇ ਨੂੰ, ਤਾਂ ਉਹਦਾ ਆਕਸੀਡਾਈਜੇਸ਼ਨ ਸ਼ੁਰੂ ਹੋ ਜਾਂਦੀ ਹੈ ਹਵਾ ਲੱਗਣ ਨਾਲ। ਤਾਂ ਜਿਹੜੀ ਚੀਜ਼ ਅੰਦਰ ਕੁਦਰਤ ਨੇ ਅੰਦਰ ਸਾਂਭ ਕੇ ਰੱਖੀ ਹੋਈ ਸੀ, ਅਸੀਂ ਓਪਨ ਕਰਤੀ। ਉਹ ਓਪਨ ਕਰਕੇ ਜਦੋਂ ਅਸੀਂ ਮਹੀਨਿਆਂ ਬੱਧੀ ਸਾਂਭੀ ਰੱਖਦੇ ਹਾਂ, ਤਾਂ ਉਹ ਕੋਈ ਨਿਊਟ੍ਰੀਸ਼ਨ ਵੈਲਿਊ ਦੀ ਜ਼ੀਰੋ ਹੋ ਜਾਂਦੀ ਹੈ। ਇੱਕ ਬੰਦੇ ਵੇਖੇ ਪਤਲੇ ਵੀ ਹੁੰਦੇ ਆ, ਪਰ ਉਹਨਾਂ ਦਾ ਢਿੱਡ ਵਧੇ ਹੁੰਦੇ ਆ। ਜਿਹੜਾ ਢਿੱਡ ਵਧਣਾ ਵਾ, ਇਹ ਬਹੁਤ ਜ਼ਿਆਦਾ ਆਮ ਹੋ ਗਿਆ। ਹਰ ਬੰਦਾ ਮੋਟਾ ਲੱਗੀ ਜਾਂਦਾ ਬੈਲਟ ਤੋਂ। ਹਾਂ, ਨਹੀਂ, ਉਹ ਮੋਟਾਪੇ ਦੀ ਇੱਕ ਫਾਰਮ ਹੈ ਜਿਹਦੇ 'ਚ ਬੰਦੇ ਦਾ ਵੇਟ ਘੱਟ ਵੀ ਹੁੰਦਾ ਜਾਂ ਨਾਰਮਲ ਹੁੰਦਾ, ਪਰ ਗੋਗੜ ਵਧੀ ਹੁੰਦੀ, ਉਹ ਵੀ ਉਹਨੂੰ ਅੱਜ ਪ੍ਰੂਵ ਹੋ ਗਿਆ ਕਿ ਉਹਨੂੰ ਵੀ ਉਹਨੇ ਨੁਕਸਾਨ ਹੁੰਦਾ ਜਿੰਨਾ ਮੋਟੇ ਬੰਦੇ ਨੂੰ ਹੁੰਦਾ। ਗੋਗੜ ਵਧੀ ਤਾਂ ਉਲਟਾ ਬਿਮਾਰੀ ਦੀ ਨਿਸ਼ਾਨੀ ਹੈ। ਠੀਕ ਹੈ। ਤੇ ਇਹ ਸਾਰਾ ਲਾਈਫ ਸਟਾਈਲ ਜੇ ਆਪਾਂ ਇੱਕ ਬਦਲਣਾ, ਇੱਕ ਸਮਾਜ ਬਣਾਉਣਾ ਜਾਂ ਇੰਡੀਵਿਜੂਅਲ ਲੈਵਲ 'ਤੇ ਜੀਣਾ, ਇੱਦਾਂ ਦੀਆਂ ਇੱਥੇ ਤੁਹਾਡੇ ਨਿਗਾਹ ਦੇ ਵਿੱਚ ਹੈਗੀਆਂ? ਆਪਾਂ ਸਮਾਜ ਇੱਦਾਂ ਦਾ ਸਿਰ ਸਕਦੇ ਹਾਂ? ਬਿਲਕੁਲ, ਅਸੀਂ ਉਹੀ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਇੱਕ ਪ੍ਰੋਟੋਕੋਲ ਡਿਵੈਲਪ ਕਰ ਰਹੇ ਹਾਂ, ਜਿਹੜਾ ਕਿ ਆਮ ਬੰਦੇ ਨੂੰ ਅਸੀਂ ਇੱਕ ਪੈਕੇਜ ਦੀ ਸ਼ਕਲ ਦੇ ਸਕੀਏ, ਸਿੰਪਲ ਸ਼ਕਲ 'ਚ, ਤਾਂ ਕਿ ਬੰਦਾ ਜਾ ਕੇ ਅਡਾਪਟ ਕਰ ਲਵੇ। ਸਾਡੇ ਕੋਲ ਆ ਰਹੇ ਬੰਦੇ ਅਡਾਪਟ ਕਰ ਰਹੇ ਹਾਂ। ਮੈਂ ਇਕੱਲਾ ਨਹੀਂ ਕਰ ਰਿਹਾ, ਬਹੁਤ ਸਾਰੇ ਲੋਕ ਕੰਮ ਕਰ ਰਹੇ ਹਾਂ। ਬਹੁਤ ਸਾਰੀਆਂ ਜਥੇਬੰਦੀਆਂ ਇੰਡੀਆ 'ਚ ਕੰਮ ਕਰ ਰਹੀਆਂ ਨੇ, ਪੰਜਾਬ 'ਚ ਵੀ ਕੰਮ ਕਰ ਰਹੇ ਹਾਂ। ਅਸੀਂ ਤੁਹਾਡੇ ਤੱਕ ਪਹੁੰਚ ਕੀਤੀ ਜਾਵੇ ਤੇ ਤੁਸੀਂ ਮਦਦ ਕਰੋਗੇ ਵੀ ਕੀ ਉਗਾਈਏ, ਕੀ ਖਾਈਏ, ਕਿਵੇਂ ਖਾਈਏ? ਪੂਰੇ ਕਰ ਰਹੇ ਹਾਂ ਅਸੀਂ ਐਤਕੀ ਵੀ ਮਿਲਟਸ ਲਵਾਏ ਆ 2500 ਕਿਸਾਨਾਂ ਨੂੰ। ਸਾਡੀ ਪਲੈਨਿੰਗ 10,000 ਦੀ ਸੀਗੀ, ਲੇਕਿਨ ਉਹ ਲੋਕਡਾਊਨ ਨੇ ਸਾਨੂੰ ਮੂਵ ਨਹੀਂ ਕਰਨ ਦਿੱਤਾ, ਤਾਂ ਅਸੀਂ 2500 ਕਿਸਾਨਾਂ ਨੂੰ ਬੀਜ ਵੰਡ ਸਕੇ। ਅੱਜ ਵੀ 2500 ਕਿਸਾਨਾਂ ਨੇ ਮਿਲਟਸ ਲਾਏ ਹੋਏ ਆ ਪੰਜੇ। ਇਹ ਇੱਕ ਦੋ ਹੋਰ ਵੀ 7 ਵੀ ਲਾਏ ਉਹਨਾਂ ਨੇ, ਤਾਂ ਉਹ ਲਾਏ ਭਾਵੇਂ ਕਨਾਲ ਕਲਾਂ ਨੇ, ਲੇਕਿਨ ਅਸੀਂ ਤਜਰਬਾ ਕੀਤਾ ਤਾਂ ਕਿ ਕਿਸਾਨਾਂ ਦਾ ਥੋੜ੍ਹਾ ਝਾਕਾ ਖੁੱਲ੍ਹੇ। ਐਤਕੀ ਸਾਡੀ ਪਲੈਨਿੰਗ ਹੈ ਕਿ ਪੰਜਾਬ, ਹਰਿਆਣਾ, ਹਿਮਾਚਲ ਨੂੰ ਰਲਾ ਕੇ ਅਸੀਂ 2.5 ਲੱਖ ਘੱਟੋ ਘੱਟ ਕਿਸਾਨ ਨੂੰ ਲਵਾਉਣਾ ਜਿਹੜਾ ਹੈ ਇਹ ਮਿਲਟਸ। ਆਰਥਿਕ ਪੱਖੋਂ ਕਿਵੇਂ ਵੇਖਦੇ ਹੋ? ਬਹੁਤ ਵਧੀਆ, ਇਹਦਾ ਭਵਿੱਖ ਹੀ ਬਹੁਤ ਵਧੀਆ। ਮਿਲਟਸ ਬੇਸਡ ਜਿਹੜੀ ਖੇਤੀ ਹੈ, ਇਹ 4 ਚਫੇਰਿਓਂ ਸਾਡੀ ਧਰਤੀ ਦੀ ਦੋਸਤ ਹੈ। ਧਰਤੀ ਨੂੰ ਕੁਛ ਨਹੀਂ ਮੰਗਦੀ, ਧਰਤੀ ਤੋਂ ਇਹ ਧਰਤੀ ਦਾ ਕੁਛ ਨਹੀਂ ਵਿਗਾੜਦੀ, ਪਾਣੀ ਦਾ ਕੁਛ ਨਹੀਂ ਵਿਗਾੜਦੀ, ਪਾਣੀ ਬਹੁਤ ਘੱਟ ਮੰਗਦੀ ਹੈ। ਜੀਵ ਜੰਤੂਆਂ ਨੂੰ ਬਿਲਕੁਲ ਕੁਛ ਨਹੀਂ ਕਹਿੰਦੀ, ਕੋਈ ਪੈਸਟੀਸਾਈਡ ਖਾਦਾਂ ਦੀ ਲੋੜ ਨਹੀਂ ਹੈ। ਉਸ ਤੋਂ ਬਾਅਦ ਇਹਦੇ 'ਚ ਹਿਊਜ ਇੰਪਲੋਇਮੈਂਟ ਹੈ, ਕਿਉਂਕਿ ਹੱਥ ਨਾਲ ਕੰਮ ਕਰਨਾ ਸਾਰਾ। ਫਿਰ ਤੁਸੀਂ ਆਪ ਹੀ ਉਹਨੂੰ ਆਪ ਹੀ ਉਗਾਉਣਾ ਹੈ, ਆਪ ਹੀ ਪ੍ਰੋਸੈਸ ਕਰਨਾ ਹੈ, ਆਪ ਹੀ ਵੇਚਣਾ ਹੈ, ਆਪ ਹੀ ਖਾਣਾ ਸਾਰਾ। ਵਿਲੇਜ ਬੇਸਡ ਇੰਡਸਟਰੀ ਜਿਹੜੀ ਹੈ ਸਾਡੀ ਉੱਥੇ ਬਣੇਗੀ, ਇੰਪਲੋਇਮੈਂਟ ਹਿਊਜ ਜਨਰੇਟ ਹੋਏਗੀ, ਸਾਡੀਆਂ ਸਿਹਤਾਂ ਬਹੁਤ ਵਧੀਆ ਬਣਨਗੀਆਂ, ਕਿਉਂਕਿ ਉਹ ਖਾਣ ਨਾਲ ਇਹ ਤਾਂ ਕਮਾਲ ਦੇ ਗ੍ਰੇਨ ਹੀ ਇੰਨੇ ਦੇ ਅੰਦਰ ਫਾਈਬਰ ਕੰਟੈਂਟ 8 ਤੋਂ ਲੈ ਕੇ 12% ਹੈ। ਚੌਲਾਂ 'ਚ ਫਾਈਬਰ ਹੈਗੇ 0.2%, ਕਣਕ 'ਚ ਹੈਗਾ 1.2%, ਔਰ ਇਹ 8 ਤੋਂ ਲੈ ਕੇ 12% ਫਾਈਬਰ ਹੈ। ਔਰ ਫਾਈਬਰ ਬੜਾ ਕਮਾਲ ਦਾ ਕਿ ਫਾਈਬਰ ਇੱਦਾਂ ਕਰਕੇ ਸਪਰਿੰਗ ਬਣਿਆ ਹੋਇਆ ਫਾਈਬਰ ਦਾ, ਉਹਦੇ ਨਾਲ ਸਟਾਰਚ ਹੈ,
ਫਿਰ ਉਹ ਜਦੋਂ ਜਾਂਦਾ ਅੰਦਰ ਤਾਂ ਹੌਲੀ 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 ਰਿਲੀਜ਼ ਹੁੰਦੀ ਹੈ ਸ਼ੂਗਰ ਦੀ ਪੀਕ ਵੱਜਦੀ ਜਿਹੜੀ ਬਿਮਾਰੀ ਦਾ ਜੜ ਹੈ ਇਹਦੇ ਕਰਕੇ ਚੌਲਾਂ ਨਾਲ ਅਤੇ ਇਹਦੇ ਨਾਲ ਚੀਨੀ ਨਾਲ ਅਤੇ ਕਣਕ ਨਾਲ ਉਹ ਨਹੀਂ ਵੱਜਦੀ ਬਿਲਕੁਲ। ਉਹ 'ਚ ਬਹੁਤ ਸਲੋ ਸ਼ੂਗਰ ਉੱਪਰ ਜਾਂਦੀ ਹੈ, ਸਲੋ ਥੱਲੇ ਆਉਂਦੀ ਹੈ। ਫਿਰ ਤਾਂ ਉਹਦੇ ਨਾਲ ਕੀ ਹੁੰਦਾ, ਬੰਦਾ ਬਿਮਾਰ ਨਹੀਂ ਹੁੰਦਾ, ਨਾਲ ਦੀ ਨਾਲ ਮੋਟਾਪਾ ਠੀਕ ਹੋਣਾ ਸ਼ੁਰੂ ਹੋ ਜਾਂਦਾ। 7 ਕਿਲੋ ਪਰ ਮੰਥ ਲੋਕਾਂ ਦਾ ਵੇਟ ਘਟ ਰਿਹਾ, ਫੁੱਲ ਖਾ ਕੇ, ਰੱਜ ਕੇ ਖਾ ਕੇ। ਉਸ ਮੋਟਾਪੇ ਦੀ 100% ਅਸੀਂ ਕਹਿੰਦੇ ਹਾਂ ਕਿ ਮੋਟਾਪਾ ਸਭ ਦਾ ਜਾਏਗਾ, ਸ਼ੂਗਰ ਸਭ ਦੀ ਜਾਏਗੀ, BP ਸਭ ਦਾ ਜਾਏਗਾ, ਕੋਲੈਸਟਰੋਲ ਸਭ ਦੀ ਠੀਕ ਹੋ ਜਾਊਗੀ, ਪੇਟ ਤਾਂ ਨਾਲ ਦੀ ਨਾਲ ਠੀਕ ਹੋ ਜਾਂਦਾ। ਸਾਡੇ ਵੱਲੋਂ ਕੋਈ ਰਹਿ ਗਿਆ ਹੋਵੇ ਅਹਿਮ ਸਵਾਲ ਜੋ ਤੁਸੀਂ ਦੱਸਣਾ ਚਾਹੁੰਦੇ ਹੋ? ਹਾਂ ਨਹੀਂ, ਬਸ ਸਾਰੇ ਮੈਂ ਸਮਝਦਾ ਕਿ ਸਾਨੂੰ ਆਪਣਾ ਭੋਜਨ ਕਲਚਰ ਜਿਹੜਾ ਨਾ, ਜਿਹਦੇ ਅਸੀਂ ਇੱਕ ਭੋਜਨ ਕਲਚਰ, ਇੱਕ ਗੱਲ ਹੁੰਦੀ ਹੈ, ਇੱਕ ਵਿਗਿਆਨ ਹੁੰਦਾ, ਇੱਕ ਭੋਜਨ ਵਿਗਿਆਨ, ਇੱਕ ਭੋਜਨ ਕਲਚਰ ਹੈ। ਭੋਜਨ ਕਲਚਰ ਜਿਹੜਾ ਨਾ ਉਹ ਸਾਨੂੰ ਦੇਖਣਾ ਚਾਹੀਦਾ ਵੀ ਮੇਰੇ ਭੋਜਨ ਕਲਚਰ 'ਚ ਕੀ ਨੁਕਸ ਹੈ ਅਤੇ ਮੈਂ ਭੋਜਨ ਕਲਚਰ ਨੂੰ ਬਦਲ ਲਵਾਂ। ਭੋਜਨ ਵਿਗਿਆਨ 'ਤੇ ਬੇਸਡ ਹੈ। ਭੋਜਨ ਵਿਗਿਆਨ ਕਹਿੰਦਾ ਕਿ ਆਹ ਖਾਣੇ ਖਾਓ ਤਾਂ ਤੰਦਰੁਸਤ ਰਿਹਾ ਜਾ ਸਕਦਾ ਹੈ, ਲੇਕਿਨ ਮੇਰਾ ਭੋਜਨ ਕਲਚਰ ਹੈ ਉਹ ਮੈਨੂੰ ਮਜਬੂਰ ਕਰਦਾ ਕਿ ਨਹੀਂ, ਮੈਂ ਤਾਂ ਉਹੀ ਖਾਣਾ ਜਿਹੜਾ ਜਿਹਨੂੰ ਮੈਂ ਆਦੀ ਹਾਂ। ਤਾਂ ਉਹ ਅਸੀਂ ਆਪਣਾ ਭੋਜਨ ਕਲਚਰ ਇੱਕ ਵਾਰੀ ਛੱਡ ਕੇ ਨਵੇਂ ਭੋਜਨ ਕਲਚਰ ਨੂੰ ਅਡਾਪਟ ਕਰੀਏ ਜਿਹੜਾ ਕਿ ਹੈਲਦੀ ਹੋਵੇ। ਤਾਂ ਨਵਾਂ ਭੋਜਨ ਅਡਾਪਟ ਕਰਦੇ ਸਾਰੀ ਬਿਮਾਰੀ ਸ਼ੂਮੰਤਰ ਹੋ ਜਾਂਦੀ ਹੈ, ਔਰ ਜੇ ਨਹੀਂ ਹੈਗੀ ਤਾਂ ਆਉਂਦੀ ਨਹੀਂ। ਅਤੇ ਮੈਂ ਤਾਂ ਓਪਨਲੀ ਕਹਿ ਰਿਹਾ ਕਿ ਜਿਹੜਾ ਬੰਦਾ ਇਸ ਡਾਈਟ ਨੂੰ ਅਡਾਪਟ ਕਰ ਲਏਗਾ ਉਹ 100 ਸਾਲ ਤੱਕ ਬਿਮਾਰ ਨਹੀਂ ਹੁੰਦਾ, ਅਤੇ 100 ਸਾਲ ਤੱਕ ਬਿਮਾਰ ਨਹੀਂ ਹੁੰਦਾ ਤਾਂ 100 ਸਾਲ ਤੱਕ ਮਰਦਾ ਨਹੀਂ, ਕਿਉਂਕਿ 100 ਸਾਲ ਤੋਂ ਪਹਿਲਾਂ ਜਿਹੜਾ ਬੰਦਾ ਮਰਦਾ ਉਹ ਮਰਦਾ ਹੀ ਬਿਮਾਰੀ ਨਾਲ ਹੈ। ਬੁਢਾਪਾ 100 ਸਾਲ ਤੋਂ ਬਾਅਦ ਆਉਂਦਾ, ਰੀਅਲ ਬੁਢਾਪਾ ਜਿਹੜਾ ਹੁੰਦਾ 100 ਸਾਲ ਤੋਂ ਬਾਅਦ ਆਉਂਦਾ, ਰੀਅਲ ਬੁਢਾਪਾ 100 ਸਾਲ ਤੋਂ ਪਹਿਲਾਂ ਨਹੀਂ ਆਉਂਦਾ। ਕਦੋਂ ਦੀ ਗੱਲ ਕਰਦੇ ਹੋ ਕਿ ਰੀਅਲ ਬੁਢਾਪਾ 100 ਸਾਲ ਤੋਂ ਬਾਅਦ ਆਉਂਦਾ? ਅੱਜ ਤੋਂ 100 ਸਾਲ ਪਹਿਲਾਂ ਇੱਦਾਂ ਚੱਲਦਾ ਸੀ? ਹਾਂ ਬਿਲਕੁਲ ਬੁਢਾਪਾ 100 ਸਾਲ ਦੇ ਬੰਦੇ ਐਕਟਿਵ ਆਮ ਹੀ ਹੁੰਦੇ ਸੀਗੇ। ਠੀਕ ਹੈ, ਆਮ ਹੀ ਹੁੰਦੇ ਸੀਗੇ। ਖਾਣ ਦੀ ਚੀਜ਼ ਹੋ ਗਈ, ਪਰ ਬੰਦੇ ਜਿੱਦਾਂ ਚਾਹ ਦੀ ਚੁਸਕੀ ਨਾਲ ਕੋਈ ਗਰਮ ਚੀਜ਼ ਚਾਹੁੰਦੇ ਆ, ਗਰਮ ਦੇ ਤੌਰ 'ਤੇ ਲੱਸੀ ਠੰਡੀ ਹੋ ਗਈ, ਮਤਲਬ ਸਿਆਲ 'ਚ ਕੋਈ ਬੈਠਾ ਵਾ ਉਹਦੇ ਨਾਲ ਪੀਣਾ ਵਾ, ਅਤੇ ਆਮ ਜਿਹੜਾ ਅਵੇਲੇਬਲ ਹੋਵੇ ਇੱਦਾਂ ਦੀ ਕਾੜ੍ਹੇ ਦੀ ਗੱਲ ਕਰਦੇ, ਕੀ ਪੀਵੇ ਫਿਰ ਬੰਦਾ ਗਰਮ? ਹਾਂਜੀ, ਗਰਮ ਇੱਕ ਤਾਂ ਇਹ ਪੌਦਿਆਂ ਦੇ ਕਾੜ੍ਹੇ ਨੇ। ਠੀਕ ਹੈ, ਹਰਬਲ ਟੀ, ਸਵਾਦ ਵਿੱਚ ਵੀ ਥੋੜ੍ਹੇ ਸਵਾਦ ਬਹੁਤ ਅੱਛੇ ਸਵਾਦ ਨੇ, ਬਹੁਤ ਵਧੀਆ ਸਵਾਦ ਨੇ। ਤੁਸੀਂ ਪਿਆਉਂਦੇ ਤੁਹਾਨੂੰ ਫਸਟ ਕਲਾਸ ਸਵਾਦ ਹੈ, ਕੋਈ ਸਵਾਦ ਦੀ ਕੋਈ ਪ੍ਰੋਬਲਮ ਨਹੀਂ ਹੈ। ਸਿਰਫ ਅਸੀਂ ਉਹ ਇੱਕ ਆਦੀ ਹੋ ਗਏ ਦੁੱਧ ਵਾਲੀ ਚਾਹ ਦੇ। ਦੁੱਧ ਵਾਲੀ ਚਾਹ ਤਾਂ ਅਸਲ ਸਭ ਤੋਂ ਜ਼ਿਆਦਾ ਨੁਕਸਾਨਦੇਹ ਕਰਦੀ ਹੈ। ਚਾਹ ਇਕੱਲੀ ਨਾਲੋਂ ਵੀ ਦੁੱਧ ਵਾਲੀ ਚਾਹ ਜ਼ਿਆਦਾ ਨੁਕਸਾਨ ਕਰਦੀ ਹੈ। ਚਾਹ ਇਕੱਲੀ ਬੰਦਾ ਪੀ ਲੂ 1-2 ਵਾਰੀ ਕੁਝ ਨਹੀਂ ਵਿਗੜਦਾ ਉਹਦਾ, ਲੇਕਿਨ ਦੁੱਧ ਵਾਲੀ ਚੀਜ਼ ਪੱਕਾ ਪੱਕਾ ਪੇਟ ਖਰਾਬ ਹੋਊਗਾ ਉਹਦਾ। ਪਰ ਜਿਹੜੀ ਚਾਹ ਵਾ ਇਹ ਵੀ ਤਾਂ ਕਾੜਾ ਹੀ ਆ, ਇਹਨੂੰ ਫਿਰ ਕਿਉਂ ਨਹੀਂ ਆ? ਜਿਹੜੀ ਇਕੱਲੀ ਪੱਤੀ ਆ ਇਹ ਵੀ ਤਾਂ ਕੁਦਰਤੀ ਆ। ਨਹੀਂ, ਪਰ ਪ੍ਰੋਸੈਸ ਜਿਹੜਾ ਨਾ ਉਹ 'ਚ ਬਹੁਤ ਕੁਝ ਪਾਇਆ ਹੋਇਆ। ਚਾਹ ਜੇ ਕਿਸੇ ਨੇ ਪੀਣੀ ਹੈ ਤਾਂ ਜਾਂ ਤਾਂ ਜਿਹੜੀ ਚਾਹ ਨੈਚੁਰਲ ਲਗਾਈ ਹੋਈ ਹੈ, ਇਕੱਲੀ ਪੱਤੀ ਹੈ, ਸੁਕਾਈ ਹੋਈ ਪੱਤੀ, ਉਹ ਕੋਈ ਜ਼ਿਆਦਾ ਨੁਕਸਾਨ ਨਹੀਂ ਕਰੇਗੀ। ਲੇਕਿਨ ਜਦੋਂ ਪ੍ਰੋਸੈਸ ਕਰਦੇ ਹੋ ਤਾਂ 50 ਕਿਸਮ ਦੇ ਕੈਮੀਕਲ ਪੈਂਦੇ ਆ, ਉਹ ਬਹੁਤ ਚਾਹ ਦੀ ਪ੍ਰੋਸੈਸਿੰਗ ਤਾਂ ਬਹੁਤ ਕੈਮੀਕਲ ਯੂਜ਼ ਹੁੰਦਾ। ਠੀਕ ਹੈ, ਬਹੁਤ ਕੈਮੀਕਲ ਯੂਜ਼ ਹੁੰਦਾ। ਚਾਹ ਦਾ ਹੁਣ ਜਿਹੜਾ ਰੰਗ ਹੀ ਹੈ, ਰੰਗ ਇਟਸੈਲਫ ਚਾਹ ਦਾ ਨੈਚੁਰਲ ਰੰਗ ਤਾਂ ਹੈ ਹੀ ਨਹੀਂ ਹੈ। ਚਾਹ ਦਾ ਰੰਗ ਹੁੰਦਾ ਹੀ ਨਹੀਂ ਇੱਦਾਂ ਦਾ। ਚਾਹ ਦਾ ਹਲਕੀ ਜਿਹੀ ਬਰਾਊਨ ਹੁੰਦੀ ਹੈ, ਔਰ ਡਾਰਕ ਰੰਗ ਆ ਰਿਹਾ ਉਹ ਕਿਸੇ ਨਾ ਕਿਸੇ ਕੈਮੀਕਲ ਦਾ। ਜਿਹੜੀ ਪ੍ਰੋਸੈਸਿੰਗ ਹੈ ਮਹਿੰਗੀ ਵੀ ਆ ਹਰ ਚੀਜ਼ ਦੀ, ਸੋ ਪ੍ਰੋਸੈਸਿੰਗ ਦੀ ਲੋੜ ਕਿਉਂ ਪੈਂਦੀ ਆ? ਹਰ ਇੱਕ ਚੀਜ਼ ਜਿੱਦਾਂ ਆਟਾ ਪ੍ਰੋਸੈਸਡ ਆ, ਚੌਲ ਪ੍ਰੋਸੈਸਡ ਆ, ਲੂਣ ਪ੍ਰੋਸੈਸਡ ਆ, ਖੰਡ ਪ੍ਰੋਸੈਸਡ ਆ, ਹਰ ਚੀਜ਼ ਜਿਹੜੀ ਆ ਉਹ ਚਿੱਟੀ ਕੀਤੀ ਜਾਂਦੀ ਆ। ਇਹਦੇ ਪਿੱਛੇ ਕੀ ਕਾਰਨ ਲੱਭਦੇ ਹੋ? ਕਿ ਇੱਕ ਤਾਂ ਬਿਮਾਰੀ ਵੀ ਦੇ ਰਹੀ ਆ, ਦੂਜਾ ਸਾਨੂੰ ਉਹ 'ਚ ਟਾਈਮ ਹੀ ਲੱਗ ਰਿਹਾ ਵਾ, ਕੰਜ਼ਿਊਮ ਜ਼ਿਆਦਾ ਹੋ ਰਿਹਾ ਵਾ, ਫਿਰ ਵੀ ਪ੍ਰੋਸੈਸ ਕੀਤਾ ਜਾ ਰਿਹਾ ਲੰਬੇ ਸਮੇਂ ਤੋਂ। ਨਹੀਂ, ਇੱਕ ਤਾਂ ਜਿਹੜੀ ਬਹੁਤੀ ਪ੍ਰੋਸੈਸਿੰਗ ਤਾਂ ਇੰਡਸਟਰੀ ਬੇਸਡ ਹੈ। ਠੀਕ ਹੈ, ਕੁਛ ਸਾਡੇ ਕਲਚਰ ਬੇਸਡ ਹੈ। ਬਹੁਤੀ ਜਿਹੜੀ 90% ਪ੍ਰੋਸੈਸਿੰਗ ਹੈ ਉਹ ਇੰਡਸਟਰੀ ਨੂੰ ਚਾਹੀਦੀ ਹੈ, ਸਾਨੂੰ ਨਹੀਂ ਚਾਹੀਦੀ। ਇੰਡਸਟਰੀ ਨੇ ਸਾਨੂੰ ਫਿਰ ਨਕਲੀ ਲੋੜਾਂ ਪੈਦਾ ਕੀਤੀਆਂ ਨੇ, ਟੀਵੀ 'ਤੇ ਐਡਾਂ ਦੇ ਕੇ, ਅਤੇ ਹੋਰ ਤੁਹਾਨੂੰ ਮਤਲਬ ਭਾਂਤ ਦੀ ਪ੍ਰਾਇਮਰੀ ਸਕੂਲ ਦੇ ਸਿਲੇਬਸ ਤੋਂ ਲੈ ਕੇ ਤੁਹਾਨੂੰ ਜਿੱਦਾਂ ਦਾ ਫੂਡ ਕਲਚਰ ਤੁਹਾਡਾ ਬਣਾਇਆ ਜਾਂਦਾ ਵੀ ਤੁਸੀਂ ਬਰਥਡੇ ਮਨਾਉਣਾ ਤਾਂ ਕੇਕ ਬਣਾਉਣਾ ਹੈ, ਤਾਂ ਇੱਦਾਂ ਬਣਾਉਣਾ ਹੈ, ਫਿਰ ਤੁਸੀਂ ਮਿਠਾਈ ਇੱਦਾਂ ਦੀ ਬਣਾਉਣੀ ਹੈ। ਫਿਰ ਉਹ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਇੱਕ ਸਾਡਾ ਜੋ ਪੁਰਾਣਾ ਕਲਚਰ ਸੀਗਾ ਉਹ ਡਿਫਰੈਂਟ ਸੀਗਾ। ਉਦੋਂ ਬਹੁਤ ਜ਼ਿਆਦਾ ਫਿਜ਼ੀਕਲ ਵਰਕ ਸੀਗਾ। ਉਹ ਭੋਜਨ ਅਸੀਂ ਹੁਣ ਅੱਜ ਨਹੀਂ ਖਾ ਸਕਦੇ। ਅੱਜ ਤੋਂ 60 ਸਾਲ ਪੁਰਾਣਾ ਭੋਜਨ ਤੁਸੀਂ ਖਾਓਗੇ ਤਾਂ ਬਿਮਾਰ ਹੋਵੋਗੇ। ਉਹ ਜਲੇਬੀਆਂ ਨੇ, ਉਹ ਮੇਰੀ ਹੋਸ਼ 'ਚ ਥਾਲੀਆਂ 'ਚ ਰੱਖ ਕੇ ਲੱਡੂ ਖਾ ਜਾਂਦੇ ਸੀਗੇ, ਜਲੇਬੀਆਂ ਵੀ ਖਾ ਜਾਂਦੇ ਸੀਗੇ, ਲੇਕਿਨ ਉਹ ਨਾਲ ਦੀ ਨਾਲ ਕੰਮ ਬਹੁਤ ਹੈਵੀ ਸੀਗਾ, ਕੁਝ ਨਹੀਂ ਸੀ ਵਿਗੜਦਾ ਉਹਨਾਂ ਦਾ ਉੱਦਾਂ। ਲੇਕਿਨ ਉਹ ਭੋਜਨ ਅਸੀਂ ਹੁਣ ਖਾਵਾਂਗੇ ਤਾਂ ਬਿਮਾਰ ਹੋਵਾਂਗੇ। ਸੋ ਭੋਜਨ ਜਿਹੜਾ ਤੁਹਾਡੇ ਜੀਵਨ ਦੇ ਹਿਸਾਬ ਨਾਲ ਹੋਣਾ ਚਾਹੀਦਾ ਨਾ, ਜਿੱਦਾਂ ਦਾ ਬੰਦੇ ਦਾ ਜੀਵਨ ਹੈ ਉੱਦਾਂ ਦਾ ਭੋਜਨ ਹੋਏਗਾ। ਜੇ ਤੁਸੀਂ 100 ਸਾਲ ਪੁਰਾਣਾ ਭੋਜਨ ਅੱਜ ਖਾਓਗੇ ਤਾਂ ਫਿਰ ਵੀ ਬਿਮਾਰ ਹੋਵੋਗੇ। ਸੋ ਦੋ ਚੀਜ਼ਾਂ ਲੱਗੀਆਂ, ਇੱਕ ਤਾਂ ਸਾਡਾ ਲਾਈਫ ਸਟਾਈਲ ਤਾਂ ਬਦਲ ਗਿਆ, ਭੋਜਨ ਕਲਚਰ ਨਹੀਂ ਬਦਲਿਆ। ਕੁਛ ਤਾਂ ਉਹ ਗੱਲਾਂ ਆ ਗਈਆਂ। ਕੁਛ ਇੰਡਸਟਰੀ ਨੇ ਬਹੁਤ ਜ਼ਿਆਦਾ ਸੱਤਿਆਨਾਸ਼ ਮਾਰਿਆ। ਹਰ ਚੀਜ਼ ਨੂੰ ਉਹ ਪ੍ਰੋਸੈਸ ਕਰਕੇ ਲਿਆਉਂਦੇ ਆ, ਬੋਤਲਾਂ 'ਚ ਬੰਦ ਕਰਕੇ। ਰੀਅਲ ਜੂਸ ਨਾ ਰੱਖਦਾ, ਦੱਸੋ ਉਹ ਰੀਅਲ ਜੂਸ ਥੋੜ੍ਹਾ ਹੈ, ਸਾਰਾ ਹੀ ਮਤਲਬ ਝੂਠ ਹੈ। ਅੱਛਾ, ਸਿਹਤ ਦੀ ਵੀ ਅਲੱਗ-ਅਲੱਗ ਪਰਿਭਾਸ਼ਾ ਵਾ। ਜਿਵੇਂ ਕੁਛ ਲੋਕ ਸੋਚਦੇ ਆ ਕਿ ਸਰੀਰ ਲਚਕੀਲਾ ਹੋਣਾ ਚਾਹੀਦਾ, ਕੁਛ ਸੋਚਦੇ ਆ ਕਿ ਸਟੈਮਿਨਾ ਹੋਣਾ ਚਾਹੀਦਾ, ਕੁਛ ਸੋਚਦੇ ਆ ਕਿ ਇੱਥੇ ਜਾਨ ਹੋਣੀ ਚਾਹੀਦੀ ਆ। ਫਿਰ ਕੀ ਚਾਹੀਦਾ ਵਾ? ਕਈ ਬਹੁਤ ਲਚਕੀਲੇ ਹੁੰਦੇ ਆ ਪਰ ਜਾਨ ਨਹੀਂ ਹੁੰਦੀ, ਬਹੁਤ ਜ਼ਿਆਦਾ ਦੌੜ ਸਕਦੇ ਆ। ਸੋ ਇਹਨੂੰ ਕਿੱਦਾਂ ਵੇਖਦੇ ਹੋ ਕਿ ਇੱਕ ਬੰਦਾ ਭਾਰ ਚੁੱਕਣ ਵਾਸਤੇ ਵੀ ਬਣਿਆ
ਕਿ ਜ਼ਿਆਦਾ ਦੇਰ ਕੰਮ ਕਰਨ ਵਾਸਤੇ ਕੁਦਰਤ ਨੇ ਕਿਵੇਂ ਸਾਨੂੰ ਬਣਾਇਆ? ਹੱਡੀਆਂ ਤੇ ਜੇ ਤੁਸੀਂ ਗੁਣ ਗਿਣਾ ਰਹੇ ਹੋ, ਇਹ ਹੈਗੇ ਸਾਡੇ ਸਕੈਲਟਲ ਸਿਸਟਮ ਦੇ, ਯਾਨੀ ਕਿ ਹੱਡੀਆਂ, ਪੱਠਿਆਂ ਤੇ ਜੋੜਾਂ ਦਾ ਜਿਹੜਾ ਸਾਡਾ ਢਾਂਚਾ ਹੈ, ਉਹਦੇ 3 ਗੁਣ ਹੁੰਦੇ ਆ। ਇੱਕ ਹੁੰਦਾ ਉਹਦੀ ਪਾਵਰ, ਇੱਕ ਹੁੰਦਾ ਉਹਦਾ ਸਟੈਮਿਨਾ, ਤੇ ਇੱਕ ਹੁੰਦੀ ਉਹਦੀ ਲਚਕ। ਲਚਕ ਜੋੜਾਂ ਦੀ ਹੈ, ਤਾਕਤ ਜਿਹੜੀ ਹੈ ਉਹ ਪੱਠਿਆਂ ਦੀ ਹੈ, ਤੇ ਸਟੈਮਿਨਾ ਪੱਠਿਆਂ ਦਾ ਤੇ ਹੱਡੀਆਂ ਦਾ। ਸਟੈਮਿਨਾ ਦਾ ਮਤਲਬ ਕਿ ਕੋਈ ਬੰਦਾ ਕਿੰਨਾ ਲੰਬਾ ਸਮਾਂ ਕੰਮ ਕਰ ਸਕਦਾ। ਜੇ ਮੈਂ ਕੋਈ ਟੋਕਾ ਗੇੜਨ ਲੱਗਿਆ ਤਾਂ ਮੈਂ ਕਿੰਨਾ ਲੰਬਾ ਸਮਾਂ ਗੇੜ ਸਕਦਾ। ਜੇ ਮੈਂ ਭਾਰ, ਫਿਰ ਪਾਵਰ ਹੈ ਕਿ ਮੈਂ ਕਿੰਨਾ ਜ਼ਿਆਦਾ ਭਾਰ ਉਠਾ ਸਕਦਾ। ਫਿਰ ਥੋੜ੍ਹੀ ਲਚਕ ਹੈ ਕਿ ਮੈਂ ਕਿੰਨਾ, ਮੇਰੀ ਸਰੀਰ 'ਚ ਲਚਕ ਕਿੰਨੀ ਹੈ। ਤਿੰਨੇ ਗੁਣ ਚਾਹੀਦੇ ਆ, ਤਿੰਨਾਂ ਦਾ ਇੱਕ ਬੈਲੈਂਸ ਚਾਹੀਦਾ, ਅੱਡ ਨਹੀਂ ਹੈ। ਤਿੰਨਾਂ ਦਾ ਬੈਲੈਂਸ ਚਾਹੀਦਾ। ਮੇਲ ਖਾਸ ਕਰ ਉਹਨੂੰ ਭਾਰ ਚੁੱਕਣ ਵਾਲੇ ਵੀ ਕੰਮ ਕਰਨੇ ਚਾਹੀਦੇ ਆ। ਬਿਲਕੁਲ 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 ਬਿਲਕੁਲ। ਸਰੀਰ ਨੂੰ ਜਿੰਨਾ ਤਕੜਾ ਰੱਖਾਂਗੇ ਅਸੀਂ, ਜਿੰਨਾ ਸਟੈਮਿਨਾ ਹੋਏਗਾ, ਜਿੰਨੀ ਲਚਕ ਹੋਏਗੀ, ਉਹਨਾਂ ਅੰਦਰਲਾ ਢਾਂਚਾ ਵੀ ਠੀਕ ਹੋਏਗਾ। ਪੁਰਾਣੇ ਬਜ਼ੁਰਗ ਪਿੱਠ ਤੇ ਹੀ ਬੋਰੀਆਂ ਚੁੱਕ ਲੈਂਦੇ ਸੀ, ਬਹੁਤ ਸਾਰੀਆਂ, ਆਪਣੇ ਆਪ ਨਾਲੇ। ਠੀਕ ਹੈ, ਥੱਲੇ ਆਪਣੇ ਚੱਕ ਕੇ ਪਿੱਠ ਤੇ ਚੜਾ ਲੈਂਦੇ ਸੀ। ਠੀਕ ਹੈ, ਇੰਨਾ ਕਮਾਲ ਦਾ ਹੁੰਦਾ ਸੀ, ਮੈਂ ਦੇਖਿਆ ਹੋਇਆ ਸਾਰਾ ਕੁਝ ਨਾ। ਬਹੁਤ ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।